देखो जी असी तो उस टाइम ना हाजिर हो जाइदा जिहड़ा टाइम पक्का फिक्स घड़ी के उपर रखा जदों सूई उत्थे जाती है तो नाल ही आपां कुर्सी ते आ जाइदा। प्रोग्राम उही जी प्राइम फोकस, मैं भी उही गुरप्रीत संधा वाली है, नाल वाला वीर मेरा उही परमवीर बाठ ते चैनल भी उही प्राइम एशिया TV। सत श्री अकाल जी, शुक्रिया बहुत मेहरबानी। सत श्री अकाल भी उही बाठ साहब, पर टाई बदली अज नहीं टाई भी उही है, तुहाडी अख बदल गई है। एक गल बदली है कि जे चढ़दी कला नहीं सी आख्या तो हैगी चढ़दी कला ही है। आहा होर सुनाओ बाठ साहब। ਐਨ ਠੀਕ ਆ ਸੰਧਾਲੀਆ ਸਾਹਿਬ, ਮੈਨੂੰ ਨਾ ਐਂ ਲੱਗਾ ਮੈਂ ਕਿ ਅੱਜ ਮੈਂ ਤੁਹਾਨੂੰ ਨਾ ਪੈਂਦਾ ਹੀ ਹੁੰਦਾ ਨਾ ਇੱਕ ਬੰਦਾ ਦਮ ਪਾਉਣ ਜਾਂਦਾ ਤੇ ਉਹਨੂੰ ਹੁੰਦਾ ਕਿ ਮੈਂ ਪਹਿਲਾਂ ਇੱਧਰ ਨੂੰ ਜਾਵਾਂ, ਇੱਕ ਵਾਰੀ ਇੱਧਰ ਨੂੰ ਜਾਵਾਂ, ਤੇ ਕਈ ਵਾਰੀ ਜਾਂਦੇ ਹੀ ਅਗਲੇ ਨੱਪ ਲੈਂਦੇ ਆ। ਆਹਾ ਮੈਂ ਅੱਜ ਭਰਾ ਨੂੰ ਆਂਦੇ ਹੀ ਨੱਪਣਾ। ਆਉਣ ਦਿਓ ਸਰ, ਮੈਂ ਇਹਦੇ ਹਾਜ਼ਰ ਹਾਂ। ਨਹੀਂ ਠੀਕ ਹੈ ਜੀ, ਇਹ ਤੋਂ ਵਧੀਆ ਕੀ ਹੋ ਸਕਦਾ, ਮਤਲਬ ਭਰਾ ਹੀ ਨੱਪਣ ਲੱਗ ਪੈਣ। ਮਰਾ ਬੰਨਾ ਤਾਂ ਨਹੀਂ ਨੱਪਿਆ। ਨਹੀਂ ਨਹੀਂ ਠੀਕ ਹੈ ਗੱਲ, ਕਿਸ ਤਰ੍ਹਾਂ ਹੋਇਆ ਭਾਵੇਂ। ਅੱਜ ਕੱਲ੍ਹ ਤਾਂ ਇਹ ਹੈ ਨਾ ਵੀ ਭਾਈ ਨੱਪੋ ਕਿਤੇ ਸਾਹ ਆਉਂਦਾ ਹੀ ਸਾਹ। ਸੰਧਾਲੀਆ ਸਾਹਿਬ ਗੱਲ ਇਹ ਹੈ, ਮੈਂ ਸੋਚਦਾ ਸੀ ਕਿ ਇੱਕ ਵਾਰੀ ਨਾ ਕਿਸੇ ਘਰ ਦੇ ਵਿੱਚ ਬੇਬੇ ਨੂੰ ਕੁਛ ਹੋ ਗਿਆ, ਚਲੋ ਜੀਣ ਮਰਨ ਤਾਂ ਬਣਿਆ ਹੀ ਆ, ਬੇਬੇ ਨੂੰ ਕੁਛ ਹੋ ਗਿਆ ਤੇ 5 ਨੌਹਾਂ ਘਰ 'ਚ ਸੁੱਖ ਨਾਲ ਭਰਿਆ ਪਰਿਵਾਰ, ਤੇ ਸਾਰੇ ਹੀ ਮੁੰਡੇ ਨੌਹਾਂ ਉੱਥੇ ਪੋਤੇ ਪੋਤੀਆਂ ਸੁੱਖ ਨਾਲ ਬਾਬਾ ਸਾਰੇ ਜਣੇ ਵੀ ਬਹੁਤ ਅੱਖਾਂ ਭਰੀਆਂ ਜੀ ਉਹ। ਤੇ ਬਾਅਦ ਵਿੱਚ ਹੌਲੀ ਦਿਨ ਦੇਖਿਆ ਕਿ ਇੱਕ ਨੌਂ ਹੈ ਨਹੀਂ ਗੀ ਉੱਥੇ। ਹੁਣ ਇੱਕ ਨੌਂ ਹੈ ਨਹੀਂ ਗੀ ਉੱਥੇ, ਇੱਧਰ ਉੱਧਰ ਦੇਖਿਆ ਤਾਂ ਜਦੋਂ ਲੱਭਣ ਲੱਗੇ ਤਾਂ ਪਹਿਲੇ ਬੇਬੇ ਦੇ ਸੰਦੂਕ 'ਚ ਵੜੀ ਕਿ ਇੱਥੇ ਕੁਛ ਲੱਭ ਪਵੇ ਵੀ, ਜਾਣੀ ਇਹ ਵੀ ਹੁੰਦਾ ਨਾ ਕਿ ਜੇ ਸਾਰਿਆਂ ਦੇ ਸਾਹਮਣੇ ਖੁੱਲਿਆ ਤਾਂ ਕੋਈ ਹੱਥ ਆਊ। ਤੇ ਬਾਅਦ ਵਿੱਚ ਜਦੋਂ ਬਾਹਰ ਆ ਕੇ ਦੇਖੇ ਕਿ ਬਾਕੀ ਜਣੇ ਉਹਦੇ ਮਗਰ ਪੈ ਸੀ, ਤਾਂ ਦੂਜੀ ਬੇਬੇ ਦੇ ਕੰਨਾਂ ਦੇ ਵਿੱਚੋਂ ਬਾਲੀਆਂ ਨੂੰ ਪਈ ਉਹ। ਆਹ ਤੀਸਰੀ ਨੇ ਬੇਬੇ ਦੀ ਜਿਹੜੀ ਝੱਗੀ ਦੇ ਵਿੱਚ ਜੇਬ ਪਈ ਹੁੰਦੀ ਆ ਕਰਮਾਲ ਦੇ ਵਿੱਚ ਕਿੰਨਾ ਕਿ 150 ਜੋ ਕੁਛ ਵੱਜਾ ਉਹ ਚੱਕ ਲਈਏ। ਸਾਰੇ ਘਰਾਂ 'ਚ ਇੱਦਾਂ ਨਹੀਂ ਹੁੰਦਾ, ਬਹੁਤੀ ਜਗ੍ਹਾ 'ਤੇ ਸਤਿਕਾਰ ਹੀ ਹੁੰਦਾ। ਮੈਨੂੰ ਐਂ ਲੱਗਦਾ ਕਿ ਭਾਰਤ ਦੇ ਵਿੱਚ ਲੀਡਰ ਜਿਹੜੇ ਆ ਨਾ ਉਹ ਇੱਦਾਂ ਦੀਆਂ ਬੇਬੇ ਦੀਆਂ ਨੌਹਾਂ ਵਰਗੇ ਆ। ਤੇ ਭਾਰਤ ਦੇਸ਼ ਜਿਹੜਾ ਉਹ ਬੇਬੇ ਆ, ਤੇ ਲੀਡਰ ਕਹਿੰਦੇ ਆ ਕਿ ਭਾਈ ਜੋ ਕੁਛ ਲੱਭਦਾ ਇਹਦੇ ਕੰਨਾਂ ਦੇ ਵਿੱਚੋਂ ਕੁਛ ਲੱਭਦਾ, ਬੀਬੀ ਦੇ ਹੱਥ ਦੇ ਵਿੱਚ ਕੁਛ ਮਾੜਾ ਮੋਟਾ ਸੋਨੇ ਚਾਂਦੀ ਦਾ ਪਾਇਆ, ਜਾਂ ਉਹਦੇ ਸੰਦੂਕ ਦੇ ਵਿੱਚ ਕਿਤੇ ਮਰੋੜ ਕੇ ਦੋਤੇ ਦੋਤੀਆਂ ਨੂੰ ਦੇਣ ਨੂੰ ਕੁਛ ਰੱਖਿਆ, ਕਿਸੇ ਨੂੰ ਪਿਆਰ ਦੇਣ ਨੂੰ ਰੱਖਿਆ, ਚੱਕ ਲਓ ਜੋ ਕੁਛ ਹੈਗਾ ਆਪਦੇ ਖੀਸੇ ਚਾਹੀਦਾ। ਜਦੋਂ ਪੁੱਛੋਗੇ ਮੈਂ ਉਦਾਹਰਨ ਦੇ ਦਊਂ। ਨਹੀਂ ਗੱਲ ਬਿਲਕੁਲ ਤੁਹਾਡੀ ਠੀਕ ਹੈ, ਪਰ ਇੱਥੇ ਮੈਨੂੰ ਲੱਗਦਾ ਵੀ ਜਿਹੜੀ ਬੇਬੇ ਤੁਸੀਂ ਦੱਸੀ ਉਸ ਬੇਬੇ ਦੇ ਜਿਹੜੇ 5 ਪੋਤੇ ਆ ਉਹ ਭਾਰਤ ਦੇਸ਼ ਮਹਾਨ ਦੇ ਲੋਕਾਂ ਵਰਗੇ ਆ, ਜਿਹੜੇ ਮਤਲਬ ਚਾਹੁੰਦੇ ਤੇ ਹੈ ਵੀ ਯਾਰ ਇਦਾਂ ਨਾ ਹੋਵੇ, ਮਾਤਾ ਸਾਡੀ ਬੋਲਦੇ ਨਹੀਂ ਹੈ ਨਾ, ਜਿਹੜੇ ਚਾਹੁੰਦੇ ਵੀ ਆ ਵੀ ਯਾਰ ਇਦਾਂ ਕਿੱਦਾਂ ਮਤਲਬ ਹੈ ਨਾ, ਪਰ ਉਹ ਕਰ ਕੁਛ ਨਹੀਂ ਸਕਦੇ। ਅੱਛਾ ਵੱਡੀ ਗੱਲ ਇਹ ਵੀ ਹੋ ਸਕਦਾ ਵੀ ਲੋਕ ਸੋਚਣ ਵੀ ਇਹ ਕਿਵੇਂ ਕਨੈਕਸ਼ਨ ਜੁੜਦਾ। ਦੇਖੋ ਬੇਬੇ ਨੇ ਜਿਹੜੀਆਂ ਨੋਹਾਂ ਲਿਆਂਦੀਆਂ ਸੀ ਉਹ ਵੀ ਪੁੱਤਾਂ ਨੇ ਲਿਆਂਦੀਆਂ ਵੀ ਉਹ, ਤੇ ਜਿਹੜੇ ਲੀਡਰ ਨੇ ਜਿਹੜੇ ਭਾਰਤ ਦੇਸ਼ ਮਹਾਨ ਦੇ ਲਈ ਚੁਣੇ ਉਹ ਵੀ ਤਾਂ ਲੋਕਾਂ ਨੇ ਚੁਣਿਆ। ਨਹੀਂ ਗੱਲ ਤੁਹਾਡੀ ਠੀਕ ਆ, ਅਗਲੇ ਜੇ ਬੋਲਣ ਤੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਅੱਛਾ ਬੋਲਦਾ ਮਾੜਾ ਜਿਹਾ ਨੂੰ ਬਾਅਦ 'ਚ ਟਕਰਾਓ ਜਰਾ ਕਦਾ ਪਰਚਾ ਪੁਰਚਾ, ਇੱਦਾਂ ਹੀ ਜੇ ਪੁੱਤ ਉੱਥੇ ਬੋਲੂਗਾ ਅਗਲੀ ਕਹਿਣਾ ਹੁਣ ਤੂੰ ਸਾਰਿਆਂ ਦੇ ਸਾਹਮਣੇ ਕਰਾਉਣੀ ਆ ਕਿ ਅੰਦਰ ਜਾ ਕਰਾਉਣੀ ਆ ਜਰਾ ਉਧਰ ਨੂੰ, ਸਾਰਿਆਂ ਦੇ ਸਾਹਮਣੇ ਤੇਰੀ ਜ਼ੁਬਾਨ ਬਹੁਤ ਹੀ ਖੁੱਲਦੀ ਆ ਤੇਰੀ। ਇੱਦਾਂ ਫਿਰ ਕੰਮ ਔਖਾ। ਮਤਲਬ ਇਹ ਵਾਕਈ ਜਿਹੜਾ ਇਸ ਵਕਤ ਦੇ ਹਾਲਾਤ ਹੈ ਉਸ ਹਿਸਾਬ ਨਾਲ ਤੇ ਬਿਲਕੁਲ ਗੱਲ ਸਹੀ ਟੋਕਦੀ ਹੈ। ਪਰ ਹੁਣ ਇਹ ਪਤਾ ਨਹੀਂ ਵੀ ਜੇ ਬੇਬੇ ਨੂੰ ਪਹਿਲਾਂ ਟਾਈਮ ਨਾਲ ਦਵਾਈ ਦਿੱਤੀ ਹੁੰਦੀ ਕਿ ਬੇਬੇ ਬਾਚ ਹੀ ਜਾਂਦੀ। ਪਤਾ ਨਹੀਂ ਖਰੇ ਦਵਾਈ ਜਿਹੜੀ ਦੇਣੀ ਸੀ ਦਿੱਤੀ ਸੀ ਕਿ ਨਹੀਂ ਦਿੱਤੀ ਸੀ, ਕਿ ਭਾਈ ਬੇਬੇ ਦੇ ਸੰਦੂਕ ਨੂੰ ਹੱਥ ਪਾਈਏ ਛੇਤੀ। ਹਾਂ ਅੱਛਾ ਇੱਕ ਗੱਲ ਇਹ ਵੈਸੇ ਉਦਾਹਰਨ ਵਧੀਆ ਆਪਾਂ ਲੌਂਗ ਰਨ 'ਚ ਚਲਾਵਾਂਗੇ ਮਿਸਟਰ ਪਰਮਜੀਤ ਭੱਟ। ਦੇਖੋ ਜੇ ਮੰਨ ਲਓ ਬੇਬੇ ਜਦੋਂ ਜਿਉਂਦੀ ਜਾਗਦੀ ਹੁੰਦੀ ਹੈ ਨਾ ਥੋੜ੍ਹਾ ਬਹੁਤ, ਉਦੋਂ ਜੇ ਕਿਸੇ ਪੁੱਤ ਨੇ ਆ ਕੇ ਪੁੱਛ ਲਿਆ ਵੀ ਬੇਬੇ ਨੂੰ ਚਾਹ ਪਾਣੀ ਪਿਆ ਹੀ ਲੈ, ਹੁਣੇ ਮੈਂ ਖੀਰ ਬਣਾ ਕੇ ਦੇ ਕੇ ਆਈ, ਬੇਬਿਆਂ ਦੀ ਬੜੀ ਸਵਾਦ ਆ। ਹੁਣ ਤੈਨੂੰ ਪਤਾ ਵੀ ਡਾਕਟਰ ਨੇ ਮਿੱਠਾ ਮਨਾ ਕੀਤਾ, ਮੈਂ ਥੋੜ੍ਹਾ ਜਿਹਾ ਪਾਤਾ ਸੀ, ਬੇਬੀ ਮਸ਼ਕੀਨ ਆ ਮਿੱਠੇ ਦੀ ਹੈ ਨਾ, ਜੀ ਕਰਦਾ ਨਿਆਣੇ ਵਰਗਾ ਜੀ ਹੋ ਜਾਂਦਾ ਬਜ਼ੁਰਗ ਬੰਦੇ ਦਾ। ਪੁੱਤ ਖੁਸ਼ ਵੀ ਲੈ ਵੀ ਯਾਰ ਬੇਬੀ ਦੀ ਇੰਨੀ ਸੇਵਾ, ਉਹ ਥੋੜ੍ਹਾ ਪੁੱਛਣਾ ਬੇਬੇ ਨੂੰ ਕੀਤੀ ਸੇਵਾ ਕਿ ਨਹੀਂ ਕੀਤੀ। ਨਹੀਂ ਬੇਬੇ ਨੂੰ ਪੁੱਛਣਾ, ਬੇਬੇ ਵੀ ਤਾਂ ਉੱਥੇ ਬੈਠੀ ਹੁੰਦੀ ਹੈ, ਜਦੋਂ ਉਹਨੇ ਪੁੱਛਣਾ ਬੇਬੇ ਫਿਰ ਕਿੱਦਾਂ ਲੱਗੀ ਖੀਰ ਤਾਂ ਬੇਬੇ ਨੂੰ ਮਿਲੀ ਨਹੀਂ ਹੁੰਦੀ, ਤੇ ਬੇਬੇ ਨੇ ਪਹਿਲਾਂ ਦੱਸਣ ਲੱਗੀ ਖੀਰ ਨਹੀਂ ਮਿਲੀ, ਜਦੋਂ ਨੌ ਨੇ ਆ ਦੇਖਣਾ ਉਧਰ ਬਸ ਬੋਲ ਤਾਂ ਹਾਂ ਪੁੱਤ ਖੀਰ ਬਹੁਤ ਹੀ ਸਵਾਦ ਸੀ, ਕੜਛੀ ਦੂਜੀ ਵਾਰੀ ਵੀ ਦੇ ਗਈ ਸੀ ਮੈਨੂੰ ਜਦੋਂ ਹੋਰ ਸਵਾਦ ਲੱਗੀ। ਸਾਰੀਆਂ ਨੌਹਾਂ ਇਦਾਂ ਨਹੀਂ ਹੁੰਦੀਆਂ ਸੰਧਾਲੀਆ ਸਾਹਿਬ, ਆਪਾਂ ਕੋਈ ਗੁੱਸਾ ਨਾ ਕਰ ਜਾ, ਅਸੀਂ ਤਾਂ ਸਿਰਫ ਭਾਰਤ ਦੀ ਹਾਲਤ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਮੈਂ ਐਗਜ਼ਾਮਪਲ ਦੇ ਦਿਆਂ ਉਦਾਹਰਨ। ਮਤਲਬ ਇਹ ਤੁਸੀਂ ਹੁਣ ਪੈਰ ਬਚਾ ਗਏ ਆ? ਨਹੀਂ ਪੈਰ ਨਹੀਂ ਬਚਾ ਗਏ, ਤੁਹਾਨੂੰ ਅਚਾਨਕ ਜਿਹੜੀ ਨੌ ਬੇਬੇ ਨਜ਼ਰ ਆਈ ਉਹ ਤੁਹਾਨੂੰ ਵੀ ਨਜ਼ਰ ਆਈ। ਮੈਂ ਤੁਹਾਡੇ ਬਚਾਏ ਆ। ਨਹੀਂ ਮੇਰਾ ਤਾਂ ਮੈਨੂੰ ਪਤਾ ਨਾ ਤੁਹਾਡੇ ਹਾਲਾਤ ਕੀ ਹੁੰਦੇ, ਇਕੱਠੇ ਰਹੀਦਾ ਭਰਾ। ਮੈਂ ਤੇ ਖੁੱਲ ਕੇ ਬੋਲਣਿਆ। ਮੈਂ ਇੱਕ ਗੱਲ ਤੁਹਾਨੂੰ ਅੱਜ ਸਾਰਿਆਂ ਦੇ ਸਾਹਮਣੇ ਦੱਸ ਦਿਆਂ, ਇੱਥੇ ਕੰਧਾਂ ਹੈਗੀਆਂ ਲੱਕੜ ਦੀਆਂ, ਭਰਾ ਜਦੋਂ ਮਿਹਨਤ ਤਰਲਾ ਕਰਨਾ ਉਰੇ ਪਰੇ ਜਾ ਕੇ ਕਰਨਾ, ਮੈਨੂੰ ਸਾਰਾ ਸੁਣਦਾ ਹੁੰਦਾ ਨਾਲ ਦੇ ਕਮਰੇ 'ਚ। ਅੱਛਾ ਚਲੋ ਅੱਛਾ ਵੱਡੀ ਗੱਲ ਇਹ ਆ ਵੀ ਭਰਾ ਲਾ ਕੇ ਜਾਗਦਾ ਕਿਉਂ ਇਹ ਵਾਲੀ ਤਾਂ ਸਾਨੂੰ ਤਾਂ ਆਦਤ ਹੈ ਕੰਧਾਂ ਨਾ ਸੁਣਨ ਦੀ। ਚਲੋ ਸੰਧਾਲੀਆ ਸਭ ਗੱਲ ਪਤਾ ਕੀ ਆ, ਮੈਂ ਸੋਚਦਾ ਸੀ ਕਿ ਜਦੋਂ ਪੰਜਾਬ ਦੇ ਵਿੱਚੋਂ ਨਜਾਇਜ਼ ਮਾਈਨਿੰਗ ਦੀਆਂ ਗੱਲਾਂ ਚੱਲਦੀਆਂ ਸੀ ਨਾ ਕਿ ਆਹ ਖੱਡ ਹੈ, ਇਹਦੇ ਵਿੱਚ ਰੇਤਾ ਦੀ ਪੰਜਾਬ ਦੇ ਲੋਕਾਂ ਨੂੰ ਲੋੜ ਹੈ, ਕਿਸੇ ਨੇ ਕੋਠਾ ਛੱਤਣਾ ਕੋਈ ਹੋਰ ਕੰਮ ਕਰਨਾ, ਤੇ ਉਹ ਰੇਤਾ ਜੇ ਉਸ ਖੱਡ ਦੇ ਵਿੱਚੋਂ ਨਿਕਲ ਕੇ ਲੋਕਾਂ ਤੱਕ ਸਰਕਾਰੀ ਰੂਪ ਦੇ ਵਿੱਚ ਪਹੁੰਚੇ ਤਾਂ ਲੋਕਾਂ ਨੂੰ ਸਸਤੀ ਮਿਲੇ,
ਸਰਕਾਰ ਨੂੰ ਪੈਸੇ ਮਿਲਣ, ਸਾਰਾ ਕੰਮ ਠੀਕ ਹੈ, ਦੋਨੇ ਧਿਰਾਂ ਖੁਸ਼। ਪਰ ਉਹ ਰੇਤਾ ਲੋਕਾਂ ਨੂੰ ਮਿਲਦੀ ਆ, ਪਰ ਨਾ ਤਾਂ ਉਹਦੇ ਪੂਰੇ ਸਰਕਾਰ ਨੂੰ ਪੈਸੇ ਮਿਲਦੇ ਆ ਤੇ ਨਾ ਲੋਕਾਂ ਨੂੰ ਸਸਤੀ ਮਿਲਦੀ ਹੈ। ਉਹ ਪੈਸੇ ਕਿਸੇ ਹੋਰ ਪਾਸੇ ਜਾਈ ਜਾਂਦੇ, ਉਹਨੂੰ ਆਪਾਂ ਨਜਾਇਜ਼ ਮਾਈਨਿੰਗ ਦਾ ਨਾਂ ਦਿੰਦੇ ਆ। ਦੂਸਰਾ ਨਾਲ ਇਹ ਹੋਈ ਜਾਂਦਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਇਹ ਨਹੀਂ ਹੈ ਰੇਤਾ ਸਾਰੀ ਕੱਢ ਲਓ, ਥੱਲੇ ਤੱਕ ਟੋਏ ਪੱਟ ਲਓ। ਆਪਾਂ ਸਤਲੁਜ ਦੇ ਵਿੱਚ ਹੜ੍ਹ ਆਏ ਦੇਖੇ ਸੀਗੇ, ਉਹਨਾਂ ਨੇ ਵਾਤਾਵਰਣ ਦੇ ਜਿਹੜੇ ਮਾਹਿਰ ਨੇ ਉਹਨਾਂ ਨੇ ਇੱਕ ਹਿਸਾਬ ਬਣਾਇਆ ਕਿ 3 ਫੁੱਟ ਪੱਟਣੀ ਆ, ਇੱਦਾਂ ਕਰਨੀ ਆ, ਆਹ ਸਾਰਾ ਕੁਛ। ਇੱਕ ਤਾਂ ਉਹਦੀ ਉਲੰਘਣਾ ਹੁੰਦੀ ਆ, ਵਾਤਾਵਰਣ ਵੀ ਖਰਾਬ, ਜਾਣੀ ਸੁਦੇ ਨੁਕਸਾਨ। ਪਰ ਅਸੀਂ ਨਜਾਇਜ਼ ਮਾਈਨਿੰਗ ਕਰਨੋਂ ਹਟੇ ਨਹੀਂ। ਅਸੀਂ ਬੇਬੇ ਦੇ ਸੰਦੂਕ ਦੇ ਵਿੱਚੋਂ ਰੁਮਾਲ ਦੇ ਵਿੱਚ ਬੰਨ੍ਹ ਕੇ ਜੋ ਕੁਛ ਰੱਖਿਆ ਉਹ ਧੱਕੇ ਨਾਲ ਕੱਢਣੋਂ ਨਹੀਂ ਹਟੇ। ਐਂ ਲੱਗਦਾ ਸੀ ਕਿ ਪੰਜਾਬ ਵਾਲੇ ਇਦਾਂ ਕਿਉਂ ਕਰਦੇ ਆ, ਪੰਜਾਬ ਵਾਲਿਆਂ ਨੂੰ ਅਸੀਂ ਹੀ ਰਹਿ ਗਏ ਇਕੱਲੇ, ਪਰ ਨਹੀਂ। ਹੁਣ ਜਿਹੜੀ ਹਾਲਤ ਬਿਹਾਰ ਦੇ ਵਿੱਚੋਂ ਪਤਾ ਲੱਗੀ ਆ, ਉੱਥੇ ਤਾਂ ਕਮਾਲਾਂ ਹੀ ਹੋ ਗਈਆਂ। ਉਹ ਸਾਡੇ ਨਾਲੋਂ ਵੀ 2 ਕਦਮ ਅੱਗੇ। ਉਹਨਾਂ ਨੂੰ ਐਂ ਲੱਗਦਾ ਹੋਣਾ ਕਿ ਲੈ ਸਾਡੀ ਬਿਹਾਰ ਵਾਲਿਆਂ ਦੀ, ਸਾਡੇ ਲੀਡਰਾਂ ਦੀ, ਬਿਹਾਰ ਵਾਲਿਆਂ ਦੀ ਤਾਂ ਬੱਲੇ ਬੱਲੇ ਸੀ, ਆ ਪੰਜਾਬ ਵਾਲੇ ਸਾਡੇ ਤੋਂ 1 ਨੰਬਰ ਅੱਗੇ ਕਿੱਦਾਂ ਚਲੇ ਗਏ। ਉਹਨਾਂ ਨੇ ਐਤਕੀ ਕੰਮ ਕਰਤਾ, ਉੱਥੇ ਲੱਗਾ ਲੋਕਡਾਊਨ। ਤੇ ਲੋਕਡਾਊਨ ਦੇ ਵਿੱਚ ਇੱਕ ਮੀਡੀਆ ਅਦਾਰੇ ਨੇ ਵੀਡੀਓਜ਼ ਇਦਾਂ ਦੀਆਂ ਪੇਸ਼ ਕਰ ਦਿੱਤੀਆਂ ਕਿ ਬੱਲੇ ਬੱਲੇ ਹੋ ਗਈ। ਉਹਨਾਂ ਨੇ ਪਟਨਾ, ਸਾਰਨ ਤੇ ਇੱਕ ਹੋਰ 3 ਜ਼ਿਲ੍ਹੇ ਨੇ ਟੋਟਲ, ਉਹਨਾਂ 3 ਜ਼ਿਲ੍ਹਿਆਂ ਦੀਆਂ ਵੀਡੀਓ ਪ੍ਰਸ਼ਾਸਨ ਦੇ ਸਾਹਮਣੇ ਲਿਜਾ ਕੇ ਰੱਖ ਦਿੱਤੀਆਂ ਕਿ ਲੋਕਡਾਊਨ ਦੇ ਵਿੱਚ ਜਦੋਂ ਲੋਕਾਂ ਨੂੰ ਮੂੰਗੀ ਦੀ ਦਾਲ ਖਰੀਦਣ ਤੋਂ ਵੀ ਰੋਕਿਆ, ਲੋਕਡਾਊਨ ਦੇ ਵਿੱਚ ਜੇ ਕੋਈ ਬੰਦਾ ਬਿਮਾਰ ਠਮਾਰ ਵੀ ਆ ਤੇ ਸਰਕਾਰ ਤੋਂ ਪਾਸ ਬਣਾ ਕੇ ਘਰੋਂ ਬਾਹਰ ਆ ਸਕਦਾ। ਆ ਕਹਿੰਦੇ ਦੇਖੋ ਕਿ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਰੇਤਾ ਕੱਢੀ ਜਾ ਰਹੀ ਹੈ, ਵੱਡੇ ਵੱਡੇ ਟਿੱਪਰਾਂ ਦੇ ਵਿੱਚ ਲੱਦੀ ਜਾ ਰਹੀ ਹੈ। ਇਹ ਨਹੀਂ ਕਿ ਉਹ ਸੜਕਾਂ ਦੇ ਉੱਤੋਂ ਦੀ ਜਾ ਰਹੀ ਹੈ, ਸੜਕਾਂ ਦੇ ਉੱਤੇ ਜਾ ਰਹੀ ਹੈ, ਪਰ ਮੂਹਰੇ ਪਾਇਲਟ ਗੱਡੀਆਂ ਲੱਗੀਆਂ ਹੈ ਕਿ ਭਾਈ ਇਹਨੂੰ ਰਾਹ ਦੇ ਵਿੱਚ ਕੋਈ ਰੋਕੇ ਨਾ, ਸਿੱਧੀ ਛੂੰ ਕਰਕੇ ਜਾਵੇ। ਤੇ ਮੰਨਿਆ ਇਹ ਜਾ ਰਿਹਾ ਕਿ 300 ਕਰੋੜ ਦਾ ਨਜਾਇਜ਼ ਰੇਤਾ ਦਾ ਕਾਰੋਬਾਰ ਇਸ ਵੇਲੇ ਬਿਹਾਰ ਦੇ ਸਿਰਫ 3 ਜ਼ਿਲ੍ਹਿਆਂ 'ਚ ਹੋ ਰਿਹਾ, ਤੇ ਜਿਨ੍ਹਾਂ ਦੇ ਵਿੱਚੋਂ ਇੱਕ ਪਟਨਾ ਵਰਗਾ ਜ਼ਿਲ੍ਹਾ ਵੀ ਹੈ ਜਿੱਥੇ ਸਾਰੀ ਅਫਸਰਸ਼ਾਹੀ, ਸਾਰੇ ਮੰਤਰੀ ਤੇ ਸਾਰੇ MLA ਰਹਿੰਦੇ ਜ਼ਰੂਰ ਹੈ। ਹੁਣ ਜੇ ਇੱਧਰਲੇ ਪਾਸੇ ਪੰਜਾਬ 'ਚ ਵੀ ਉਹੀ ਕੰਮ, ਉਧਰਲੇ ਪਾਸੇ ਬਿਹਾਰ 'ਚ ਵੀ ਉਹੀ ਕੰਮ, ਇੱਧਰਲੇ ਪਾਸੇ ਵੀ ਸਰਕਾਰ ਨੂੰ ਤੇ ਲੋਕਾਂ ਨੂੰ ਚਰੁੰਡੀ ਜਾਂਦੇ ਆ, ਉਧਰ ਬਿਹਾਰ ਦੇ ਵਿੱਚ ਵੀ ਸਰਕਾਰ ਨੂੰ ਤੇ ਲੋਕਾਂ ਨੂੰ ਚਰੁੰਡੀ ਜਾਂਦੇ ਆ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਬੇਬੇ ਮੰਜੀ ਤੇ ਪਈ ਆ, ਉਹ ਕਹਿੰਦੀ ਆ ਪਾਣੀ ਦਾ ਘੁੱਟ ਮੇਰੇ ਮੂੰਹ ਦੇ ਵਿੱਚ ਪਾ ਦਿਓ, ਤੇ ਬੀਬੀਆਂ ਕੋਈ ਉਹਦੇ ਕੰਨਾਂ ਨੂੰ ਪਈਆਂ, ਕੋਈ ਸੰਦੂਕ ਨੂੰ ਪਈਆਂ, ਤੇ ਕੋਈ ਖੀਸੇ 'ਚ ਹੱਥ ਪਾ ਕੇ ਬੈਠੀਆਂ। ਦੇਖੋ ਗੱਲ ਇਹ WhatsApp ਇਹ ਜਿਹੜੀ ਚੀਜ਼ ਹੈ ਨਾ, ਇਹ ਕੋਈ ਨਵੀਂ ਨਹੀਂ। ਪੂਰੇ ਭਾਰਤ ਦੇਸ਼ ਮਹਾਨ ਦੇ ਜਿੰਨੇ ਵੀ ਸਟੇਟ ਆ, ਹਰੇਕ ਸਟੇਟ 'ਚ ਇਹੋ ਕੁਝ ਹੁੰਦਾ। ਇਹਦੇ ਪਿੱਛੇ ਕਾਰਨ ਪਤਾ ਕੀ ਆ? ਦੇਖੋ ਇਹ ਕਾਰੋਬਾਰ ਬਹੁਤ ਵਧੀਆ ਸੌਖਾ। ਹੁਣ ਜੇ ਤੁਸੀਂ ਵੈਸੇ ਖੋਲ੍ਹਣਾ ਕਿਤੇ ਵੀ ਤੁਸੀਂ ਕੋਈ ਫੈਕਟਰੀ ਲਾਓ, ਕਿਤੇ ਮਸ਼ੀਨਾਂ ਲਿਆਓ, ਉੱਥੋਂ ਜਗ੍ਹਾ ਲਾਓ, ਕੋਈ ਸ਼ੈੱਡ ਬਣਾਓ, ਹੈ ਨਾ, ਫਿਰ ਬੰਦੇ ਰੱਖੋ, ਸਾਰੇ ਕੁਝ ਜੀ। ਜਿਹੜਾ ਰੇਤਾ ਬਜਰੀ ਵਾਲਾ ਕੰਮ ਇਹ ਬੜਾ ਸੌਖਾ। ਦੇਖੋ ਜੇ ਮਤਲਬ ਤੁਹਾਡੀ ਪਹੁੰਚ ਹੋਵੇ ਤੁਸੀਂ ਕਰ ਸਕਦੇ। ਮੈਂ ਤੁਹਾਨੂੰ ਤਰੀਕਾ ਦੱਸ ਦੇਣਾ। ਕਰਨਾ ਕੁਛ ਨਹੀਂ, ਬਸ ਤੁਸੀਂ ਟਿੱਪਰ ਲੈਣਾ, ਉਹ ਵੀ ਕਿਸ਼ਤਾਂ ਤੇ। ਹੁਣ ਟਿੱਪਰ ਕਿਸ਼ਤਾਂ ਤੇ ਮਤਲਬ ਪੈਸੇ ਕਿਹਨੇ ਦੇਣੇ? ਬੈਂਕ ਨੇ, ਉਹ ਵੀ ਸਿੱਧੇ ਏਜੰਸੀ ਵਾਲੇ ਦੇ ਦੇਣੇ। ਡਰਾਈਵਰ ਆਪਣੇ ਭਾਈ ਲੱਭ ਜਾਂਦੇ ਆ। ਹੁਣ ਜਿਹੜੀ ਡਰਾਈਵਰ ਦੀ ਤਨਖਾਹ ਉਹ ਵੀ ਵਿੱਚੋਂ ਨਿਕਲਣੀ ਹੈ। ਜਾਣਾਂਗੇ ਵੀ ਟਿੱਪਰ ਨੇ ਇੱਕ ਜਗ੍ਹਾ ਤੋਂ ਤੁਰਨਾ, ਖੱਡ ਦੇ ਕੋਲ ਪਹੁੰਚਣਾ, ਵੱਡੀਆਂ ਮਸ਼ੀਨਾਂ ਐਕਸਕਾਵੇਟਰ ਜਾਂ JCB ਨਾਲ ਉਹ ਚੁੱਕ ਕੇ ਭਰਨਾ, ਤੇ ਉਦੋਂ ਬਾਅਦ ਟਿੱਪਰ ਨੇ ਲਿਆਣ ਕੇ ਰੇਤ ਢੇਰੀ ਕਰ ਦੇਣੀ। ਹੁਣ ਉਹ ਜਿਹੜੀ ਰੇਤ ਆ ਉੱਥੋਂ ਚੁੱਕ ਕੇ ਦੂਜੀ ਥਾਂ ਲਿਆ ਕੇ ਢੇਰੀ ਕਰਨ ਦੇ ਵਿੱਚ ਹੀ ਪੈਸੇ। ਹੁਣ ਇਹਦੇ 'ਚ ਦੇਖੋ ਨਾ ਕੋਈ ਫੈਕਟਰੀ ਲਾਈ, ਨਾ ਕੋਈ ਜਗ੍ਹਾ ਲਈ, ਨਾ ਕੋਈ ਲਾਇਸੈਂਸ ਲਿਆ, ਨਾ ਕੋਈ ਰੌਲਾ, ਨਾ, ਹੈ ਨਾ। ਇਸ ਕਰਕੇ ਜਿਹੜਾ ਕਾਰੋਬਾਰ ਇਹ ਬਹੁਤ ਵਧੀਆ। ਪਰ ਇੱਕ ਗੱਲ ਹੈ, ਜੇ ਆਪਾਂ ਪੰਜਾਬ ਦੇ ਹਿਸਾਬ ਨਾਲ ਗੱਲ ਕਰੀਏ, ਮੈਨੂੰ ਲੱਗਦਾ ਨਹੀਂ ਵੀ ਇਹ ਬਹੁਤੇ ਸਾਲ ਚੱਲਣਾ। ਕਿਉਂਕਿ ਦੇਖੋ ਕੋਈ ਵੀ ਚੀਜ਼ ਆ, ਕੋਈ ਵੀ ਕੰਮ ਹੈ, ਉਹ ਡਿਮਾਂਡ ਦੇ ਹਿਸਾਬ ਨਾਲ ਹੀ ਹੁੰਦਾ ਨਾ। ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਸੀਗੀ ਡਿਮਾਂਡ, ਉਦੋਂ ਆਪਾਂ ਆਮ ਦੇਖਿਆ ਵੀ ਪੰਜਾਬ ਦੇ ਪਿੰਡਾਂ ਦਾ ਜਿਹੜਾ ਹਿਸਾਬ ਹੁੰਦਾ ਉਹ ਵੱਖਰੀ ਤਰ੍ਹਾਂ ਦਾ ਹੁੰਦਾ ਸੀ। ਆਮ ਆਪਣੇ ਸਿੱਧੇ ਸਾਦੇ ਜੇ ਘਰ ਹੁੰਦੇ ਸੀ। ਫਿਰ ਹੌਲੀ ਹੌਲੀ ਪੰਜਾਬੀਆਂ ਨੂੰ ਕੋਠੀਆਂ ਦਾ ਚਸਕਾ ਲੱਗ ਗਿਆ। ਆਪਣੇ ਇੱਧਰੋਂ NRI ਭਰਾਵਾਂ ਨੇ ਬਹੁਤ ਉੱਧਰ ਜਾ ਕੇ ਆਖਿਆ ਵੀ ਨਹੀਂ ਹੁਣ ਮੈਂ 3 ਮੰਜ਼ਲੀ ਨਹੀਂ, ਹੁਣ ਮੈਂ 4 ਮੰਜ਼ਲੀ। ਪਰ ਉਹ ਗੱਲ ਵੱਖਰੀ ਹੈ ਵੀ ਹੁਣ ਉਹ ਉਲਟਾ ਟ੍ਰੈਂਡ ਸ਼ੁਰੂ ਹੋ ਗਿਆ। ਅਗਲਾ ਕਹਿੰਦਾ ਵੀ ਨਾ ਰੁਪਈਆ ਵੀਰ ਪੰਜਾਬ ਨਹੀਂ ਲਾਉਣਾ, ਇੱਥੇ ਭਾਵੇਂ ਜਿੱਥੇ ਮਰਜ਼ੀ ਲਾ ਦਈਏ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਇੱਧਰੋਂ ਪੈਸਾ ਜਾਣਾ ਸੀ ਉਹ ਵੀ ਰੁਕ ਗਿਆ। ਜਿਹੜੇ ਆਪਣੇ ਧੀਆਂ ਪੁੱਤ ਨਵੇਂ ਆਏ ਬਾਹਰ ਗਏ, ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਕੋਠੀਆਂ ਕਾਠੀਆਂ ਆਪਣੀਆਂ ਪਾ ਲਈਆਂ, ਕੰਮ ਉੱਧਰੋਂ ਸੈੱਟ ਹੋ ਗਿਆ। ਹੁਣ ਜਦੋਂ ਕੋਠੀ ਪੈ ਗਈ, ਉੱਧਰਲੇ ਪਾਸੇ ਸਾਰਾ ਕੁਝ ਹੋ ਗਿਆ, ਇਹਦਾ ਮਤਲਬ ਇਹ ਹੋ ਗਿਆ ਕਿ ਹੌਲੀ ਹੌਲੀ ਜਿਹੜੀ ਡਿਮਾਂਡ ਹੈ ਉਹ ਘਟਣ ਲੱਗ ਪਈ। ਕਿਉਂਕਿ ਇਹ ਤਾਂ ਹੈ ਨਹੀਂ ਵੀ ਰੇਤ ਅੱਜ ਸਟਾਈ ਆਪਾਂ ਇੱਕ ਵਾਰ ਕੋਠੀ ਪਾ ਲਈ ਹੈ ਅਤੇ 6 ਮਹੀਨੇ ਨੂੰ ਫਿਰ ਕੋਠੀ ਪਾਉਣੀ। ਉਹ ਤਾਂ ਇੱਕ ਵਾਰ ਪੈ ਗਈ ਤੇ ਪੈ ਗਈ ਜੀ। ਹੁਣ ਜਦੋਂ ਹੌਲੀ ਹੌਲੀ ਉਹਦੀ ਡਿਮਾਂਡ ਘਟਣ ਲੱਗ ਪਈ, ਇੱਧਰੋਂ ਇੱਕ ਕੰਮ ਵਧਣ ਲੱਗ ਪਿਆ, ਰੇਤ ਖਾ ਗਏ, ਵਜਰੀ ਖਾ ਗਏ, ਫਿਰ ਹੌਲੀ ਜਿਹੀ ਉਹਨਾਂ ਨੇ ਬਹਿ ਕੇ ਸਲਾਹ ਕਰ ਲੈਣੀ ਉਹ ਵੀ ਯਾਰ ਹੁਣ ਤਾਂ ਫਾਇਦਾ ਤਾਂ ਨਹੀਂ ਕੋਈ ਵੀ, ਕਿਹੜਾ ਕੋਈ ਨਾ ਮੰਗਾ, ਫਿਰ ਅਸੀਂ ਰੋਕਾਂਗੇ। ਅਤੇ ਜਿੰਨੇ ਉਹ ਚੀਜ਼ ਰੋਕਤੀ, ਭਾਵੇਂ ਸਲਾਹ ਕਰਕੇ ਰੋਕ ਦੇਣ, ਅਗਲਾ ਹੀਰੋ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੈਨੂੰ ਉਲਟ ਲੱਗਦਾ। ਇਹ ਤਾਂ ਗੱਲ ਤੁਹਾਡੀ ਠੀਕ ਹੈ ਕਿ ਕੰਸਟਰਕਸ਼ਨ ਘੱਟ ਜੂ, ਡਿਮਾਂਡ ਹੀ ਘੱਟ ਜੂ, ਤਾਂ ਫਿਰ ਰੇਤਾ ਦੀ ਮੰਗ ਕਿੱਥੇ ਰਹਿਣੀ ਆ, ਕੰਮ ਹੀ ਕੋਈ ਨਹੀਂ ਰਹਿਣਾ। ਪਰ ਇਹ ਵੀ ਗੱਲ ਹੈ ਨਾ ਕਿ ਅੱਜ ਕੱਲ੍ਹ ਮਸਲਾ ਹੀ ਦੂਸਰਾ ਹੋ ਗਿਆ ਕਿ ਇੱਥੇ ਕਿਹੜਾ ਰੇਤਾ ਕਿ ਸੱਜਣ ਸੂਹ ਨੇ ਵੀ ਲੈ ਆਉਣੀ ਹੈ, ਤਾਂ ਰਾਮ ਰੱਖੇ ਨੇ ਵੀ ਲੈ ਆਉਣੀ ਹੈ, ਅਤੇ ਇਲਮਦੀਨ ਨੇ ਵੀ ਲੈ ਆਉਣੀ ਹੈ। ਰੇਤਾ ਲਿਆਉਣੀ ਆ ਕੁਝ ਖਾਸ ਬੰਦਿਆਂ ਨੇ। ਤੁਹਾਨੂੰ 100 ਟਰਾਲੀ ਚਾਹੀਦੀ ਆ ਤਾਂ ਵੀ 6000 ਨੂੰ ਟਰਾਲੀ ਮਿਲੂ।
ਤੁਹਾਨੂੰ 5 ਚਾਹੀਦੀਆਂ ਤਾਂ ਵੀ 6000 ਨੂੰ ਮਿਲੂ, ਅਸੀਂ 600 ਦੀ ਨਹੀਂ ਕਰਨੀ। ਅਸੀਂ ਉੱਥੋਂ ਘੱਟ ਲਿਆਈਏ ਵੱਧ ਲਿਆਈਏ, ਸਾਡਾ ਭਾਅ ਨਹੀਂ ਥੱਲੇ ਆਊਗਾ। ਇਹ ਗੱਲ ਪੱਕੀ ਆ। ਜਿੱਦਾਂ ਕਿਸਾਨ ਜਾ ਕੇ ਆਲੂ ਲੈ ਜਾਊਗਾ, ਆਲੂ 2 ਰੁਪਏ ਤੋਂ ਉੱਪਰ ਨਹੀਂ ਵਿਕੂਗਾ। ਡਿਮਾਂਡ ਬਹੁਤੀ ਹੋਵੇ, ਥੱਲੇ ਹੋਵੇ, ਆਲੂ ਉਨੇ ਦਾ ਵਿਕੂ। ਇਦਾਂ ਹੀ ਤੁਸੀਂ ਰੇਤਾ ਘੱਟ ਲੈਣੀ ਆ ਘੱਟ ਲਓ, ਵੱਧ ਲੈਣੀ ਆ ਵੱਧ ਲਓ, ਭਾਅ ਥੱਲੇ ਨਹੀਂ ਜਾਣਾ ਚਾਹੀਦਾ। ਕਿਉਂਕਿ ਊਂ ਹੀ ਲੜਦੇ ਨੇ ਲੋਕ, ਲੀਡਰ ਹੋਏ, ਲੀਡਰਾਂ ਦੇ ਅੱਗੇ ਪਿੱਛੇ ਵਾਲੇ ਬੰਦੇ ਹੋਏ, ਸਾਡੇ ਸਾਹਮਣੇ ਲੜਦੇ ਆ, ਪ੍ਰੈਸ ਕਾਨਫਰੰਸਾਂ ਦੇ ਵਿੱਚ ਹੀ ਇੱਕ ਦੂਸਰੇ ਤੇ ਦੋਸ਼ ਲਾਉਂਦੇ ਆ। ਊਂ ਕਦੀ ਭਾਅ ਡਿੱਗਣ ਦਿੱਤਾ? ਊਂ ਕਦੀ ਇਦਾਂ ਹੋਇਆ ਕਿ ਭਾਈ ਇੱਕ ਪ੍ਰਾਈਵੇਟ ਬੱਸ ਵਾਲੇ ਨੇ ਕਿਹਾ ਹੋਵੇ ਕਿ ਭਾਈ ਦੂਜੇ ਦੀਆਂ ਬੱਸਾਂ ਬੰਦ ਕਰਾ ਦਿਓ? ਇੱਕ ਬੰਦਿਆਂ ਦੀ ਸਰਕਾਰ ਹੋਵੇ, ਦੂਜੇ ਦੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ? ਚਲਾਉਣੀਆਂ ਪੈਂਦੀਆਂ, ਫਿਰ ਮੁੜ ਕੇ ਅਗਲੀ ਵਾਰ ਆਪਣੀਆਂ ਵੀ ਚਲਾਉਣੀਆਂ ਹੁੰਦੀਆਂ। ਕੀ ਕਰਦੇ ਹੋ WhatsApp? ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਬੇਬੇ ਜਿਹੜੀ ਆ, ਬੇਬੇ ਜਾਣੀ ਭਾਰਤ ਰੂਪੀ, ਹੁਣ ਉਸ ਬੇਬੇ ਨੂੰ ਜਦੋਂ ਤਾਂ ਬੇਬੇ ਮੰਜੇ ਤੇ ਪਈ ਹੈ, ਉਹਦੇ ਤੋਂ ਬਾਅਦ ਚੱਕ ਕੇ ਜਦੋਂ ਸ਼ਮਸ਼ਾਨ ਘਾਟ ਤੱਕ ਲਿਜਾਣਾ ਹੈ, ਇਦਾਂ ਲੱਗਦਾ ਕਿ ਭਾਈ ਚੱਕ ਕੇ ਨਹੀਂ ਲਿਜਾਣ ਲੱਗੇ, ਘੜੀਸ ਕੇ ਲਿਜਾਣ ਲੱਗੇ, ਜਾਣੀ ਇਹਨਾਂ ਨੇ ਬੁਰੇ ਹਾਲ ਕਰ ਦਿੱਤੇ। ਹੁਣ ਉਹ ਜਿਹੜਾ ਬਿਹਾਰ ਹੈ, ਮੈਂ ਚੰਗੇ ਤਰੀਕੇ ਨੂੰ ਦੇਖਦਾ ਸੀ ਕਿ ਹੋਇਆ ਕੀ ਭਾਈ, ਇੱਕੋ ਦਮ ਕੀ ਹੋ ਗਿਆ, ਲੋਕਡਾਊਨ ਲੱਗ ਗਿਆ। ਫਿਰ ਪਤਾ ਲੱਗਾ ਬਰਾਡਸਨ ਨਾਂ ਦੀ ਇੱਕ ਕੰਪਨੀ ਹੈ ਜਿਹਨੂੰ ਠੇਕਾ ਦਿੱਤਾ ਕਿ ਭਾਈ ਤੁਸੀਂ ਉਹ ਇਹਦੇ ਵਿੱਚੋਂ ਰੇਤਾ ਕੱਢ ਕੇ ਇਸ ਨਿਯਮ ਦੇ ਤਹਿਤ ਸਪਲਾਈ ਕਰਨਾ, ਤੇ ਰੋਜ਼ ਦਾ 3 ਕਰੋੜ ਰੁਪਈਆ ਉਹ ਟੈਕਸ ਦਿੰਦੇ ਸੀ। 3 ਕਰੋੜ ਰੁਪਈਆ ਇਹ ਸਰਕਾਰ ਦੇ ਖਾਤੇ ਜਾਂਦਾ ਸੀ। ਸੁਸ਼ਾਸਨ ਬਾਬੂ ਨਿਤਿਸ਼ ਕੁਮਾਰ ਉੱਥੋਂ ਦੇ ਮੁੱਖ ਮੰਤਰੀ ਨੇ। ਉਹਨਾਂ ਨੇ ਦੇਖਿਆ ਕਿ ਭਾਈ ਅਸੀਂ ਰੇਤਾ ਕੱਢਣ ਜਾਂਦੇ ਆ, ਕਾਨੂੰਨ ਦੇ ਮੁਤਾਬਕ ਚੱਲਣਾ ਚਾਹੁੰਦੇ ਸੀ। ਜਿਹੜਾ ਬੰਦਾ ਉੱਥੇ ਜਾ ਕੇ ਰੇਤਾ ਕੱਢਣ ਜਾਂਦਾ, 4 ਬੰਦੇ ਲਾਠੀਆਂ ਲੈ ਕੇ ਆਉਂਦੇ, ਚੱਲ ਸੇਕ ਗਿੱਟੇ ਉਹਦੇ। ਜੇ ਟਿੱਪਰ ਲੈ ਕੇ ਅਗਲੇ ਪਾਸੇ ਨੂੰ ਤੁਰਦੇ ਆ ਤਾਂ ਟਿੱਪਰ ਵਾਲੇ ਡਰਾਈਵਰ ਦੇ 4 ਕੰਨਾਂ ਤੇ ਮਾत्र ਟਿੱਪਰ ਆਪ ਲੈ ਜਾ। ਉਹਨਾਂ ਨੇ 1 ਵਾਰੀ ਸ਼ਿਕਾਇਤ ਲਿਖਾਈ, 2 ਵਾਰੀ ਲਿਖਾਈ, ਸੈਂਕੜੇ ਵਾਰੀ ਕੰਪਲੇਂਟ ਕੀਤੀ। ਤੇ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਇਹਨਾਂ ਨੇ ਸਾਨੂੰ ਰੇਤਾ ਨਹੀਂ ਕੱਢਣ ਦੇਣੀ ਹੈ, ਤਾਂ ਵੱਡਿਆਂ ਦੇ ਵੱਡੇ ਬੰਦੇ ਨੇ ਉਹ ਐਸੇ ਹੀ 1 ਮਈ ਨੂੰ ਉਹਨਾਂ ਨੇ ਕਾਗਜ਼ ਉੱਥੇ ਰੱਖੇ, ਹੱਥ ਜੋੜ ਕਹਿੰਦੇ ਜੀ ਅਸੀਂ ਚੱਲੇ ਹਾਂ। ਹੁਣ ਸਾਰਾ ਬਿਹਾਰ ਬੰਦ ਹੈ, ਰੇਤ ਦਾ ਨਜਾਇਜ਼ ਕਾਰੋਬਾਰ ਚੱਲਦਾ ਤੇ ਬੇਬੇ ਘੜੀਸੀ ਜਾ ਰਹੀ ਹੈ। ਨਹੀਂ ਕੁਝ ਵੀ ਹੈ WhatsApp, ਇਹ ਤਾਂ ਉਹ ਕੰਪਨੀ ਵਾਲਿਆਂ ਨੂੰ ਸੋਚਣਾ ਚਾਹੀਦਾ। ਮੈਨੂੰ ਲੱਗਦਾ ਵੀ ਉਹ ਬੰਦੇ ਕਿਤੇ ਬਾਹਰੋਂ ਬੂਰੋਂ ਆਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਯਾਰ ਅੱਛਾ, ਉਹ ਕਿਸੇ ਨੇ ਜਿੱਦਾਂ ਮੈਂ ਇੱਥੇ ਸਲਾਹ ਦਿੱਤੀ ਵੀ ਕੰਮ ਬੜਾ ਵਧੀਆ, ਟਿੱਪਰ ਲੈਣਾ ਉੱਥੋਂ ਚੁੱਕਣੀ ਹੈ ਤੇ ਇੱਥੇ ਢੇਰੀ ਕਰ ਦੇਣੇ ਤੇ ਪੈਸੇ ਖਰੇ। ਪਰ ਇਹ ਨਹੀਂ ਸੀ ਪਤਾ ਨਾ, ਹਾਂ ਇਹ ਨਹੀਂ ਸੀ ਪਤਾ ਵੀ ਉਹ ਟਿੱਪਰ ਲੈਣਾ ਕਿੰਨੇ ਆ, ਚੁੱਕਣੀ ਕਿੰਨੇ ਆ ਤੇ ਢੇਰੀ ਕਿੰਨੇ ਕਰਨੀ। ਚਲੋ ਇਹ ਹੁਣ ਹੌਲੀ ਹੌਲੀ ਅਸੀਂ ਸਿਖਾ ਦਿਆਂਗੇ, ਏਡੀ ਨਹੀਂ ਟੈਨਸ਼ਨ ਲੈਣੀ। WhatsApp ਦੇਖੋ ਹੁਣ ਜੇ ਤੁਸੀਂ ਬਿਹਾਰ ਵਾਲੇ ਪਾਸੇ ਚੱਲ ਗਏ ਆ ਤੇ ਬਿਹਾਰ ਤੋਂ ਥੋੜਾ ਜਿਹਾ UP ਵਾਲੇ ਪਾਸੇ ਨੂੰ ਆਈਏ। ਹਾਂਜੀ, ਉੱਥੋਂ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਹੋਰੀ। ਹੁਣ ਸਮਝ ਨਹੀਂ ਆਈ ਵੀ ਬਾਕੀ ਸਾਰੇ ਮਸਲੇ ਜਿਹੜੇ ਆ ਉਹ ਨਿਬੜ ਗਏ ਆ ਦੇਸ਼ ਦੇ ਵਿੱਚੋਂ, ਉਹਨਾਂ ਦੇ ਆਪਣੇ ਸਟੇਟ UP ਚੋਂ ਵੀ ਸਾਰੇ ਮਸਲੇ ਨਿਬੜ ਗਏ। ਵਿਹਲੇ ਹੋਏ ਹੋਣਗੇ ਕਿਤੇ, ਟਾਈਮ ਲੱਗਾ ਵੀ ਯਾਰ ਕੀ ਕਰੀਏ। ਅਚਾਨਕ ਧਿਆਨ ਗਿਆ ਵੀ ਯਾਰ ਉਹ ਪੰਜਾਬ 'ਚ ਇੱਕ ਨਵਾਂ ਜ਼ਿਲ੍ਹਾ ਬਣਾਇਆ ਮਲੇਰਕੋਟਲਾ, ਉਹ ਵੀ ਟਵੀਟ ਕਰਨੇ। ਫਿਰ ਉਹਨਾਂ ਨੇ ਸਦਭਾਵਨਾ ਦਾ ਨਾਂ ਲਿਆ। ਨਹੀਂ ਟਵੀਟ ਕਰਦੇ ਆ ਕਿ ਟਵੀਟ ਕਰਾਉਂਦੇ ਆ? ਯਾਰ ਉਹਨਾਂ ਨੇ ਜੇ ਉਹਨਾਂ ਅਧਿਕਾਰਤ ਅਕਾਊਂਟ ਤੋਂ ਮੰਨਿਆ ਜਾਂਦਾ ਉਹਨੇ ਕੀਤਾ ਹੈ ਨਾ, ਭਾਵੇਂ ਲਿਖਾਇਆ ਹੀ ਹੋਏ ਮੇਰੇ ਅੱਗੇ ਕਿਸੇ ਨੂੰ ਵੀ ਆ ਕਾਕਾ ਲਿਖ ਬਈ ਫਟਾਫਟ ਟਾਈਪ ਕਰ। ਸਦਭਾਵਨਾ ਦੀ ਗੱਲ ਕੀਤੀ ਉਹਨਾਂ ਨੇ, ਹੈ ਨਾ, ਮਤਲਬ ਸੰਵਿਧਾਨ ਦੀ ਗੱਲ ਕੀਤੀ, ਹੈ ਨਾ, ਏਕੇ ਦੀ ਗੱਲ ਕੀਤੀ, ਧਰਮਾਂ ਦੇ ਆਪਸੀ ਪਿਆਰ ਦੀ ਗੱਲ ਕੀਤੀ। ਉਸ ਟਵੀਟ ਦੀਆਂ ਲਾਈਨਾਂ ਦੇ ਵਿੱਚੋਂ ਕੁਛ ਇਸ ਤਰ੍ਹਾਂ ਦੀ ਮਹਿਕ ਆਉਂਦੀ ਹੈ। ਫਿਰ ਨਾਲ ਹੀ ਦੋਸ਼ ਲਾਏ ਉਹਨਾਂ ਨੇ, ਉਹ ਕਹਿੰਦੇ ਵੀ ਦੇਖੋ ਪਾੜਨ ਵਾਲੀਆਂ ਗੱਲਾਂ ਕਰਦੀ ਹੈ ਪਾਰਟੀ, ਕਾਂਗਰਸ ਪਾਰਟੀ, ਇੱਦਾਂ ਨਹੀਂ ਕਰਨਾ ਚਾਹੀਦਾ। ਸੰਧਾਲੀਆ ਸਾਹਿਬ ਮੈਂ ਸੋਚਦਾ ਸੀ ਕਿ ਪਿਛਲੇ ਦਿਨਾਂ 'ਚ ਬਹੁਤ ਚਰਚਾ ਚੱਲੀ ਕਿ ਯੋਗੀ ਆਦਿੱਤਿਆਨਾਥ ਸਾਹਿਬ ਮੋਦੀ ਸਾਹਿਬ ਦੇ ਉੱਤਰਾਧਿਕਾਰੀ ਹੋ ਸਕਦੇ। ਬੜੀ ਚਰਚਾ ਚੱਲਦੀ ਸੀ ਕਿ ਯੋਗੀ ਆਦਿੱਤਿਆਨਾਥ ਜਿਹੜੇ ਸੂਬੇ ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਉਸ ਸੂਬੇ ਦੇ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਹੁੰਦੇ ਆ। ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਤੋਂ ਬਾਅਦ ਤੇ JP ਨੱਡਾ ਸਾਹਿਬ, 3 ਲੀਡਰਾਂ ਤੋਂ ਬਾਅਦ ਜੇ ਚੌਥੇ ਨੰਬਰ ਦੇ ਉੱਤੇ ਕਿਸੇ ਨੂੰ ਵੱਧ ਰੈਲੀਆਂ ਦੇ ਵਿੱਚ ਮੁੱਖ ਵਕਤਾ ਦੇ ਤੌਰ ਤੇ, ਜਿਹੜਾ ਮੇਨ ਸਪੀਕਰ ਦੇ ਤੌਰ ਦੇ ਉੱਤੇ ਭਾਜਪਾ ਲੈ ਕੇ ਜਾਂਦੀ, ਤਾਂ ਉਹ ਯੋਗੀ ਆਦਿੱਤਿਆਨਾਥ ਨੇ। ਉਹਨਾਂ ਨੇ ਹੁਣ ਤਾਂ ਸਾਬਿਤ ਵੀ ਕਰ ਦਿੱਤਾ। ਤੁਸੀਂ ਇਹ ਦੇਖੋ ਕਿ ਬਾਕੀ ਮੁੱਖ ਮੰਤਰੀਆਂ ਨੇ ਯੋਗੀ ਆਦਿੱਤਿਆਨਾਥ ਦੇ ਨਾਲ ਰਲਣਾ ਕਿੱਥੇ ਹੈ। ਆ ਸਾਡੇ ਪੰਜਾਬ ਦੇ ਵਿੱਚ ਮਲੇਰਕੋਟਲੇ ਨੂੰ 23ਵਾਂ ਜ਼ਿਲ੍ਹਾ ਬਣਾਇਆ, ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਉਹਨਾਂ ਬਣਾਤਾ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇਹਨਾਂ ਵੀ ਕਈ ਬਣਾਏ ਸੀ, ਹੁਣ ਇਹਨਾਂ ਬਣਾਤਾ। ਉਧਰ ਦੇਖੋ ਕਿ ਮਨੋਹਰ ਲਾਲ ਖੱਟਰ ਸਾਹਿਬ ਨੇ ਕਿੱਥੇ ਰੀਸ ਕਰ ਲੈਣੀ ਹੈ। ਉਹ ਸਾਡੇ ਗੁਆਂਢ ਦੇ ਵਿੱਚ ਬੈਠੇ, ਉਹਨਾਂ ਨੂੰ ਚੇਤਾ ਹੀ ਨਾ ਆਇਆ ਕਿ ਭਾਈ ਇਸ ਮੁੱਦੇ ਤੇ ਵੀ ਗੱਲ ਕੀਤੀ ਜਾ ਸਕਦੀ ਹੈ। ਤਿਵਾੜੀ ਸਾਹਿਬ ਭਾਜਪਾ ਦੇ ਦਿੱਲੀ ਦੇ ਪ੍ਰਧਾਨ ਰਹੇ ਨੇ, ਬਹੁਤ ਵੱਡੇ ਅਹੁਦੇ ਤੇ ਨੇ, MP ਵੀ ਨੇ। ਉਹਨਾਂ ਨੇ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਭਾਈ ਮੈਂ ਵੱਡਾ ਲੀਡਰ ਬਣਾ, ਉਹਨਾਂ ਨੂੰ ਵੀ ਚੇਤਾ ਨਾ ਆਇਆ ਕਿ ਭਾਈ ਪੰਜਾਬ ਦੇ ਵਿੱਚ ਆਹ ਮਸਲਾ। ਧੂਮਲ ਸਾਹਿਬ ਸਾਬਕਾ ਮੁੱਖ ਮੰਤਰੀ ਨੇ, ਭਾਜਪਾ ਦੇ ਵੱਡੇ ਲੀਡਰ ਨੇ ਹਿਮਾਚਲ ਪ੍ਰਦੇਸ਼ ਤੋਂ, ਅੱਜ ਕੱਲ੍ਹ ਵਿਹਲੇ ਹੀ ਨੇ ਕਿਉਂਕਿ ਮੁੱਖ ਮੰਤਰੀ ਤਾਂ ਬਣਨੀ। ਉਹਨਾਂ ਨੂੰ ਵੀ ਚੇਤਾ ਨਾ ਆਇਆ ਕਿ ਰਾਜਨੀਤੀ ਚਮਕਾਉਣ ਦਾ ਇਦੋਂ ਵਧੀਆ ਮੌਕਾ ਕਿਹੜਾ ਹੋ ਸਕਦਾ ਪੰਜਾਬ ਦੇ ਗੁਆਂਢ 'ਚ। ਗੱਲ ਨਹੀਂ ਬਣੀ। ਬੀਬੀ ਕਿਰਨ ਖੇਰ ਨੂੰ ਬਿਨਾਂ ਚੇਤਾ ਆਇਆ ਚੰਡੀਗੜ੍ਹ ਬੈਠੀ ਨੂੰ ਬੀਬੀ ਨੂੰ। ਦੇਖੋ ਗੱਲ ਪਤਾ ਕੀ ਹੈ WhatsApp, ਉਹ ਜਿਹੜੇ ਬੰਦੇ ਆ ਨਾ, ਉਹ ਹੋ ਸਕਦਾ ਮਾੜਾ ਮੋਟਾ ਕੰਮ ਹੋਵੇ। ਯੋਗੀ ਆਦਿੱਤਿਆਨਾਥ ਸਾਹਿਬ ਉਧਰ ਕੰਮ ਮੁਕਾਈ ਬੈਠੇ ਸਾਰਾ। ਉਹ ਕਹਿੰਦੇ ਵੀ ਜੇ ਕੋਈ ਬੰਦਾ ਮਰ ਗਿਆ ਆਪਾਂ ਕਿਹੜਾ ਸੰਸਕਾਰ ਕਰਨਾ, ਅਗਲੇ ਨੂੰ ਖੁੱਲੀ ਛੁੱਟੀ ਦਿੱਤੀ, ਕਹਿੰਦੇ ਚੱਕ ਕੇ ਲੈ ਜਾਓ ਗੰਗਾ ਨਦੀ, ਸਿੱਧਾ ਮਰੋ ਚਲਾ ਕੇ। ਜੇ ਨਾ ਉੱਥੇ ਜਗ੍ਹਾ ਮਿਲੇ ਤਾਂ ਉੱਥੇ ਦੱਬ ਆਇਓ, ਕੁੱਤੇ ਕਹਿੰਦੇ ਛੱਡੇ ਉੱਥੇ, ਉਹਨਾਂ ਆਪੇ ਪ੍ਰਬੰਧ ਕਰ ਦੇਣਾ।
ਬਾਕੀ ਰਹੀ ਗੱਲਬਾਤ ਵੀ ਜੇ ਕੋਈ ਕਹਿੰਦਾ ਮੈਨੂੰ ਆਕਸੀਜਨ ਨਹੀਂ ਮਿਲਦੀ, ਮੈਨੂੰ ਕੋਈ ਟੀਕਾ ਨਹੀਂ ਮਿਲਦਾ, ਦੂਜਾ ਨਹੀਂ ਤੀਜਾ ਨਹੀਂ, ਉਹ ਥਾਣੇ ਵਾਲੇ ਨੂੰ ਕਹਿ ਰੱਖਿਆ, ਕਹਿੰਦੇ ਚੱਕ ਲਓ ਬੰਦਾ ਬਸ, ਇਹਨੂੰ ਮੈਂ ਥਾਣੇ ਜਾ ਕੇ ਟੀਕਾ ਦੂਜਾ ਲਵਾਉਣੇ ਤੇ ਜਿਹਦੇ ਨਾਲ ਨਹੀਂ ਸੈੱਟ ਡਿਊਟੀਆਂ ਬਣਨੀਆਂ। ਹਾਂ, ਹੁਣ ਜਦੋਂ ਸਾਰੇ ਪ੍ਰਬੰਧ ਹੋਏ ਪਏ ਆ, ਕੋਈ ਟੈਨਸ਼ਨ ਵਾਲੀ ਗੱਲ ਹੈ ਕੋਈ ਨਹੀਂ ਹੈਗੀ, ਫਿਰ ਬੰਦਾ ਯਾਰ ਕੁਛ ਤੇ ਸੋਚੂਗਾ ਹੀ। ਮਤਲਬ ਹੁਣ ਜੇ ਅਗਲੇ ਨੇ ਉਹਨਾਂ ਨੇ ਸੋਚਿਆ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਪੂਰਾ ਵੀ ਮਤਲਬ ਯਾਰ ਇਦਾਂ ਕਿੱਦਾਂ ਤੁਸੀਂ ਜ਼ਿਲ੍ਹਾ ਬਣਾਤਾ। ਮਤਲਬ ਨਹੀਂ, ਗੱਲ ਤਾਂ ਠੀਕ ਹੈ ਯੋਗੀ ਆਦਿੱਤਿਆਨਾਥ ਸਾਹਿਬ ਦੀ ਕਿ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ। ਦੇਖੋ ਪਾਰਖੂ ਅੱਖਾਂ ਨਾ, ਉਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਪੰਜਾਬ ਲੱਗਦਾ ਤੇ ਯੂਪੀ ਦੇ ਵਿੱਚੋਂ ਲਖਨਊ ਬੈਠਿਆਂ ਨੂੰ ਚੇਤਾ ਆ ਗਿਆ। ਉਹ ਕਹਿੰਦੇ ਜੀ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਇਆ ਤੇ ਕਾਂਗਰਸ ਪਾਰਟੀ ਪਾੜਨ ਦਾ ਯਤਨ ਕਰ ਰਹੀ ਹੈ, ਤੇ ਨਾਲ ਉਹਨਾਂ ਨੇ ਇੱਕ ਲਾਈਨ ਹੋਰ ਲਿਖੀ ਕਿ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ ਦੇਸ਼ ਨੂੰ ਪਾੜਨਾ। ਠੀਕ ਹੈ ਗੱਲ, ਯੋਗੀ ਆਦਿੱਤਿਆਨਾਥ ਸਾਹਿਬ ਮੁੱਖ ਮੰਤਰੀ ਨੇ, ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਨੇ, ਤੇ ਇੰਨਾ ਬਹੁਮਤ ਤੇ ਇੰਨੀਆਂ ਲੋਕ ਸਭਾ ਸੀਟਾਂ ਜਿਤਾਈਆਂ, ਲੋਕਾਂ ਨੂੰ ਯਕੀਨ ਹੋਣਾ। ਪਰ ਚੰਗਾ ਹੁੰਦਾ ਯੋਗੀ ਆਦਿੱਤਿਆਨਾਥ ਸਾਹਿਬ ਕਿਸੇ ਦੂਸਰੇ ਸੂਬੇ ਦੇ ਅਧਿਕਾਰ ਖੇਤਰ ਦੇ ਵਿੱਚ ਇਸ ਤਰੀਕੇ ਦਖਲ ਦੇਣ ਦੀ ਥਾਂ ਜਾਂ ਐਡੀ ਦੂਰ ਦਖਲ ਦੇਣ ਦੀ ਥਾਂ ਆ ਜਿਹੜੀਆਂ 2000 ਲਾਸ਼ਾਂ ਦਾ ਗੰਗਾ ਦੇ ਨੇੜੇ ਤੇੜੇ ਰੌਲਾ ਪੈਂਦਾ, ਉਧਰਲੇ ਪਾਸੇ ਧਿਆਨ ਦਿੰਦੇ। ਚਲੋ ਜੇ ਦੂਜੇ ਸੂਬੇ ਦੇ ਵਿੱਚ ਹੀ ਦਖਲਅੰਦਾਜ਼ੀ ਕਰਨ ਦਾ ਕਈ ਵਾਰੀ ਸ਼ੌਕ ਹੁੰਦਾ, ਮੱਧ ਪ੍ਰਦੇਸ਼ ਨੂੰ ਦੇਖ ਲੈਂਦੇ। ਆਪਾਂ ਕੱਲ ਹੀ ਗੱਲ ਕੀਤੀ ਸੀ ਨਾ ਕਿ ਜਿਹੜੇ ਕੋਵਿਡ ਦੇ ਨਾਲ ਲੋਕ ਮਰੇ ਆ, ਜਿਹੜੇ ਬੱਚੇ ਅਨਾਥ ਹੋ ਗਏ, ਯਤੀਮ ਹੋ ਗਏ, ਅਗਲੇ ਕਹਿੰਦੇ 5-5 ਹਜ਼ਾਰ ਪੈਨਸ਼ਨ ਦੇਵਾਂਗੇ, ਰਾਸ਼ਨ ਦੇਵਾਂਗੇ, ਕਿਸੇ ਟੱਬਰ ਨੇ ਕੰਮਕਾਰ ਕੋਈ ਸ਼ੁਰੂ ਕਰਨਾ ਹੈ ਤੇ ਅਸੀਂ ਉਹਨਾਂ ਦੇ ਲਈ ਬਿਨਾਂ ਵਿਆਜ ਤੋਂ, ਬਿਨਾਂ ਗਰੰਟੀ ਤੋਂ ਕਰਜ਼ੇ ਦਾ ਪ੍ਰਬੰਧ ਕਰਕੇ ਦੇਵਾਂਗੇ। ਮੱਧ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਨਾਲ ਲੱਗਦਾ ਉੱਤਰ ਪ੍ਰਦੇਸ਼, ਉੱਥੇ ਵੀ ਬੀਜੇਪੀ ਦੀ ਸਰਕਾਰ ਹੈ। ਐਡੀ ਦੂਰ ਚੋਂ ਸਾਰਾ ਹਰਿਆਣਾ ਤੇ ਦਿੱਲੀ ਟੱਪ ਕੇ ਆ ਕੇ ਪੰਜਾਬ ਦੇ ਮਲੇਰਕੋਟਲੇ ਦੇ ਵਿੱਚ ਯੋਗੀ ਆਦਿੱਤਿਆਨਾਥ ਸਾਹਿਬ ਨੇ ਛਾਲ ਮਾਰੀ ਹੈ। ਉਧਰਲੇ ਪਾਸੇ ਦੇਖ ਲੈਂਦੇ, ਵੈਸੇ ਕੈਪਟਨ ਸਾਹਿਬ ਵੀ ਪਿੱਛੇ ਰਹਿ ਗਏ, ਪੰਜਾਬ ਦੇ ਮੁੱਖ ਮੰਤਰੀ ਨੇ। ਇਹਨਾਂ ਨੂੰ ਪਹਿਲਾਂ ਹੀ ਇਤਰਾਜ਼ ਕਰਨਾ ਚਾਹੀਦਾ ਸੀ, ਤੁਹਾਡੇ ਕਫਨ ਦਾ ਰੇਟ ਕਿਉਂ ਵੱਧ ਗਿਆ, ਤੁਹਾਡੇ ਸੰਸਕਾਰ ਦੇ ਲਈ ਲੱਕੜਾਂ ਦਾ ਰੇਟ ਕਿਉਂ ਵੱਧ ਗਿਆ, ਤੁਹਾਡੇ ਗੰਗਾ ਦੇ ਨੇੜੇ ਤੇੜੇ ਆਹ ਸਾਰਾ ਕੁਝ ਕੀ ਹੋਈ ਜਾਂਦਾ। ਇਹ ਪਿੱਛੇ ਰਹਿ ਗਏ, ਅਗਲੇ ਪਹਿਲ ਕਦਮੀ ਕਰ ਗਏ। ਨਹੀਂ, ਪਹਿਲ ਕਦਮੀ ਨਹੀਂ ਕਰਕੇ। ਦੇਖੋ ਉਹ ਸਮਝੇ ਨਹੀਂ ਯੋਗੀ ਸਾਹਿਬ, ਯਾਰ ਕੈਪਟਨ ਸਾਹਿਬ ਕੋ ਮਾੜੀ ਮੋਟੀ ਸ਼ਖਸੀਅਤ ਥੋੜਾ, ਹੁਣ ਵਾਲੇ ਐਡਾ ਵੱਡਾ ਕੱਦ-ਬੁੱਧ ਦਾ ਨੇਤਾ ਉੱਥੇ ਯੂਪੀ ਦੇ ਖਫਣਾ ਦੀ ਗੱਲ ਕਰੇ, ਉਹ ਵੀ ਠੀਕ ਨਹੀਂ ਲੱਗਦੀ ਹੈ ਨਾ। ਚਲੋ ਇਹਨਾਂ ਨੇ ਆਪਣੇ ਵੱਲੋਂ ਸਿਆਣਪ ਕੀਤੀ, ਪਰ ਜਿਹੜਾ ਜਵਾਬ ਉਹਨਾਂ ਨੇ ਵੈਸੇ ਦਿੱਤਾ, ਕੈਪਟਨ ਸਾਹਿਬ ਵੀ ਕਿਹੜਾ ਪਿੱਛੇ ਰਹੇ। ਉਹ ਕਹਿੰਦੇ ਵੀ ਮਹਾਰਾਜ ਤੁਸੀਂ ਆਪਣਾ ਦੱਸੋ ਵੀ ਜਦੋਂ ਅਜੇ ਗੱਲ ਚਰਚਾ ਹੀ ਚੱਲਦੀ ਸੀ ਕੋਈ ਲਵ ਜਿਹਾਦ ਦੀ, ਤੇ ਸਭ ਤੋਂ ਪਹਿਲਾਂ ਕਾਨੂੰਨ ਕੌਣ ਭੱਜ ਕੇ ਬਣਾਉਣ ਪਿਆ ਹੈ ਭਈ। ਮੈਂ ਫਿਰ ਗਲਤ ਤਾਂ ਨਹੀਂ ਸੀ ਕਹਿੰਦਾ। ਆ ਦੇਖੋ ਤੁਸੀਂ ਹੁਣ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਦੇਸ਼ ਨੂੰ ਤੋੜਦੇ ਆ, ਉਹਨਾਂ ਨੇ ਕਿਹਾ ਤੁਸੀਂ ਦੇਸ਼ ਨੂੰ ਤੋੜਦੇ ਆ। ਇਹਦਾ ਮਤਲਬ ਹੈ ਕਿ ਭਾਰਤ ਰੂਪੀ, ਦੇਸ਼ ਰੂਪੀ, ਰਾਸ਼ਟਰ ਰੂਪੀ, ਨੇਸ਼ਨ ਰੂਪੀ ਬੇਬੇ ਫਿਕੜੀਜ਼ੀ ਹੋ ਰਹੀ ਹੈ। ਉਹ ਯਾਰ ਹੁਣ ਨੋਆ ਕੱਢਦੇ ਘਰੋਂ, ਕੀ ਕਰਦੇ ਤੁਸੀਂ ਮਗਰ ਪੈ ਗਏ ਉਹਨਾਂ ਦੇ। ਮਹਾਰਾਜ ਸਮਝਾਓ ਮਾੜਾ ਮੋਟਾ ਕਿਸੇ ਚੰਗੇ ਤਰੀਕੇ ਦੇ ਨਾਲ, ਕੋਈ ਗੱਲਬਾਤ ਠੀਕ ਤਰੀਕੇ ਦਾ ਇਦਾਂ ਨਹੀਂ ਚੰਗਾ ਲੱਗਦਾ ਹੁੰਦਾ। ਉਹ ਉਸੇ ਬੇਬੇ ਨੇ ਆਪ ਪਾਣੀ ਵਾਰ-ਵਾਰ ਕੇ ਲਿਆਂਦੀਆਂ ਜਿਹੜੀਆਂ ਘੜੀਸਣੀਆਂ। ਅੱਛਾ, ਨਹੀਂ ਇੱਕ ਚੀਜ਼ ਹੈ ਬਾੜ ਸਾਹਿਬ, ਹੁਣ ਦੇਖੋ ਮੈਨੂੰ ਯੋਗੀ ਆਦਿੱਤਿਆਨਾਥ ਸਾਹਿਬ ਦੀ ਉਹ ਟਵੀਟ ਦੇ ਵਿੱਚੋਂ ਗੱਲ ਨਹੀਂ ਸਮਝ ਆਈ, ਜਾਂ ਤਾਂ ਉਹਨਾਂ ਦੇ ਆਪਣੇ ਅੰਦਰ ਕੁਝ ਉਹੋ ਜਿਹੀ ਚੀਜ਼ ਭਰੀ ਹੈ। ਮੰਨ ਲਓ ਵੀ ਇੱਕ ਤੁਸੀਂ ਰਹਿੰਦੇ ਇੱਕ ਜਗ੍ਹਾ ਦੇ ਉੱਪਰ, ਮੈਂ ਇੱਕ ਜਗ੍ਹਾ ਦੇ ਉੱਪਰ ਰਹਿਣਾ, ਆਪਣੇ ਦੋਵਾਂ ਦਾ ਐਡਰੈਸ ਇੱਕ ਹੋ ਗਿਆ ਮੰਨ ਲਓ, ਹੁਣ ਕੋਈ ਵੱਖਰੀ ਚੇਂਜ ਆ ਗਈ ਵੀ ਯਾਰ ਆਪਾਂ ਇਸ ਪੋਰਸ਼ਨ ਨੂੰ ਚੱਕ ਕੇ ਇੱਧਰ ਫਿੱਟ ਕਰ ਦਿੰਦੇ ਆ ਵੀ ਹੁਣ ਤੁਸੀਂ ਲਾਗੇ ਆਪਣੇ ਹਿਸਾਬ ਨਾਲ ਆਪਣਾ ਕੰਮ ਕਰਾ ਲਿਓ। ਅੱਗੇ ਮੇਰੇ ਖਿਆਲ ਬਰਨਾਲਾ ਵੀ ਤਾਂ ਉੱਥੋਂ ਹੀ ਨਿਕਲਿਆ, ਜੇ ਹੁਣ ਇੱਕ ਮਾਨਸਾ ਨਿਕਲਿਆ ਤੇ ਉਹਦੇ ਨਾਲ ਇੱਕ ਹੋਰ ਜ਼ਿਲ੍ਹਾ ਬਣ ਗਿਆ। ਹੁਣ ਉਹਦੇ ਨਾਲ ਪਾੜਨ ਵਾਲੀ ਗੱਲ ਕਿੱਦਾਂ ਹੋ ਗਈ? ਮੰਨ ਲਓ ਵੀ ਤੁਹਾਡੀ ਅੱਜ ਇੱਕ ਦੁਕਾਨ ਹੈ, ਉਹ ਦੁਕਾਨ ਉੱਥੇ ਦੀ ਉੱਥੇ ਆ, ਮੇਰਾ ਕੋਈ ਕੰਮ ਹੈ, ਮੇਰਾ ਕੰਮ ਉੱਥੇ ਦਾ ਉੱਥੇ ਆ, ਤੁਸੀਂ ਜਿਹੜਾ ਕੰਮ ਆਪਣਾ ਕਰਦੇ ਹੋ ਤੁਸੀਂ ਆਪਣਾ ਕਰੀ ਜਾਂਦੇ, ਮੈਂ ਆਪਣਾ ਕਰੀ ਜਾਣਾ, ਬਾਕੀ ਸਾਰੀਆਂ ਚੀਜ਼ਾਂ ਐਜ਼ ਇਟ ਇਜ਼ ਆ, ਸਿਰਫ ਐਡਰੈਸ ਦੇ ਵਿੱਚ ਆਖਰੀ ਚੀਜ਼ ਬਦਲਣੀ ਹੈ ਵੀ ਜ਼ਿਲ੍ਹਾ ਫਲਾਨਾ, ਮਤਲਬ ਇਸ ਜਗ੍ਹਾ ਦੇ ਉੱਪਰ ਜ਼ਿਲ੍ਹਾ ਫਲਾਨਾ। ਹੁਣ ਉਹਦੇ ਨਾਲ ਯੋਗੀ ਆਦਿੱਤਿਆਨਾਥ ਸਾਹਿਬ ਨੇ ਜਿਹੜਾ ਮਤਲਬ ਥਰਮਾਮੀਟਰ ਲਾ ਕੇ ਬੁਖਾਰ ਦੱਸਿਆ ਵੀ ਹੈਗਾ, ਉਹ ਨਹੀਂ ਮੈਨੂੰ ਦੇਖ ਰਿਹਾ ਵੀ ਉਹ ਕਿੱਦਾਂ। ਸੰਧਾਲੀਆ ਸਾਹਿਬ, ਮੈਨੂੰ ਇੱਕ ਚੀਜ਼ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਆਪਣੇ ਪੈਰ ਮਜ਼ਬੂਤ ਕਰਨੇ ਆ, ਵੋਟਾਂ ਗੰਢਣੀਆਂ, ਉਹ ਕਿਹੜੇ ਤਰੀਕੇ ਗੰਢ ਹੋਣੀਆਂ ਆਪਾਂ ਸਾਰਿਆਂ ਨੂੰ ਪਤਾ। ਜਦੋਂ ਆਪਾਂ ਇਹ ਗੱਲ ਕਰਦੇ ਸੀ ਕਿ ਮਹਾਰਾਸ਼ਟਰ ਦੇ ਵਿੱਚ ਭਾਜਪਾ ਕਦੇ ਛੋਟੀ ਧਿਰ ਹੁੰਦੀ ਸੀ, ਹਰਿਆਣੇ ਦੇ ਵਿੱਚ ਛੋਟੀ ਧਿਰ ਹੁੰਦੀ ਸੀ, ਬਿਹਾਰ ਦੇ ਵਿੱਚ ਛੋਟੀ ਧਿਰ ਹੁੰਦੀ ਸੀ, ਬੰਗਾਲ ਦੇ ਵਿੱਚ ਛੋਟੀ ਧਿਰ ਹੁੰਦੀ ਸੀ, ਇਧਰਲੇ ਪਾਸੇ ਯੂਪੀ ਦੇ ਵਿੱਚ ਵੀ ਐਡੀ ਵੱਡੀ ਧਿਰ ਨਹੀਂ ਸੀ ਹੁੰਦੀ। ਸਾਰੀ ਜਗ੍ਹਾ ਦੇ ਉੱਤੇ ਉੱਪਰ ਆਉਣ ਦੇ ਲਈ ਪਾਲਿਸੀ ਕਿਹੜੀ ਅਪਣਾਈ ਗਈ, ਨੀਤੀ ਕਿਹੜੀ ਅਪਣਾਈ ਗਈ, ਤੇ ਸਿੱਧਾ ਯੋਗੀ ਆਦਿੱਤਿਆਨਾਥ ਸਾਹਿਬ ਦਾ ਬਿਆਨ ਪੰਜਾਬ ਦੇ ਇੱਕ ਜ਼ਿਲ੍ਹਾ ਬਣਾਉਣ ਦੇ ਬਾਬਤ ਇਹ ਆਉਣਾ। ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਭਾਈ 1947 ਤੋਂ ਲੈ ਕੇ ਅਸੀਂ ਬਹੁਤ ਕੁਝ ਦੇਖਿਆ, ਸਭ ਤੋਂ ਵੱਧ ਨੁਕਸਾਨ 1947 ਦੇ ਵਿੱਚ ਫਿਰਕੂ ਆਧਾਰ ਦੇ ਉੱਤੇ ਪੰਜਾਬ ਦਾ ਹੀ ਹੋਇਆ। ਲੱਖਾਂ ਲੋਕਾਂ ਦੀ ਜੇ ਮੌਤ ਹੋਈ, ਕੱਟ ਵੱਢ ਹੋਈ, ਕਿਸੇ ਨੇ ਨਹੀਂ ਆ ਕੇ ਕੀਤੀ, ਅਸੀਂ ਕੀਤੀ ਇੱਕ ਦੂਸਰੇ ਦੀ, ਤੇ ਕਿਹਨਾਂ ਦੇ ਕਹਿਣ ਦੇ ਉੱਤੇ ਕੀਤੀ। ਪਾਲਿਸੀਆਂ ਉੱਪਰਲੇ ਪਾਸਿਓਂ ਆਈਆਂ, ਉੱਪਰਲੇ ਪਾਸਿਓਂ ਸਾਡੇ ਦਿਮਾਗ ਦੇ ਵਿੱਚ ਜ਼ਹਿਰਾਂ ਪਾਈਆਂ ਗਈਆਂ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਚਾਹੇ ਯੋਗੀ ਆਦਿੱਤਿਆਨਾਥ ਸਾਹਿਬ ਨੇ, ਚਾਹੇ ਇਹਨਾਂ ਸਾਰੇ ਹੋਰ ਵੀ ਲੀਡਰਾਂ ਦੇ ਪੈਰੋਕਾਰ ਨੇ। ਲੋਕਾਂ ਨੂੰ
ਇਸ ਵੇਲੇ ਆਪਣੇ ਦਿਮਾਗ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਪੈਣਗੇ ਕਿ ਭਾਈ ਇਸ ਕੰਮ ਦੇ ਵਿੱਚੋਂ ਆਪਾਂ ਪਿਛਲੇ ਸਮੇਂ ਦੇ ਵਿੱਚ ਕਾਲਾ ਦੌਰ ਦੇਖਿਆ, ਸੰਤਾਪ ਹੰਢਾਇਆ। ਕਿੰਨੇ ਲੋਕ ਸੀ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਹਿਜਰਤ ਕਰਨੀ ਪਈ, ਪੰਜਾਬ ਦੇ ਪਿੰਡਾਂ 'ਚੋਂ ਸ਼ਹਿਰਾਂ ਨੂੰ ਆਉਣਾ ਪਿਆ, ਕੋਈ ਸ਼ਹਿਰਾਂ 'ਚੋਂ ਪਿੰਡਾਂ ਵਾਲੇ ਪਾਸੇ ਨੂੰ ਗਿਆ। ਕਿਸੇ ਵੀ ਵਰਗ ਨੇ, ਕਿਸੇ ਵੀ ਧਰਮ ਦੇ ਲੋਕਾਂ ਨੇ ਸੰਤਾਪ ਥੋੜਾ ਨਹੀਂ ਹੰਢਾਇਆ। ਤੇ ਨਾਕਾਮੀਆਂ ਕਿਹਨਾਂ ਦੀਆਂ ਸੀ, ਗਲਤੀਆਂ ਕਿਹਨਾਂ ਦੀਆਂ ਸੀ? ਆਮ ਬੰਦੇ ਨੇ ਕੀ ਪੰਜਾਬ ਦੇ ਨੇ ਗਲਤੀ ਕੀਤੀ ਸੀ? ਕੁਝ ਵੀ ਨਹੀਂ। ਲੀਡਰਸ਼ਿਪ ਸੀ। ਕਿਸੇ ਨੇ ਸਰਕਾਰ ਤੋੜਨੀ ਹੈ, ਕਿਸੇ ਨੇ ਬਣਾਉਣੀ ਹੈ, ਕਿਸੇ ਨੇ ਸੱਤਾ ਕਾਇਮ ਰੱਖਣੀ ਹੈ, ਕਿਸੇ ਨੇ ਸੱਤਾ ਦੇ ਵਿੱਚ ਆਉਣਾ ਹੈ। ਤੇ ਸੰਤਾਪ ਪੰਜਾਬ ਦੇ ਲੋਕਾਂ ਨੇ 47 'ਚ ਵੀ ਭੁਗਤਿਆ, ਉਹਦੇ ਤੋਂ ਬਾਅਦ ਕਾਲੇ ਦੌਰ 'ਚ ਵੀ ਭੁਗਤਿਆ। ਤੇ ਮੈਨੂੰ ਐ ਲੱਗਦਾ ਕਿ ਜੇ ਇਦਾਂ ਦੇ ਬਿਆਨ ਆਉਂਦੇ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਐਤਕੀ ਕਿਸੇ ਵੀ ਨਵੇਂ ਸੰਤਾਪ ਤੋਂ ਬਚਣ ਦੇ ਲਈ ਭਾਈਚਾਰਕ ਸਾਂਝ ਮਜ਼ਬੂਤ ਰੱਖਣੀ ਪਊਗੀ ਤੇ ਕਿਸੇ ਵੀ ਬਿਆਨ ਦੇ ਪਿੱਛੇ ਕਾਰਨ ਕੀ ਨੇ ਉਹਦਾ ਧਿਆਨ ਰੱਖਣਾ ਪਊਗਾ। ਪਰ ਮੈਂ ਥੋੜਾ ਜਿਹਾ ਡਿਫਰ ਕਰਦਾ ਮਾਨ ਸਾਹਿਬ ਤੁਹਾਡੇ ਤੋਂ। ਆ ਜਾਓ। ਦੇਖੋ, ਕਾਰਨ ਇਹ ਆ ਵੀ ਜੇ ਆਪਾਂ ਇਹ ਕਹੀਏ ਨਾ ਵੀ ਲੋਕਾਂ ਦਾ ਕੋਈ ਕਸੂਰ ਨਹੀਂ, ਇਦਾਂ ਨਹੀਂ ਹੋ ਸਕਦਾ ਜੀ। ਜੇ ਤੁਸੀਂ ਕਹਿੰਦੇ ਵੀ ਨਾ ਲੋਕਾਂ ਦਾ ਕੋਈ ਕਸੂਰ ਨਹੀਂ, ਇਹ ਨਹੀਂ ਗੱਲ ਹੈਗੀ। ਕਸੂਰ ਹੈਗਾ। ਕੱਢੋ। ਮੰਨ ਲਓ ਕਿ ਜੇ ਮੈਂ ਆ, ਮੇਰੇ ਧਰਮ ਜੇ ਤੇ ਅੰਦਰ ਆ, ਫਿਰ ਕੋਈ ਪ੍ਰੋਬਲਮ ਨਹੀਂ। ਤੇ ਜੇ ਧਰਮ ਮੇਰੇ ਸਿਰ ਨੂੰ ਚੜ ਗਿਆ ਫਿਰ ਮੈਂ ਖਤਰਾ। ਠੀਕ ਹੈ। ਇਹੋ ਜਿਹੇ ਬੰਦੇ ਉਹ ਲੱਭਦੇ ਆ ਵੀ ਭਾਈ ਸਾਹਿਬ ਉਹ ਬੰਦੇ ਲੱਭੋ ਜਿਹਦੇ ਧਰਮ ਸਿਰ ਨੂੰ ਚੜਿਆ। ਐਂਡ ਉਹ ਭਾਰਤ ਦੇਸ਼ ਮਹਾਨ 'ਚ ਬਹੁਤ ਲੱਭ ਜਾਂਦੇ ਆਪਣੇ 'ਚ। ਬਸ ਜੇ ਉਹਦੇ ਅਜੇ ਬੁਖਾਰ ਸਰੀਰ 'ਚ ਹੈਗਾ ਪਰ ਸਿਰ ਨੂੰ ਨਹੀਂ ਚੜਿਆ, ਉਹ ਇਦਾਂ ਦੇ ਬਿਆਨਾਂ ਨਾਲ ਚੜਾ ਦਿਓ। ਜਦੋਂ ਸਿਰ ਨੂੰ ਚੜ ਗਿਆ ਬਾਕੀ ਕੰਮ ਉਹਨੇ ਆਪੇ ਕਰ ਦੇਣਾ। ਹੁਣ ਇਹ ਜਿਹੜੀ ਚੀਜ਼ ਹੈ ਇਹ ਅੰਦਰ ਹੈਗੀ ਆ, ਤਾਂ ਹੀ ਇਹ ਸਾਰਾ ਕੁਝ ਹੁੰਦਾ। ਜੇ ਮੰਨ ਲਓ ਲੋਕਾਂ 'ਚ ਨਾ ਹੋਵੇ, ਅਗਲਾ ਕਹਿੰਦਾ ਯਾਰ ਵੀਰ ਠੀਕ ਹੈ ਤੂੰ ਆਪਣੀ ਥਾਂ ਚਲਾ, ਮੈਂ ਕੌਣ ਆ, ਮੇਰਾ ਕੀ ਲਿੰਕ ਆ, ਮੇਰੇ ਗੁਆਂਢੀ ਨਾਲ ਕੀ ਲਿੰਕ ਆ, ਮੇਰਾ ਕਿਸੇ ਰਿਸ਼ਤੇਦਾਰ ਨਾਲ ਕੀ ਲਿੰਕ ਆ, ਜਾਂ ਕਿਸੇ ਹੋਰ ਧਰਮ ਵਾਲੇ ਨਾਲ ਕੀ ਲਿੰਕ ਆ, ਤੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਤੇ ਇੱਥੇ ਗੱਲ ਆ ਜੇ ਤੇ ਫਿਰ ਉਹ ਆਪੇ ਬਿਆਨ ਦੇਣ ਨੂੰ ਹਟ ਜਾਣ। ਮੈਂ ਆਵਾਂ, ਤੁਸੀਂ ਘੇਰ ਕੇ ਆਓ। ਘੇਰ ਕੇ ਆਉਣਾ। ਸੰਧਾਲੀਆ ਸਾਹਿਬ, ਤੁਹਾਡਾ ਪੁਆਇੰਟ ਜਿਹੜਾ ਇਹਦੇ ਵਿੱਚ ਕੋਈ ਝੋਲ ਨਹੀਂ, ਕੋਈ ਕਮਜ਼ੋਰੀ ਨਹੀਂ। ਜਾਣੀ ਇਹ ਇੱਕ ਐਸਾ ਅਮਰੂਦ ਹੈ ਜਿਹਦੇ ਆਲੇ ਦੁਆਲੇ ਤੁਸੀਂ ਸਾਰੇ ਪਾਸੇ ਨੂੰ ਘੁਮਾ ਕੇ ਦੇਖ ਲਓ, ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ। ਨੌ ਨਹੀਂ ਵੱਜਿਆ ਪੱਕਾ ਹੋ ਸਕਦਾ ਲਾਲ ਰੰਗ ਦਾ ਹੋਵੇ ਜੇ ਕੱਟੋ ਤਾਂ। ਪਰ ਸਮੱਸਿਆ ਪਤਾ ਕੀ ਹੈ? ਲੋਕਾਂ ਦਾ ਕਸੂਰ ਕੱਢਿਆ ਜਾ ਸਕਦਾ ਤੇ ਲੋਕਾਂ ਦਾ ਕਸੂਰ ਹੈਗਾ, ਪਰ ਸਥਿਤੀ ਦੇਖਣੀ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਅੱਜ ਹਾਕੀ ਫੜਾਵਾਂ ਤੇ ਜਾ ਕੇ ਕਹਾਂ ਕਿ ਭਾਈ ਇੱਥੇ ਓਲੰਪਿਕ ਟੋਕੀਓ ਦੇ ਵਿੱਚ ਹੋਣੀ ਹੈ ਜਾਪਾਨ ਦੇ ਵਿੱਚ, ਔਰ ਮੂਹਰੇ ਅਰਜਨਟਾਈਨਾ ਦੀ ਟੀਮ ਹੈ ਤੇ ਸੰਧਾਲੀਆ ਸਾਹਿਬ ਉਹ ਮੂਹਰੇ 11 ਖਿਡਾਰੀ ਨੇ ਤੇ ਤੁਸੀਂ ਆ ਚੱਕੋ ਖੇਡੋ। ਨਾ ਤੁਹਾਡੇ ਨਾਲ 10 ਖਿਡਾਰੀ ਹੋਣ, ਨਾ ਤੁਹਾਨੂੰ ਕਦੇ ਹਾਕੀ ਦੀ ਟ੍ਰੇਨਿੰਗ ਦਿੱਤੀ ਹੋਵੇ, ਨਾ ਤੁਹਾਨੂੰ ਇਹ ਪਤਾ ਹੋਵੇ ਪੈਨਲਟੀ ਕਾਰਨਰ ਕੀ ਹੁੰਦਾ, ਸਟ੍ਰੋਕ ਕੀ ਹੁੰਦਾ, ਤੁਸੀਂ ਇੱਕ ਦੂਸਰੇ ਦੇ ਨਾਲ ਪਾਸ ਛੋਟਾ ਦੇਣਾ ਕਿ ਵੱਡਾ ਦੇਣਾ ਹੈ, ਤਾਂ ਕਿੱਥੇ ਤੱਕ ਰਹਿਣਾ। ਫੁੱਲ ਬੈਕ ਜਿਹੜਾ ਅੱਗੇ ਤੱਕ ਜਾ ਕੇ ਗੋਲ ਨਹੀਂ ਕਰੂਗਾ, ਉਹਦਾ ਕੰਮ ਹੈ ਕਿ ਭਾਈ ਫਾਰਵਰਡ ਪੰਕਤੀ ਨੂੰ ਗੋਲ ਗੇਂਦ ਦੇ ਕੇ ਤਾਂ ਆਪ ਫਿਰ ਪਿੱਛੇ ਆ ਕੇ ਆਪਣੇ ਗੋਲਾਂ ਨੂੰ ਡਿਫੈਂਡ ਕਰਨਾ ਹੈ, ਉਹਦੀ ਸੁਰੱਖਿਅਤ ਰੱਖਣਾ ਹੈ। ਪੰਜਾਬ ਦੇ ਲੋਕਾਂ ਦਾ ਕਸੂਰ ਹੈਗਾ ਕਿ ਅਸੀਂ ਲੀਡਰ ਚੰਗੇ ਨਹੀਂ ਚੁਣੇ, ਜਾਂ ਭਾਰਤ ਦੇ ਲੋਕਾਂ ਦਾ ਕਰ ਸਕਦੇ, ਜਾਂ ਅਸੀਂ ਲੀਡਰਾਂ ਨੂੰ ਉਹਨਾਂ ਜਵਾਬਦੇਹ ਨਹੀਂ ਬਣਾ ਸਕੇ, ਜਾਂ ਅਸੀਂ ਠੀਕ ਸਵਾਲ ਨਹੀਂ ਕਰ ਸਕੇ ਠੀਕ ਸਮੇਂ ਦੇ ਉੱਤੇ, ਠੀਕ ਭਾਸ਼ਾ ਦੇ ਵਿੱਚ। ਜਦੋਂ ਕੁਝ ਗਲਤ ਹੁੰਦਾ ਅਸੀਂ ਉੱਬਲਦੇ ਹਾਂ, ਅਸੀਂ ਸੜਕਾਂ ਤੇ ਆਉਂਦੇ ਹਾਂ, ਅਸੀਂ ਲੀਡਰ ਘੇਰਦੇ ਹਾਂ, ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਉੱਤੇ ਗਾਲਾਂ ਦੀ ਬਰਸਾਤ ਹੁੰਦੀ ਹੈ। ਉਹ ਸਾਡੇ ਅੰਦਰੋਂ ਕੁਝ ਉੱਠਦਾ ਲੋਕਾਂ ਦੇ ਕਿ ਭਾਈ ਨਹੀਂ ਇਹ ਗਲਤ ਹੋ ਰਿਹਾ, ਨਹੀਂ ਹੋਣਾ ਚਾਹੀਦਾ, ਇਹ ਤਾਂ ਮੰਨਦੇ ਹੋ ਨਾ। ਪਰ ਅਸਲ 'ਚ ਕਹਾਣੀ ਕੀ ਹੈ? ਨਿਆਣਾ ਸਕੂਲ ਜਾਂਦਾ ਹੈ, ਸਾਰਾ ਸਾਲ ਉਹਦੀ ਜੱਦੋਜਹਿਦ ਕੀ ਹੁੰਦੀ ਹੈ ਕਿ ਕਿਤਾਬਾਂ ਮੈਨੂੰ ਵੇਲੇ ਸਿਰ ਆ ਜਾਣਗੀਆਂ। ਉਹਦੀ ਜੱਦੋਜਹਿਦ ਇਹ ਹੁੰਦੀ ਹੈ ਕਿ ਪੱਖਾ ਉੱਪਰ ਚੱਲੂਗਾ। ਉਹਦੀ ਜੱਦੋਜਹਿਦ ਇਹ ਹੁੰਦੀ ਹੈ ਇੱਥੇ ਬੈਠੇ ਦੀ, ਜਿੱਥੇ ਉਹਨੇ ਗਿਆਨ ਹਾਸਲ ਕਰਨਾ ਹੈ ਕਿ ਅੱਗੇ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਪਿੱਛੇ ਕੀ ਹੋ ਰਿਹਾ ਸੀ, ਭਵਿੱਖ ਦੀਆਂ ਯੋਜਨਾਵਾਂ ਬਣਾਉਣੀਆਂ, ਜਿੱਥੇ ਉਹਦੇ ਦਿਮਾਗ ਦੇ ਦਰਵਾਜ਼ੇ ਖੁੱਲ੍ਹਣੇ ਆ ਕਿ ਸਮਾਜ ਕੀ ਹੈ, ਜ਼ਿੰਦਗੀ ਕੀ ਹੈ, ਫਰਜ਼ ਕੀ ਹੈ, ਅਸੀਂ ਕਿਸੇ ਚੀਜ਼ ਨੂੰ ਸਮਝਣਾ ਕਿੱਥੇ ਹੈ। ਉੱਥੇ ਉਹਦੀ ਜੱਦੋਜਹਿਦ ਕੀ ਹੈ ਕਿ ਕਲਾਸ ਦੇ ਜਮਾਤ ਦੇ ਕਮਰੇ ਦੇ ਇੱਕ ਖੂੰਜੇ ਦੇ ਵਿੱਚ ਉਹ ਬੈਠਾ ਹੈ, ਅਧਿਆਪਕ ਸਾਹਿਬ ਅਜੇ ਤੀਸਰੀ ਜਮਾਤ ਨੂੰ ਪੜ੍ਹਾ ਰਹੇ ਆ, ਉਹ ਪਹਿਲੀ ਜਮਾਤ ਦੇ ਵਿੱਚ ਆ, ਉਹਦੀ ਵਾਰੀ ਅਜੇ ਫੇਰ ਆਉਣੀ ਆ, ਵਿਚਾਲੇ ਦੂਸਰੀ ਜਮਾਤ ਹੈਗੀ ਹੈ। ਉਹਦੇ ਤੋਂ ਬਾਅਦ ਜਿਸ ਵੇਲੇ ਉਹਨੇ ਸਮਝਣਾ ਹੁੰਦਾ ਕਿ ਗਵਾਂਢੀ ਨਾਲ ਧੱਕਾ ਤਾਂ ਨਹੀਂ ਹੋ ਰਿਹਾ, ਜਿਹਨੂੰ ਅਸੀਂ ਵੋਟਾਂ ਪਾਈਆਂ ਸੀ, ਇਲੈਕਸ਼ਨ ਮੈਨੀਫੈਸਟੋ ਕੀ ਹੈ, ਕੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੰਡਸਟਰੀ ਕਿਉਂ ਨਹੀਂ ਲੱਗ ਰਹੀ, ਖੇਤੀਬਾੜੀ ਥੱਲੇ ਨੂੰ ਕਿਉਂ ਆ, ਉਦੋਂ ਜਿਸ ਸਮੇਂ ਦੇ ਵਿੱਚ ਉਹਨੇ ਕਿਤਾਬਾਂ ਪੜ੍ਹਨੀਆਂ ਉਹਨੂੰ ਕਿਸੇ ਨੇ ਸਿਖਾਉਣਾ, ਸਟੇਡੀਅਮ ਸਾਨੂੰ ਨਹੀਂ ਦਿੱਤੇ, ਸੈਮੀਨਾਰ ਸਾਨੂੰ ਨਹੀਂ ਦਿੱਤੇ, ਨਾਟਕ ਮੇਲੇ ਸਾਡੇ ਖਤਮ ਹੋ ਗਏ। ਕਿਤੇ ਵੀ ਥਾਂ ਦੇ ਉੱਤੇ ਕੋਈ ਸੈਮੀਨਾਰ ਇਦਾਂ ਦਾ ਨਹੀਂ ਲੱਗਦਾ ਜਿੱਥੇ ਬੱਚੇ ਨੂੰ ਇਹ ਪਤਾ ਲੱਗੇ ਕਿ ਭਾਈ ਇਜ਼ਰਾਈਲ ਤੇ ਫਲਸਤੀਨ 'ਚ ਆ ਹੋ ਰਿਹਾ, ਦੁਨੀਆ ਦੇ ਵਿੱਚ ਆ ਕੁਝ ਹੋ ਰਿਹਾ। ਅਫਗਾਨਿਸਤਾਨ ਦਾ ਯੁੱਧ ਜਿਹੜਾ ਅੰਦਰੂਨੀ ਸੀ ਇਸ ਕਰਕੇ ਚੱਲਿਆ ਸੀ, ਉਹਨਾਂ ਲੋਕਾਂ ਦੇ ਆਪਸ ਵਿੱਚ ਆਹ ਦਿੱਕਤਾਂ ਸੀ। ਕੀ ਹੋ ਗਿਆ ਸੀ ਵੀਅਤਨਾਮ ਦੇ ਵਿੱਚ, ਵੀਅਤਨਾਮ ਦੇ ਲੋਕਾਂ ਨੇ ਕਿੱਦਾਂ ਜੰਗ ਲੜੀ ਤੇ ਉੱਥੇ ਮਸਲਾ ਕੀ ਸੀ, ਇਰਾਨ ਤੇ ਇਰਾਕ ਦਾ ਯੁੱਧ ਕਿਉਂ ਹੋਇਆ ਸੀ, ਕੁਵੈਤ ਦੇ ਉੱਤੇ ਇਰਾਕ ਨੇ ਹਮਲਾ ਕਿਉਂ ਕੀਤਾ ਸੀ, ਜੇ ਸਦਾਮ ਹੁਸੈਨ ਦੇ ਉੱਤੇ ਇਹ ਕਹਿ ਕੇ ਅਟੈਕ ਕੀਤਾ ਗਿਆ ਸੀ ਕਿ ਭਾਈ ਉਹਨੇ ਪਤਾ ਨਹੀਂ ਕੀ ਬਣਾ ਲਿਆ, ਮੁੜ ਕੇ ਕੁਝ ਲੱਭਾ ਕਿ ਨਹੀਂ ਲੱਭਾ। ਅੱਜ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਹੈਗਾ, ਉੱਥੇ ਵੀ ਜ਼ਮੀਨ ਹੈ, ਉੱਥੇ ਖੇਤੀ ਦੀ ਕੀ ਸਥਿਤੀ ਹੈ, ਸਾਡੇ ਕੀ ਸਥਿਤੀ ਹੈ। ਜੇ ਮੁੰਬਈ ਵਾਲੀ ਬੰਦਰਗਾਹ ਤੋਂ ਸਮਾਨ ਆਉਣਾ ਤਾਂ ਕਿੰਨਾ ਸਮਾਂ ਲੱਗਣਾ, ਜੇ ਇੱਧਰਲੇ ਪਾਸਿਓਂ ਦੀ ਸਿਲਕ ਰੂਟ ਬਣ ਜਾਵੇ ਫਿਰ ਕੀ ਹੋਣਾ। ਉਹਨੂੰ ਇਹ ਸਾਰੀਆਂ ਚੀਜ਼ਾਂ ਪਤਾ ਕਿੱਥੋਂ ਲੱਗਣ। ਪੰਜਾਬ ਦੇ ਵਿੱਚ ਸਾਡੀ ਲੀਡਰਸ਼ਿਪ ਨੇ ਜਾਂ ਭਾਰਤ ਦੇ ਵਿੱਚ ਲਾਇਬ੍ਰੇਰੀ ਕਿਤੇ ਛੱਡੀ ਨਹੀਂ। ਜੇ ਪੰਜਾਬ ਦੇ ਵਿੱਚ ਅੱਜ ਜ਼ਿਲ੍ਹੇ ਦੀਆਂ ਲਾਇਬ੍ਰੇਰੀਆਂ ਹੈਗੀਆਂ ਵੀ ਹੈ ਜਿੱਥੋਂ ਜਾ ਕੇ ਬੱਚਾ ਕਹੇ ਕਿ ਮੈਂ ਸਿਲੇਬਸ ਸਾਡਾ ਮਾੜਾ ਹੈ, ਚੰਗਾ ਨਹੀਂ,
ਜੇ ਸਿਲੇਬਸ ਤੋਂ ਬਿਨਾਂ ਉਹਨੇ ਕੁਝ ਪੜ੍ਹਨਾ ਤੇ ਕਿੱਥੋਂ ਪੜ੍ਹੇ? ਪਠਾਨਕੋਟ ਤੋਂ ਲੈ ਕੇ ਜਲੰਧਰ ਤੱਕ ਸਧਾਰਨ ਕਿਤਾਬਾਂ ਦੀ ਕਿਤੇ ਦੁਕਾਨ ਹੀ ਨਹੀਂ। ਤੇ ਜੇ ਉਹਨੇ ਜਲੰਧਰ ਦੀ ਡਿਸਟ੍ਰਿਕਟ ਲਾਇਬ੍ਰੇਰੀ ਦੇ ਵਿੱਚ ਜਾ ਕੇ ਕੋਈ ਕਿਤਾਬ ਲੱਭਣੀ ਹੈ, ਜਾ ਕੇ ਪੁੱਛੋ ਆਖਰੀ ਵਾਰੀ ਕਿਤਾਬਾਂ ਕਦੋਂ ਖਰੀਦੀਆਂ ਸੀ, ਤੁਹਾਨੂੰ ਤੇ ਰਜਿਸਟਰ ਦੇ ਵਿੱਚ ਕਿਤੇ ਦਰਜ ਹੀ ਨਹੀਂਗਾ, ਕਿਉਂਕਿ ਗਰੰਟੀ ਹੀ ਨਹੀਂ। ਜੇ ਉਹਨਾਂ ਨੂੰ ਪੁੱਛੋ ਕਿ ਲਾਇਬ੍ਰੇਰੀਅਨ ਸਾਹਿਬ ਨੂੰ ਮਿਲਣਾ ਹੈ, ਕਦੋਂ ਮਿਲੀਏ, ਕਿੱਦਣ ਨੂੰ ਮਿਲੀਏ, ਉਹ ਕਹਿੰਦੇ ਜੀ ਉਹ ਤਾਂ 2-3 ਜ਼ਿਲ੍ਹਿਆਂ ਦਾ ਚਾਰਜ ਉਹਨਾਂ ਦੇ ਕੋਲੇ ਹੈਗਾ ਹੈ, ਸਾਡੇ ਕੋਲੇ ਇੰਨੀਆਂ ਕੁ ਲਾਇਬ੍ਰੇਰੀਆਂ ਨੇ, ਸਾਰੇ ਜ਼ਿਲ੍ਹਿਆਂ 'ਚ ਲਾਇਬ੍ਰੇਰੀਆਂ ਵੀ ਨਹੀਂ, ਤੇ ਜਿਹੜੀਆਂ ਲਾਇਬ੍ਰੇਰੀਆਂ ਹੈਗੀਆਂ ਵੀ ਇਹ ਸਾਰੀਆਂ 'ਚ ਲਾਇਬ੍ਰੇਰੀਅਨ ਨਹੀਂ। ਜੇ ਅੱਜ ਇੱਕ ਬੱਚਾ, ਮੰਨ ਲਓ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਬੱਚਾ ਕਹੇ ਕਿ ਮੈਂ ਪੈਸੇ ਮੇਰੇ ਕੋਲ ਬਹੁਤੇ ਹੈ ਨਹੀਂ, ਮੈਂ IAS ਬਣਨਾ, ਮੈਂ ਸਿਵਲ ਸਰਵਿਸਿਜ਼ ਦਾ ਐਗਜ਼ਾਮ ਪਾਸ ਕਰਨਾ, ਕਿੱਥੋਂ ਜਾ ਕੇ ਕੋਚਿੰਗ ਲਊਗਾ? ਕੋਟਾ ਦੇ ਵਿੱਚੋਂ ਉਹਦੇ ਕੋਲ ਪੈਸੇ ਨਹੀਂ ਹੈਗੇ, ਕਿਉਂਕਿ ਆਮ ਬੰਦੇ ਨੂੰ ਇਸ ਪੱਖ ਤੋਂ ਇੰਨਾ ਜਕੜ ਕੇ ਰੱਖਿਆ ਗਿਆ ਕਿ ਇਹਨੂੰ ਸੋਝੀ ਨਾ ਆ ਜਾਵੇ ਕਿ ਕੇਰਲਾ ਵਾਲੇ ਕੀ ਕਰਦੇ ਆ, ਬੰਗਾਲ ਵਾਲੇ ਕੀ ਕਰਦੇ ਆ, UP ਵਾਲੇ ਕੀ ਕਰਦੇ ਆ। ਉਹਨੂੰ ਇੰਨਾ ਨਪੀੜ ਕੇ ਰੱਖਿਆ ਗਿਆ ਕਿ ਭਾਈ ਉਹਦੇ ਦਿਮਾਗ ਦੇ ਦਰਵਾਜ਼ੇ ਖੁੱਲ੍ਹਣ ਹੀ ਨਾ, ਕਿਤਾਬ ਉਹ ਪੜ੍ਹੇ ਹੀ ਨਾ, ਸੋਚੇ ਹੀ ਨਾ। ਜੇ ਪੜ੍ਹ ਵੀ ਗਿਆ ਤਾਂ ਉਹ ਟੈਂਕੀਆਂ ਦੇ ਉੱਤੇ ਚੜਿਆ ਰਹੇ, ਤੇ ਜੇ ਨੌਕਰੀ ਲੱਗ ਵੀ ਗਿਆ ਤਾਂ ਇਸ ਗੱਲ ਦੇ ਵਿੱਚ ਹੀ 10-15 ਸਾਲ, 40-45 ਸਾਲਾਂ ਦੀ ਉਮਰ ਤੱਕ ਉਲਝਿਆ ਰਹੇ ਕਿ ਭਾਈ ਮੈਂ ਪੱਕਾ ਕਿੱਦਾਂ ਹੋਣਾ। ਤੇ ਜੇ ਪੱਕਾ ਹੋ ਗਿਆ ਤਾਂ ਫਿਰ ਬਦਲੀਆਂ ਦੇ ਚੱਕਰ ਦੇ ਵਿੱਚ ਹੀ ਇਦਾਂ ਉਲਝਾ ਕੇ ਰੱਖੋ ਕਿ ਸਾਰੀ ਉਮਰ ਲੀਡਰਾਂ ਨੂੰ ਖਿੱਚ ਕੇ ਸਲੂਟ ਮਾਰੇ। ਤਾਂ ਜੇ ਉਹਨਾਂ ਨੂੰ ਮੌਕਾ ਨਹੀਂ ਦਿਓਗੇ ਵਿਗਸਣ ਦਾ, ਮੌਲਣ ਦਾ, ਉੱਗਣ ਦਾ, ਵੱਡੇ ਹੋਣ ਦਾ, ਤੇ ਸੰਧਾਲੀਆ ਸਭ ਕਸੂਰ ਕੱਢਣ ਨੂੰ ਤੁਸੀਂ ਕੱਢ ਸਕਦੇ ਹੋ, ਲੀਡਰ ਬੰਦੇ ਹੋ, ਪਰ ਅਸਲ ਦੇ ਵਿੱਚ ਕਸੂਰ ਤਾਂ ਕੱਢਿਆ ਜਾ ਸਕਦਾ ਜੇ ਉਹਨਾਂ ਨੂੰ ਕਿਤੇ ਮੌਕਾ ਦੇ ਕੇ ਦੇਖੋ, ਨੇਰੀਆਂ ਲਿਆ ਦੇਣਗੇ। ਕਿਉਂ ਦੇਈਏ ਮੌਕਾ? ਨਾ ਦਿਓ ਮਹਾਰਾਜ। ਸਿਮ ਇੱਕ ਲਾਈਨ ਦੇ ਵਿੱਚ ਅਸੀਂ ਗੱਲ ਮੁਕਾ ਦੇਣੀ। ਤੁਸੀਂ ਸਟਾਰਟਿੰਗ ਦੇ ਵਿੱਚ ਹਾਕੀ ਫੜਾਈ ਸੀ, ਉਹ ਮੈਂ ਅਜੇ ਤੱਕ ਫੜੀ ਉਸੇ ਤਰ੍ਹਾਂ ਹੀ। ਹੁਣ ਗਿੱਟੇ ਛੱਲੋ। ਹਾਂ, ਮੈਂ ਉਹੀ ਕਹਿ ਰਿਹਾ ਵੀ ਤੁਸੀਂ ਕਿਆ ਉਹਨੂੰ ਗੋਲ ਸਿਖਾਓ, ਉਹਨੂੰ ਗਰਾਊਂਡ ਬਣਾ ਕੇ ਦਿਓ, ਉਹਨੂੰ ਸਿਖਾਓ, ਉਹਨੂੰ ਪੜ੍ਹਾਓ, ਉਹਨੂੰ ਵੱਡਾ ਬੰਦਾ ਬਣਾਓ ਵੀ ਤਾਂ ਕੱਲ੍ਹ ਨੂੰ ਸਾਡਾ ਸਿਰ ਪਾੜੇ। ਉਹਨੂੰ ਚੰਗਾ ਨਹੀਂ, ਮੈਨੂੰ ਹਾਕੀ ਦੀ ਜਗ੍ਹਾ ਤੇ ਰਾੜ ਫੜਾਓ ਵੀ ਤੂੰ ਉਹਦੇ ਸਿਰ 'ਚ ਮਾਰੋ, ਉਹ ਤੇਰੇ ਮਾਰੇ, ਉਸ ਤੋਂ ਬਾਅਦ ਪੱਟੀਆਂ ਕਰਾ ਕੇ ਥਾਣੇ ਤੁਸੀਂ ਦੋਵਾਂ ਨੇ ਜਾਣਾ। ਸਾਡਾ ਕੋਈ ਲੈਣਾ ਦੇਣਾ ਨਹੀਂ ਵੀਰ। ਦੇਖੋ ਕਾਰਨ ਇਹ ਹੈ ਵੀ ਦੇਖੋ ਜੇ ਤੇ ਉਹ ਸਾਨੂੰ ਤੰਗ ਕਰਨਗੇ ਵੀ ਤੁਸੀਂ ਸਾਨੂੰ ਐਜੂਕੇਸ਼ਨ ਦਿਓ, ਸਾਨੂੰ ਲਾਇਬ੍ਰੇਰੀ ਬਣਾ ਦਿਓ, ਸਾਨੂੰ ਆਹ ਕਰ ਦਿਓ, ਸਾਨੂੰ ਆਹ ਸਿਆਪੇ ਤੇ ਮੇਰੇ ਗਲ ਪਏ ਨਾ, ਤੇ ਵੀਰ ਜੀ ਫਿਰ ਟਿੱਪਰ ਲੈਣਾ ਨਵਾਂ, ਉੱਧਰੋਂ ਰੇਤ ਵੀ ਕੱਢਣੀ ਹੈ, ਕੀ ਕਰਦੇ ਹੋ? ਨਹੀਂ ਠੀਕ ਹੈ, ਮੈਂ ਮੰਨ ਗਿਆ। ਹੋਰ 100 ਕੰਮ ਨੇ ਕਰਨ ਵਾਲੇ। ਛੋਟੇ ਕਾਕਾ ਜੀ ਵੱਡੇ ਹੋ ਜਾਣੇ, ਉਹਨਾਂ ਲਈ ਵੀ ਕੋਈ ਜਗ੍ਹਾ ਜੀ ਲੱਭ ਕੇ ਉੱਥੋਂ ਵੀ ਫਿੱਟ ਕਰਨਾ ਹੋਇਆ। ਨੋ ਰਾਣੀ ਨੇ ਵੀ ਕੱਲ੍ਹ ਨੂੰ ਕਹਿਣਾ ਵੀ ਮੈਂ ਵੀ ਗਾਂ ਇਲੈਕਸ਼ਨ 'ਚ ਆਉਣਾ। ਹੁਣ ਉਹ ਸਾਰੇ ਪ੍ਰਬੰਧ ਜਿਹੜੇ ਹੈ ਉਹ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੈ ਵੀ ਇਹ ਜਿਹੜੀ ਭੀੜ ਹੈ ਇਹ ਆਪਸ 'ਚ ਫਸੀ ਰਵੇ ਇੱਕ ਦੂਜੇ ਦੇ ਨਾਲ। ਯਾਨੀ ਇੱਕ ਗਰਾਊਂਡ 'ਚ 40-40 ਖੇਡਣ, 11-22 400 ਖੇਡਣ ਯਾਰ, 40 ਕਿਉਂ ਖੇਡਣ? 400 ਖੇਡਣ, ਉਹਨਾਂ 'ਚੋਂ 10-20 ਮਰਨ, ਫਿਰ ਬਾਕੀ ਦੇ ਉੱਥੇ ਧਰਨੇ ਤੇ ਬਹਿਣ, ਫਿਰ ਕੋਈ ਗੱਲ ਹੀ ਬੈਠ ਰਿਹਾ, ਉਹਨਾਂ ਦਾ ਟਾਈਮ ਨਿਕਲਦਾ ਰਵੇ ਉੱਥੇ। ਉਹ ਜ਼ਿਆਦਾ ਸੂਟ ਕਰਦੇ ਸਾਨੂੰ ਚੀਜ਼। ਯਾਰ ਤੁਸੀਂ ਕਹੀ ਜਾਂਦੇ ਇਹਨੂੰ ਆਹ ਦਿਓ, ਇਹਨਾਂ ਨੂੰ ਸਿਖਾਓ ਗਾਜਾ ਪੱਟੀ 'ਚ ਕੀ ਹੋ ਰਿਹਾ। ਗਾਜਾ ਪੱਟੀ 'ਚ ਕਦੇ ਮੋਇਆ ਪੁੱਛਣਾ, ਉੱਥੇ ਉਹਨਾਂ ਦੇ ਆਪਣੇ ਸਿਰ 'ਤੇ ਜਿਹੜੀ ਪੱਟੀ ਰੋਜ਼ ਵੱਜਦੀ ਹੈ ਉਹਦੇ 'ਤੇ ਮੈਨੂੰ ਫਸਾ ਕੇ ਰੱਖੋ ਵੀ ਵੀਰ ਮੇਰਾ ਤੇਰੀ ਨਾ ਹੁਣ ਪੱਟੀ ਖਰਾਬ ਹੋ ਗਈ, ਤੂੰ ਡਾਕਟਰ ਕੋਲ ਚੇਂਜ ਕਰਾ ਕੇ ਲਿਆ, ਤੇ ਜਿੱਦਣ ਇਹ ਲੱਥ ਜਾਵੇ, ਸਰੀਰ ਠੀਕ ਹੋ ਜਾਵੇ, ਉਦੋਂ ਹਾਕੀ ਫਿਰ ਮਰਵਾ ਦੇਣੀ ਸਿਰ ਦੇ ਵਿੱਚ, ਤੇਰੇ ਲੈ ਦੁਬਾਰਾ ਬਣਾ ਲਾ। ਪੱਟੀ ਰੈਗੂਲਰ ਚੱਲਣੀ ਚਾਹੀਦੀ ਹੈ, ਪੱਟੀ ਰੈਗੂਲਰ ਨਵੀਂ। ਹਾਂ, ਉਹ ਦੇਖੋ ਇਹ ਹੈ WhatsApp ਹਿਸਾਬ ਤਾਂ। ਇਸ ਕਰਕੇ ਕਾਰਨ ਇਹ ਹੈ ਵੀ ਜਿਹੜੇ ਬੰਦਿਆਂ ਕੋਲ ਆਪਾਂ ਆਸ ਕਰਦੇ ਆ ਨਾ ਉਹ ਛੱਡ ਦਿਓ। ਜਦ ਤੱਕ ਆਪਾਂ ਆਸ ਨਹੀਂ ਛੱਡਦੇ ਉਨੀ ਦੇਰ ਤੱਕ ਮਸਲਾ ਨਹੀਂ ਹੱਲ ਹੋਣਾ। ਕਿਉਂਕਿ ਤੁਸੀਂ ਦੇਖੋ ਜਿੰਨੀਆਂ ਤੁਸੀਂ ਗੱਲਾਂ ਘੁਮਾ ਕਰਦੇ ਹੋ ਜੀ, 1 ਮਿੰਟ 'ਚ ਮੈਂ ਦੱਸ ਰਿਹਾ ਵੀ ਸਾਨੂੰ ਸੂਟ ਕਰਦੀ ਹੈ ਚੀਜ਼, ਅਸੀਂ ਤਾਂ ਰੱਖਦੇ ਹਾਂ। ਜਾਨੀ ਤੁਹਾਡੇ ਅਨੁਸਾਰ ਚੱਲ ਰਿਹਾ ਨਾ ਕੰਮ? ਬਹੁਤ ਹੀ ਵਧੀਆ। ਬਹਿ ਜਾ ਬਸ ਠੀਕ ਹੈ। ਅੱਗੇ ਆਈਏ ਹੁਣ, ਪੰਜਾਬ ਆ ਹੀ ਗਏ ਆ। ਮੈਨੂੰ ਲੱਗਦਾ ਆ ਗਿਆ ਤਾਂ ਫਿਰ ਆ ਜਾਓ। ਦੇਖੋ ਕਾਰਨ ਇਹ ਹੈ ਵੀ ਕੱਲ ਆਪਾਂ ਗੱਲ ਕੀਤੀ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਨੂੰ ਕਾਲੇ ਨੇ ਬੰਦੇ। ਉਹ ਮੈਨੂੰ ਲੱਗਦਾ ਵੀ ਗੱਲ ਪਹੁੰਚ ਗਈ ਉਹਨਾਂ ਤੱਕ, ਕਿਉਂਕਿ ਬਿਆਨ ਉਹਨਾਂ ਨੇ ਦੇ ਦਿੱਤਾ। ਪਹੁੰਚ ਗਈ ਕਿ ਪਹੁੰਚਾਤੀ ਤੁਸੀਂ? ਯਾਰ ਹੁਣ ਕੱਲ ਇੱਥੇ ਸਾਰੇ ਸਾਹਮਣੇ ਹੀ ਬੋਲਣਾ ਆਪਾਂ, ਮੈਂ ਕਿਹੜਾ ਵੱਖਰਾ ਫੋਨ ਕੀਤਾ ਕੋਈ? ਮੈਂ ਤਾਂ ਫੋਨ ਦੀ ਗੱਲ ਹੀ ਨਹੀਂ ਕੀਤੀ। ਗੱਲ ਕਿਸ ਨੇ ਕੀਤੀ? ਟੱਬਰ ਦੱਸ ਦੂਗਾ। ਫੋਨ ਦੀ ਗੱਲ ਹੋਈ ਕਿਤੇ? ਅੱਛਾ, ਨਹੀਂ ਕੋਈ ਗੱਲ, ਮੇਰੀ ਗੱਲ ਦੱਸੋ ਨਾ, ਜਵਾਬ ਦਿਓ। ਕੋਈ ਫੋਨ ਦੀ ਗੱਲ ਹੋਈ? ਅੱਛਾ, ਉਹਨਾਂ ਨੇ ਭਾਈ ਸਾਹਿਬ ਹੁਣ ਅਗਲੀ ਗੱਲ ਰੱਖਤੀ। ਆਪਾਂ ਇਹ ਤੋਂ ਪਹਿਲਾਂ ਕੱਲ ਗੱਲ ਕਰਦੇ ਸੀ ਵੀ ਜਿਹੜੀਆਂ ਚੀਜ਼ਾਂ ਇਸ ਤੋਂ ਪਹਿਲਾਂ 2016 ਦੇ ਵਿੱਚ ਕਹਿ ਕੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਨੇ ਆਖਿਆ ਵੀ ਸਾਨੂੰ ਮੌਕਾ ਦੇ ਦਿਓ, ਆ ਸਾਰਾ ਕੁਝ ਸੈੱਟ ਕਰ ਦੇਣਾ। ਚਲੋ ਆਮ ਆਦਮੀ ਪਾਰਟੀ ਵਾਲਾ ਦਾ ਨਹੀਂ ਲੱਗਿਆ, ਕਾਂਗਰਸ ਵਾਲਿਆਂ ਨੂੰ ਇੰਨਾ ਬਹੁਮਤ ਮਿਲਿਆ ਵੀ ਬੰਦੇ ਨਹੀਂ ਉਹਨਾਂ ਕੋਲੋਂ ਪਛਾਣੇ ਜਾਂਦੇ। ਮਤਲਬ ਅੱਜ ਵੀ ਹੋ ਸਕਦਾ ਵੀ ਸਰਦਾਰ ਅਮਰਿੰਦਰ ਸਿੰਘ ਜੀ ਕੈਪਟਨ ਸਾਹਿਬ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਨੂੰ ਕਦੇ ਪੁੱਛ ਲਓ ਨਾ ਵੀ MLA ਤੁਹਾਡੇ 80 ਨੇ ਜੀ, ਕੋਈ ਸਾਰਿਆਂ ਦੇ ਨਾਂ ਆਉਂਦੇ ਆ? ਉਹਨਾਂ ਕੋਈ ਗੱਲ ਨਹੀਂ, ਮੈਂ ਕਹਿਣਾ ਲਿਸਟ ਉਹਨੇ ਮੰਗਵਾ ਲੈਂਦੇ ਆਪਾਂ, ਪੁੱਛ ਇੰਨਾ ਬਹੁਮਤ ਪੰਜਾਬੀਆਂ ਨੇ ਜ਼ਿਆਦਾ ਹੈ ਨਾ। ਉਦੋਂ ਬਾਅਦ ਵੀ ਜਦੋਂ 4.5 ਸਾਲ ਬਾਅਦ ਸਾਰੇ ਕੰਮ ਉੱਥੇ ਦੇ ਉੱਥੇ ਖੜੇ ਆ, ਤੇ ਅਕਾਲੀ ਦਲ ਕਹਿਣ ਲੱਗ ਪਿਆ ਵੀ ਠੀਕ ਆ ਫਲਾਨੀ ਚੀਜ਼ ਸਾਡੇ ਮੱਥੇ ਮੜੀ ਜਾਂਦੇ, ਹੁਣ ਕੀਤਾ ਨਹੀਂ, ਢੀਂਗੜੀ ਚੀਜ਼ ਅਸੀਂ ਕਰ ਦਿੱਤੀ ਵੀ ਸਾਨੂੰ ਫੜ ਕੇ ਅੰਦਰ ਨਹੀਂ ਦਿੱਤਾ। ਇੱਕੋ ਇੱਕ ਮਸਲਾ ਸੀ ਜਿਹੜਾ ਕਿ ਇਸ ਵਕਤ ਬਹੁਤ ਜ਼ਿਆਦਾ ਭਖਿਆ ਪਿਆ, ਉਹ ਸੀ ਬੇਅਦਬੀ ਦਾ। ਹੁਣ ਉਹਦੇ 'ਤੇ ਵੀ ਉਹਨਾਂ ਨੇ ਇਕੱਲੇ ਬੰਦੇ ਦਾ ਨਾਂ ਲੈ ਤਾ। ਉਹ ਕਹਿੰਦੇ ਵੀ ਇਹ ਇਕੱਲੇ ਬੰਦੇ ਨੂੰ ਮੇਰੀ ਅਪੀਲ ਆ ਵੀ ਸਬੂਤ ਜੇ ਇਹਨਾਂ ਕੋਲ ਹੈਗੇ ਆ ਸਾਡੇ ਖਿਲਾਫ ਆ ਜਾਂ ਮੇਰੇ ਖਿਲਾਫ ਆ, ਤੇ ਇਹ ਲੋਕਾਂ ਦੀ ਕਚਹਿਰੀ 'ਚ ਰੱਖ ਦੇਣ, ਬਾਕੀ ਕਚਹਿਰੀਆਂ ਛੱਡੋ। ਤੁਸੀਂ ਇੱਕ ਵਾਰ ਦੱਸ ਦਿਓ ਵੀ ਆਹ ਕੰਮ ਸੀ, ਆਹ ਇੱਦਾਂ ਹੋਇਆ, ਇਸ ਬੰਦੇ ਨੇ ਕੀਤਾ,
ਤੇ ਆਪਾਂ ਮੰਨ ਲੈਂਦੇ ਵੀ ਮੇਰੀ ਗਲਤੀ ਹੈ। ਸੰਧਾਲੀਆ ਸਾਹਿਬ, ਇਹ ਜਿਹੜਾ ਪੈਂਤੜਾ ਅਕਾਲੀ ਦਲ ਨੇ ਲਿਆ ਬਹੁਤ ਸੋਚ ਸਮਝ ਕੇ ਲਿਆ ਲੱਗਦਾ, ਪਰ ਇੰਨੀ ਗੱਲ ਹੈਗੀ ਆ, ਇਹ ਪੈਂਤੜਾ ਪੰਜਾਬ ਦੇ ਲੋਕਾਂ ਨੂੰ ਰਾਸ ਆ ਸਕਦਾ। ਆਪਾਂ ਪਿਛਲੇ ਸਮੇਂ 'ਚ ਕਈ ਵਾਰੀ ਗੱਲ ਆਖੀ ਆ ਕਿ ਇੱਕ ਲੀਡਰ ਉੱਠਦਾ, ਉਹ ਪ੍ਰੈਸ ਕਾਨਫਰੰਸ ਕਰਦਾ ਕਿ ਆਹ ਲੀਡਰ ਨੇ ਕਰੋੜਾਂ ਦਾ ਘਪਲਾ ਕੀਤਾ, ਇੱਥੋਂ ਪੈਸੇ ਖਾ ਗਿਆ, ਉੱਥੋਂ ਖਾ ਗਿਆ, ਤੇ ਪ੍ਰੈਸ ਕਾਨਫਰੰਸ ਕਰਕੇ ਘਰੇ ਜਾ ਬਹਿੰਦਾ, ਦੂਜੇ ਦਿਨ ਉਡੀਕਦਾ ਕਿ ਦੇਖਦੇ ਅਖਬਾਰ 'ਚ ਫੋਟੋ ਕਿੱਡੀ ਕੁ ਲੱਗੀ ਆ। ਉਹਦੇ ਤੋਂ ਬਾਅਦ ਜਿਹਦੇ ਤੇ ਇਲਜ਼ਾਮ ਲੱਗੇ ਹੁੰਦੇ ਆ ਉਹ ਕਹਿੰਦਾ ਮੈਂ ਨਹੀਂ, ਇੰਨੇ ਖਾਦੇ ਆ, ਫਲਾਣੇ ਪ੍ਰੋਜੈਕਟ ਦੇ ਵਿੱਚੋਂ ਖਾਦੇ ਆ। ਉਹ ਫਿਰ ਦੂਜੇ ਦਿਨ ਉਹ ਅਖਬਾਰ ਉਡੀਕਦਾ, ਨਾਲ ਵੀਡੀਓ ਦੇਖਦਾ ਕਿ ਚੈਨਲ ਦੇ ਉੱਤੇ ਚੱਲੀ ਬਈ, ਬੜੀ ਵਧੀਆ ਚੱਲੀ, ਲੋਕਾਂ ਨੇ ਧੂਆਂ ਕੱਢਤਾ ਫਲਾਣੇ ਦਾ। ਪਰ ਇਹਨਾਂ ਦੇ ਵਿੱਚੋਂ ਕੋਈ ਵੀ ਲੀਡਰ, ਤੁਸੀਂ ਇਲਜ਼ਾਮ ਲਾਉਂਦੇ ਆ, ਸਬੂਤ ਹੋਣਗੇ। ਕੋਈ ਵੀ ਲੀਡਰ ਅਦਾਲਤ ਦੇ ਵਿੱਚ, ਅਸੀਂ ਤਾਂ ਕਹਿੰਦੇ ਨੇ ਪ੍ਰੈਸ ਕਾਨਫਰੰਸ ਨਾ ਕਰੋ, ਸਾਡਾ ਵੀ ਕੰਮ ਵਧਾਇਆ ਹੀ। ਤੁਸੀਂ ਜਾ ਕੇ ਅਦਾਲਤ ਦੇ ਵਿੱਚ ਸਬੂਤ ਦਿਓ ਕਿ ਭਾਈ ਆਹ ਭਾਰਤ ਦੇ ਲੋਕਾਂ ਦਾ ਪੈਸਾ ਹੈ, ਐਸ ਲੀਡਰ ਨੇ ਖਾਧਾ, ਆਹ ਕੰਮ ਇਹਨੇ ਨਿਯਮ ਤੋਂ ਬਾਹਰ ਜਾ ਕੇ ਕੀਤਾ, ਤੇ ਇਹਨੂੰ ਸਜ਼ਾ ਦਿਓ। ਆਪ ਕੇਸ ਲੜੋ। ਮਾਣਹਾਨੀ ਦੇ ਕੇਸ ਵੀ ਤਾਂ ਤੁਸੀਂ ਕਰਦੇ ਹੋ। ਵਕੀਲਾਂ ਦੀ ਹਰ ਪਾਰਟੀ ਦੇ ਕੋਲੇ ਸਿਆਸੀ ਤੌਰ ਦੇ ਉੱਤੇ ਫੌਜ ਹੈਗੀ ਆ, ਉਹਨਾਂ ਵਕੀਲਾਂ ਨੂੰ ਮਾੜ ਜਾ ਇਧਰਲੇ ਪਾਸੇ ਵਰਤ ਲਓ। ਪਰ ਨਹੀਂ, ਹੁਣ ਪਿਛਲੇ ਦਿਨਾਂ ਦੀ ਲਗਾਤਾਰ ਚਰਚਾ ਚੱਲੀ ਜਾਂਦੀ ਹੈ, ਨਵਜੋਤ ਸਿੰਘ ਸਿੱਧੂ ਵੀ ਘੇਰਦੇ ਆ, ਸਾਰੇ ਜਣੇ ਘੇਰਦੇ ਆ, ਅਕਾਲੀਆਂ ਨੂੰ ਵੀ ਘੇਰਦੇ, ਕੈਪਟਨ ਸਾਹਿਬ ਨੂੰ ਵੀ ਘੇਰਦੇ ਕਿ ਇਨਸਾਫ ਨਹੀਂ ਮਿਲਿਆ। ਇੱਕ ਗੱਲ ਤਾਂ ਸਾਰਿਆਂ ਦੀ ਕਲੀਅਰ ਹੈ ਨਾ, ਬੇਅਦਬੀ ਹੋਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਜਿਹੜੇ ਆ ਉਹ ਗਲੀਆਂ ਦੇ ਵਿੱਚ ਖਿਲਾਰੇ ਗਏ, ਉਹਦੇ ਤੋਂ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਪੈਂਤੜਾ ਲਿਆ, ਉਹ ਕਹਿੰਦੇ ਮੈਂ 4-5 ਲੀਡਰ ਨੇ ਸਾਡੇ ਉੱਤੇ ਬਾਰ-ਬਾਰ ਇਲਜ਼ਾਮ ਲਾਉਂਦੇ ਆ। ਉਹਨਾਂ ਨੇ ਕੈਪਟਨ ਸਾਹਿਬ ਦਾ ਵੀ ਜ਼ਿਕਰ ਕੀਤਾ, ਨਵਜੋਤ ਸਿੰਘ ਸਿੱਧੂ ਦਾ ਵੀ ਜ਼ਿਕਰ ਕੀਤਾ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਵੀ ਜ਼ਿਕਰ ਕੀਤਾ, ਸੁਨੀਲ ਜਾਖੜ ਸਾਹਿਬ ਦਾ ਵੀ ਜ਼ਿਕਰ ਕੀਤਾ, ਤੇ ਭਗਵੰਤ ਮਾਨ ਦਾ ਜ਼ਿਕਰ ਕੀਤਾ। ਦੋ ਹੀ ਪਾਰਟੀਆਂ ਦੇ ਨਾਲ ਉਹਨਾਂ ਦਾ ਮੁਕਾਬਲਾ, ਤੇ ਦੋਨੇ ਪਾਰਟੀਆਂ ਦੇ ਲੀਡਰ ਤਿੰਨ ਹੀ ਲਾ ਲੈਨੇ ਆ। ਸਿੱਧੂ ਸਾਹਿਬ ਵੱਖਰੇ ਥੋੜਾ ਜਿਹਾ ਰੱਖ ਲੈਨੇ ਆ, ਮੜ ਜਾ ਹੁੰਦਾ ਨਾ ਕਿ ਇੱਥੇ ਐਦਾਂ ਕਰੋ ਨਿਸ਼ਾਨ ਲਾ ਦਿਓ ਅੱਜ ਕਿ ਭਾਈ ਇਧਰਲੇ ਪਾਸੇ ਨਹੀਂ ਆਉਣਾ। ਤਿੰਨ ਬੰਦੇ, ਭਗਵੰਤ ਮਾਨ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਮੁੱਖ ਵਿਰੋਧੀ ਮੰਨੇ ਜਾ ਰਹੇ ਸੁਖਬੀਰ ਸਿੰਘ ਬਾਦਲ ਦੇ, ਤਿੰਨਾਂ ਨੂੰ ਚੁਣੌਤੀ ਦੇ ਦਿੱਤੀ। ਉਹ ਕਹਿੰਦੇ ਪਹਿਲੀ ਗੱਲ, ਗਲਤੀ ਸਾਡੀ ਕੋਈ ਨਹੀਂ, ਕੇਵਲ ਬਦਨਾਮ ਕੀਤਾ ਗਿਆ। ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ ਕਿ ਸਾਡਾ ਕਸੂਰ ਹੈ, ਤੁਸੀਂ ਐਂ ਕਰੋ, ਅਦਾਲਤ ਦੇ ਵਿੱਚ ਜਾ ਕੇ ਸਬੂਤ ਦਿਓ ਕਿ ਅਕਾਲੀ ਦਲ ਨੇ ਕਿੱਥੇ ਗਲਤੀ ਕੀਤੀ ਹੈ ਜਾਂ ਅਸੀਂ ਕਿੱਥੇ ਗਲਤੀ ਕੀਤੀ ਹੈ। ਦੂਸਰੀ ਗੱਲ ਨਾਲ ਹੀ ਘੇਰ ਲੈ, ਉਹ ਕਹਿੰਦੇ ਜੇ ਅੱਜ ਇਹਨਾਂ ਦੇ ਕੋਲੇ ਸਬੂਤ ਹੈਗੇ ਆ ਤਾਂ ਦੇ ਦਿਓ। ਦੂਸਰੀ ਗੱਲ ਕਿ ਜੇ ਇਹਨਾਂ ਦੇ ਕੋਲੇ ਸਬੂਤ ਅੱਜ ਤੱਕ ਸੀਗੇ, ਕੱਲਾ ਮੀਡੀਆ 'ਚ ਬਿਆਨ ਦਿੰਦੇ ਰਹੇ, ਤੇ ਇਹਨਾਂ ਨੇ 5-6 ਸਾਲ ਸੂਬੇ ਦੇ ਲੋਕਾਂ ਨੂੰ, ਸਮੁੱਚੀ ਸਿੱਖ ਸੰਗਤ ਨੂੰ ਸਬੂਤ ਉਹਨਾਂ ਦੇ ਸਾਹਮਣੇ ਨਾ ਰੱਖ ਕੇ ਇਨਸਾਫ ਇੰਨਾ ਦੇਰੀ ਦੇ ਨਾਲ ਕਿਉਂ ਦਿੱਤਾ। ਹੁਣ ਜੇ ਉਹ ਸਾਰੇ ਬੰਦੇ ਕਹਿੰਦੇ ਆ ਕਿ ਸਾਡੇ ਕੋਲੇ ਸਬੂਤ ਆ, ਤਾਂ ਦੂਜੇ ਸਵਾਲ ਦੇ ਵਿੱਚ ਘੇਰ ਲੈ ਕੇ ਭਾਈ ਤੁਸੀਂ ਅੱਜ ਤੱਕ ਕਿਉਂ ਨਾ ਦਿੱਤੇ। ਤੇ ਜੇ ਉਹ ਕਹਿੰਦੇ ਸਾਡੇ ਕੋਲੇ ਸਬੂਤ ਨਹੀਂ, ਤਾਂ ਅਗਲੇ ਕਹਿਣਗੇ ਦੇਖਿਆ ਸਾਨੂੰ ਬਦਨਾਮ ਕਰਦੇ ਸੀ। ਹੁਣ ਸੰਧਾਲੀਆ ਸਾਹਿਬ, ਇਹ ਸਾਰਾ ਕੁਝ ਠੀਕ ਹੈ, ਪਰ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੋ ਆਖਿਆ ਲੌਜਿਕ ਆ, ਤਰਕ ਆ। ਪਰ ਇੱਕ ਸਵਾਲ ਹੈਗਾ ਕਿ ਜਿਸ ਵੇਲੇ ਦੇ ਵਿੱਚ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੀ, ਜਿੱਦਾਂ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਡਿਊਟੀ ਹੈ, ਜ਼ਿੰਮੇਵਾਰੀ ਹੈ ਕਿ ਤੁਸੀਂ ਐਜ਼ ਏ ਪੰਜਾਬ ਦੇ ਮੁੱਖ ਮੰਤਰੀ ਤਨਖਾਹ ਲੈਂਦੇ ਹੋ, ਤੁਹਾਡਾ ਕੰਮ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣਾ, ਜਾਂ ਇਹ ਕਹਿਣਾ ਨਹੀਂ ਕਿ SIT ਬਣਾਤੀ। ਤੁਹਾਡਾ ਕੰਮ ਹੈ ਕਿ ਭਾਈ ਆਹ ਮਸਲਾ ਪੰਜਾਬ ਦੇ ਲੋਕਾਂ ਦਾ ਵਾਅਦਾ ਕੀਤਾ ਸੀ ਤੇ ਪੂਰਾ ਕਰੋ, ਕਿਸੇ ਵੀ ਤਰੀਕੇ ਕਰੋ। ਇਸੇ ਤਰੀਕੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਮੰਤਰੀ ਮੰਡਲ ਦੇ ਵਿੱਚ ਸਨ, ਤੇ ਸੁਖਬੀਰ ਸਿੰਘ ਬਾਦਲ ਸਾਹਿਬ ਮੰਤਰੀ ਮੰਡਲ ਦੇ ਵਿੱਚ ਸਨ, ਤਾਂ ਕੱਲਾ ਆਪਾਂ ਇਹ ਕਹਿ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ 100% ਦੀ ਬਰੀ ਨਹੀਂ ਹੋ ਸਕਦੇ ਕਿ ਭਾਈ ਸਾਡਾ ਕਸੂਰ ਕੋਈ ਨਹੀਂ। ਇਹ ਤਾਂ ਇੱਕ ਵੱਖਰਾ ਮਸਲਾ ਕਿ ਤੁਹਾਡਾ ਕਸੂਰ ਹੈਗਾ ਜਾਂ ਨਹੀਂ ਹੈਗਾ, ਅਦਾਲਤ ਨੇ ਫੈਸਲਾ ਕਰਨਾ। ਪਰ ਇੱਕ ਮੰਤਰੀ ਦੇ ਤੌਰ ਦੇ ਉੱਤੇ ਲੋਕਾਂ ਦੇ ਸਾਹਮਣੇ ਇਸ ਗੱਲ ਦੀ ਡਿਊਟੀ ਦਾ ਬਣਦੀ ਹੈ ਕਿ ਉਹ ਘਟਨਾ ਘਟਦੀ ਨਾ, ਜੇ ਘਟੀ ਹੈ ਤਾਂ ਸਰਕਾਰ ਦੇ ਹੁੰਦਿਆਂ ਇਨਸਾਫ ਮਿਲਦਾ। ਬਿਆਨ ਉਹ ਪਤਾ ਨਹੀਂ ਦੇਣ ਨਾ ਦੇਣ, ਪਰ ਮੈਨੂੰ ਐਕਸਪੈਕਟਡ ਆ ਕਿ ਉਹ ਕੀ ਬਿਆਨ ਦੇ ਸਕਦੇ ਆ। ਦੇਖੋ ਇਹ ਵੀ ਕੰਮ ਹੋਣ ਲੱਗ ਪਿਆ ਹੁਣ ਯਾਰ, ਤੁਸੀਂ ਮੈਨੂੰ ਤੰਗ ਨਾ ਕਰਿਓ ਵੀ ਤੁਸੀਂ ਫਿਊਚਰ 'ਚ ਪਹਿਲਾਂ ਬਿਆਨ ਦੇ ਲੈਣਾ ਵੀ ਅਗਲਾ ਬੰਦਾ ਕੀ ਬਿਆਨ ਦਿਓ। ਦੇਖੋ ਬਿਆਨ ਇੱਥੇ ਮਤਲਬ ਐਜ਼ ਏ ਪੋਲੀਟੀਸ਼ੀਅਨ ਬਿਆਨ ਇਹ ਦਿੱਤਾ ਜਾਂਦਾ ਵੀ ਦੇਖੋ ਠੀਕ ਹੈ ਬਾਟ ਸਾਹਿਬ, ਅਸੀਂ ਤੁਹਾਡੀ ਗੱਲ ਮੰਨਦੇ ਹਾਂ, ਉਦੋਂ ਠੀਕ ਸੀ, ਸਾਡੇ ਕੋਲੇ ਕੰਮ ਸੀ, ਅਸੀਂ ਉਹ ਸਾਡੇ ਰਾਜ ਦੇ ਵਿੱਚ ਹੋ ਗਿਆ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਸਾਡੇ ਕੋਲੇ ਉਦੋਂ ਬਾਅਦ ਥੋੜ੍ਹਾ ਜਿਹਾ ਟਾਈਮ ਬਚਿਆ, ਅਸੀਂ ਉਹਦੇ ਵਿੱਚ ਜ਼ੋਰਾ ਸਿੰਘ ਹੋਰਾਂ ਦੀ ਡਿਊਟੀ ਲਾਈ, ਜਸਟਿਸ ਜ਼ੋਰਾ ਸਿੰਘ ਹੋਰੀ, ਉਹਨਾਂ ਨੇ ਜਾਂਚ ਕਰਕੇ ਦੱਸਣਾ ਸੀ ਸਾਈਜ਼। ਉਹ ਉਦੋਂ ਬਾਅਦ ਲੋਕਾਂ ਦੇ ਵਿੱਚ ਇਹ ਸਾਰਾ ਕੁਝ ਚਲਾ ਗਿਆ ਵੀ ਅਸੀਂ ਗਲਤੀ ਕੀਤੀ, ਸਾਡੇ ਕੋਲੋਂ ਆਹ ਜਿਹੜੀ ਚੀਜ਼ ਸੀ ਉਹਦਾ ਖਿਆਲ ਨਹੀਂ ਰੱਖਿਆ ਗਿਆ, ਤੇ ਲੋਕਾਂ ਨੇ ਸਾਨੂੰ ਸਜ਼ਾ ਦੇ ਦਿੱਤੀ ਨਾ। 2017 'ਚ ਅਸੀਂ ਹਾਰ ਗਏ ਹਾਂ, ਜਾਂ ਤੇ ਆਖੋ ਵੀ ਸਾਨੂੰ ਸਜ਼ਾ ਨਹੀਂ ਮਿਲੀ। ਹੁਣ ਜਦੋਂ ਸਜ਼ਾ ਵੀ ਅਸੀਂ ਭੁਗਤ ਲਈਏ, ਅਸੀਂ ਉਦੋਂ ਆਪਣਾ ਕੰਮ ਹੀ ਕੀਤਾ, ਹੁਣ ਅਸੀਂ ਅਹਿਸਾਸ ਵੀ ਕਰ ਲਿਆ ਵੀ ਯਾਰ ਇਸ ਚੀਜ਼ ਨੂੰ ਇਦਾਂ ਨਹੀਂ ਤੇ ਇਦਾਂ ਕਾਬੂ ਕੀਤਾ ਜਾ ਸਕਦਾ ਸੀ। ਆਹ ਜਿਹੜੇ ਉਦੋਂ ਦੋਸ਼ ਲਾਉਂਦੇ ਸੀ ਸਾਡੇ ਤੇ ਵੀ ਇਦਾਂ ਨਹੀਂ ਕੀਤਾ, ਇਦਾਂ ਨਹੀਂ ਕੀਤਾ, ਇਹਨਾਂ ਨੇ ਤਾਂ ਇੰਨਾ ਕੁਝ ਵੀ ਕੀਤਾ ਜੀ। ਆਹ ਤੁਸੀਂ 2022 ਦੇ ਵਿੱਚ ਇੱਕ ਵਾਰ ਮੌਕਾ ਦਿਓ, 2023 ਤੱਕ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਾਂਗੇ। ਕਿ ਮੈਂ ਨਹੀਂ ਕਹਿੰਦਾ ਇਹ ਬਿਆਨ ਆ ਸਕਦਾ, ਮੈਂ ਤਾਂ ਕਿਹਾ
ਨਹੀਂ ਠੀਕ ਹੈ ਮਹਾਰਾਜ। ਤੇ ਤੁਸੀਂ ਦੱਸੋ ਇਹ ਗੱਲ ਸਾਰੀ ਐ ਕਵਰ ਹੋ ਜਾਂਦੀ ਕਿ ਨਹੀਂ? ਨਹੀਂ ਕਵਰ ਹੋ ਜਾਂਦੀ ਆ। ਇੱਦਾਂ ਹੀ ਕੈਪਟਨ ਸਾਹਿਬ ਨੇ ਵੀ ਕਿਹਾ ਸੀ, ਬਾਕੀ ਲੀਡਰਾਂ ਨੇ ਵੀ ਕਿਹਾ ਸੀ, ਹੁਣ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਆ ਪੰਜਾਬ ਦੇ ਲੋਕ ਸੁਣ ਲੈਣਗੇ, ਫੈਸਲਾ ਉਹਨਾਂ ਨੇ ਕਰਨਾ। ਪਰ ਇੱਕ ਗੱਲ ਪੱਕੀ ਹੋ ਗਈ ਹੈ ਕਿ ਐਤਕੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਨਾ ਹੀ ਇੰਪੋਰਟੈਂਟ ਰਹਿਣਾ ਜਿੰਨਾ ਪਿਛਲੀਆਂ ਚੋਣਾਂ ਸੀ। ਤੇ ਜੇ ਸਾਡੀ ਲੀਡਰਸ਼ਿਪ ਦੇ, ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਦੇ ਹਾਲਾਤ ਆਹੀ ਰਹੇ ਕਿ ਭਾਈ ਆਪਾਂ ਝੋਲੇ ਦੇ ਵਿੱਚ ਕੋਈ ਸਮਾਨ ਪਾ ਲੈਣਾ, ਬਾਹਰ ਨਹੀਂ ਕੱਢਣਾ, ਬਸ ਐ ਉੱਪਰੋਂ ਝੋਲੇ ਦਾ ਮੂੰਹ ਘੁੱਟ ਕੇ ਤਾਂ ਹੱਥ ਵਿੱਚ ਪਾ ਕੇ ਦੱਸਣਾ ਹੈਗਾ ਸਮਾਨ ਪੂਰਾ, ਫਿਰ 2027 ਦੀ ਪੰਜਾਬ ਵਿਧਾਨ ਸਭਾ ਚੋਣ 'ਚ ਵੀ ਇਹ ਮੁੱਦਾ ਪੱਕ ਸਕਦਾ। ਨਹੀਂ ਤੇ ਉਹ ਸੂਟ ਕਰਦਾ ਸਾਨੂੰ। ਦੇਖੋ ਤੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਅਸੀਂ ਲੀਡਰ ਸਾਹਿਬਾਨਾਂ ਨੂੰ ਉਹ ਚੀਜ਼ ਸੂਟ ਕਰਦੀ। ਦੇਖੋ ਪਿਛਲੇ 'ਚ ਕੀ ਸੀ ਵੀ ਲੋਕਾਂ ਦੇ ਹਿਸਾਬ ਨਾਲ ਉਹ ਮੁੱਦਾ ਸੀ, ਉਹਦੇ 'ਚ ਦੋ ਪਾਰਟੀਆਂ ਦਾ ਦਾਅ ਲੱਗ ਗਿਆ, ਇੱਕ ਦੇ ਸਿਰ ਉਹਨਾਂ ਨੇ ਸਾਰਾ ਕੁਝ ਮੜਤਾ। ਹੁਣ ਇੱਕ ਵਾਲਿਆਂ ਨੇ ਜਿਹੜਾ ਦਾਅ ਲਾਉਣਾ ਸ਼ੁਰੂ ਕਰਤਾ ਵੀ ਆਹ ਇੱਦਾਂ ਨਹੀਂ ਇੱਦਾਂ, ਇੱਕ ਹੁੰਦਾ ਨਾ ਵੀ ਭਲਵਾਨ ਘੁਲਣ ਡਿਆ ਯਾਰ ਕੁਛ ਗੱਲ ਬਣ ਨਹੀਂ ਰਹੀ, ਕਹਿੰਦਾ ਥੋੜਾ ਮਿੱਟੀ ਪਾ, ਮਿੱਟੀ ਕਰਾਂ ਹੱਥ ਤਿਲਕਣੋਂ ਹਟੇ, ਇੱਕ ਕਰਾਂ ਤੈਨੂੰ ਘੁਮਾ ਲਿਆ ਨਾ ਤਾਂ ਫਿਰ ਤੂੰ ਮੋਢੇ ਲਾ ਲੈਣੇ ਆ। ਉਹ ਹੁਣ ਮੋਢੇ ਲੱਗਣ ਨਾ ਲੱਗਣ, ਪਰ ਦਾਅ ਇਸ ਵਕਤ ਜਿਹੜਾ ਲੱਗ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਈ ਸਾਹਿਬ ਜਿਹੜਾ ਸਬੂਤ ਹੈਗਾ ਤੁਸੀਂ ਰੱਖ ਦਿਓ। ਕਿਉਂਕਿ ਜਿੰਨੀਆਂ ਲਿਸਟਾਂ ਆਪਾਂ ਗਿਣਦੇ ਪਏ ਸੀ, ਭਾਵੇਂ ਨਸ਼ੇ ਦੀ ਗੱਲ ਕਰ ਲਓ, ਭਾਵੇਂ ਤੁਸੀਂ ਰੇਤ ਬਜਰੀ ਦੀ ਗੱਲ ਕਰ ਲਓ, ਮਾਫੀਆ ਰਾਜ ਦੀ ਗੱਲ ਕਰ ਲਓ, 100 ਚੀਜ਼ਾਂ ਦੀ ਗੱਲ ਕਰ ਲਓ, ਉਹ ਸਾਰੀਆਂ ਐਜ਼ ਇਟ ਇਜ਼ ਸੀ। ਇੱਕ ਬੇਅਦਬੀ ਵਾਲੀ ਗੱਲ ਜਾਪਦੀ ਸੀ ਵੀ ਯਾਰ ਆਹ ਥੋੜੀ ਜਿਹੀ ਵੱਖਰੀ ਰਹਿ ਗਈ, ਉਹਨਾਂ ਨੇ ਉਹਨੂੰ ਵੀ ਉਸੇ ਲਾਈਨ ਦੇ ਵਿੱਚ, ਇੱਕ ਹੁੰਦਾ ਨਾ ਲਿਸਟ ਦੇ ਵਿੱਚ ਜਮਾ ਵੀ ਲੈ ਵੀ ਆਹ ਵੀ 8ਵੇਂ ਨੰਬਰ ਤੇ ਆ ਵੀ ਲਿਖ ਲਓ ਕਾਕਾ ਵੀ ਭਾਈ ਸਾਹਿਬ ਜੇ ਇਹਦੇ ਵਿੱਚ ਕੋਈ ਸਬੂਤ ਹੈਗਾ ਸੀ ਤੇ ਉਦੋਂ ਦਾ ਦਿੱਤਾ ਕਿਉਂ ਨਹੀਂ, ਤੇ ਜੇ ਤੁਸੀਂ ਅੱਜ ਵੀ ਆਨੇ ਹੋ ਵੀ ਭਾਈ ਸਾਹਿਬ ਸਾਡੇ ਕੋਲੇ ਹੈਗਾ ਤੇ ਤੁਸੀਂ ਲਿਆਓ, ਆਓ ਫਿਰ ਸਾਹਮਣੇ ਆ ਜਾਓ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਜਿਹੜੀ ਅਗਲਾ ਦੰਗਲ ਹੋਣਾ 2022 ਵਾਲਾ, ਉਹਦੇ ਵਿੱਚ ਮੁੱਦਾ ਇਹ ਜ਼ਰੂਰ ਰਹੂਗਾ, ਪਰ ਹੁਣ ਲੋਕ ਉਹ ਡਿਸਾਈਡ ਨਹੀਂ ਕਰ ਪਾਉਣਗੇ ਵੀ ਇਹਦੇ 'ਚੋਂ ਅਸਲ ਕਸੂਰਵਾਰ ਕਿਹੜਾ, ਕਿਉਂਕਿ ਜਿੰਨੇ ਕਿ ਕਸੂਰਵਾਰ ਉਹ ਉਨੇ ਕੀ ਦੂਜੇ ਉਨੇ ਕੀ ਤੀਜੇ। ਨਹੀਂ ਹੁਣ ਤਾਂ ਸਾਰਿਆਂ ਦਾ, ਕਿਉਂਕਿ ਇੱਕ ਧਿਰ ਕੁਛ ਕਹੂਗੀ, ਲੋਕਾਂ ਨੇ ਉਹਨਾਂ ਦੀ ਵੀ ਗੱਲ ਠੀਕ ਲੱਗਣੀ, ਉਹਨਾਂ ਦੀ ਵੀ ਠੀਕ ਲੱਗਣੀ ਹੈ, ਫੈਸਲਾ ਹੁਣ ਲੋਕਾਂ ਦੇ ਹੱਥ ਆ ਜਾਣਾ, ਪਰ ਸਿਆਸਤ ਸਿਰੇ ਤੇ ਆ ਜਾਓ। ਨਹੀਂ ਹੁਣ ਨਾ ਮੈਨੂੰ ਮਤਲਬ 2022 ਦੇ ਵਿੱਚ ਹੁਣ ਤਾਂ ਖੈਰ ਘਟ ਗਏ ਨਿਆਣੇ ਅੱਜ ਕੱਲ੍ਹ, ਕਿਉਂਕਿ ਚੀਜ਼ਾਂ ਆ ਗਈਆਂ। ਥੋੜ੍ਹਾ ਜਿਹਾ ਪਿੱਛੇ ਪੰਜਾਬ ਦੇ ਵਿੱਚ ਚਲੇ ਜਾਈਏ, ਜਦੋਂ ਗਲੀ ਥੋੜ੍ਹੀ ਜਿਹੀ ਕੱਚੀ ਹੁੰਦੀ, ਖੁੱਲ੍ਹੀ ਹੁੰਦੀ ਸੀ, ਲਾਗੇ ਰੂੜੀਆਂ ਹੁੰਦੀਆਂ ਸੀ, ਖਿੱਦੋ ਜਿਹੜੀ ਨਹੀਂ ਖਿੱਦੋ ਲੀਰਾਂ ਵਾਲੀ, ਉਹ ਹੋਵੇ ਤੇ ਹੱਥ 'ਚ ਕਿਸੇ ਦੇ ਟਾਹਲੀ ਵਾਲਾ ਡੰਡਾ ਹੋਵੇ, ਕਿਸੇ ਦੇ ਧਰੇਕ ਦਾ ਹੋਵੇ, ਹੈ ਨਾ, ਉਹ ਕੋਈ ਇੱਧਰੋਂ ਮਾਰੋ ਕੋਈ ਉੱਧਰੋਂ ਮਾਰੋ, ਘੱਟਾ ਉੱਡਦਾ ਹੋਵੇ ਤੇ ਖਿੱਦੋ ਕਦੇ ਉੱਧਰ ਨੂੰ, ਖਿੱਦੋ ਕਦੇ ਉੱਧਰ ਨੂੰ, ਇੱਦਾਂ ਮੁੱਦੇ ਚੱਲਣੇ ਹੁਣ 2022। ਮੈਨੂੰ ਇੱਦਾਂ ਲੱਗਦਾ ਕਿ ਪੰਜਾਬ ਦੇ ਪਿੰਡਾਂ 'ਚ ਪੋਸਟਰ ਲੱਗਣੇ ਆ ਸੰਧਾਲੀਆ ਸਾਹਿਬ ਐਤਕੀ। ਮੈਂ ਨਹੀਂ ਕਹਿਣਾ ਕਿ ਕਿਹਦੇ ਲੱਗਣੇ ਆ, ਹੋ ਸਕਦਾ ਕਿ ਇੱਕ ਤੋਂ ਵੱਧ ਪਾਰਟੀਆਂ ਦੇ ਲੱਗਣ ਕਿ ਭਾਈ ਸਾਡੇ ਪਿੰਡ ਵੱਲ ਨਹੀਂ ਆਉਣਾ, ਜੇ ਆਉਣਾ ਹੈ ਤਾਂ ਸਾਨੂੰ ਦੱਸੋ ਕਿ ਕਿਹੜੇ ਮੁੱਦੇ ਤੇ ਗੱਲ ਕਰਨੀ ਹੈ, ਅਸੀਂ ਤੁਹਾਨੂੰ ਕੁਐਸਚਨ ਪਹਿਲਾਂ ਭੇਜਾਂਗੇ, ਸਵਾਲ ਪਹਿਲਾਂ ਭੇਜਾਂਗੇ, ਕਹਿਣ ਦੇ ਜਵਾਬ ਚਾਹੀਦੇ ਆ। ਨਹੀਂ ਪਰ ਇੱਕ ਮੇਰਾ ਸਵਾਲ ਹੈ ਤੇ ਵੀਰ ਜੀ, ਇਹ ਜਿੱਦਾਂ ਤੁਸੀਂ ਲੋਕ ਤੁਸੀਂ ਇਕੱਠੇ ਹੋਣ ਲੱਗ ਪਏ ਨੇ ਅਚਾਨਕ, ਅਸੀਂ ਉਸ ਵੇਲੇ ਇਤਰਾਜ਼ ਪ੍ਰਗਟ ਕਰ ਦਿੰਦੇ, ਇਤਰਾਜ਼ ਕਰੋ, ਸਾਰਾ ਪਿੰਡ ਹੋਊਗਾ ਇੱਕ ਪਾਸੇ, ਸਾਰਾ ਪਿੰਡ ਇਕੱਠਾ ਹੋਊਗਾ, ਮਤਲਬ 2-4 ਨਾ ਵੀ ਹੋਣਗੇ ਤਾਂ ਘਰੋਂ ਨਹੀਂ ਨਿਕਲਣਗੇ, ਉਹ ਸਿਰਫ 2-4 ਹੀ ਹੋਣਗੇ, 2-4 ਹੀ ਹੋਣਗੇ। ਮੰਨ ਲੈਨੇ ਇਹ ਗੱਲ। ਦੇਖੋ ਗੱਲ ਪਤਾ ਕੀ ਹੈ ਸੰਧਾਲੀਆ ਸਾਹਿਬ, ਗੱਲ ਕੀ ਹੈ ਕਿ ਗੁਰੂ ਘਰ ਸਾਰੇ ਜਾਂਦੇ ਆ, ਮੱਥਾ ਸਾਰੇ ਟੇਕਦੇ ਆ, ਆਸਥਾ ਸਾਰਿਆਂ ਦੀ ਹੈ। ਮਾੜੀ ਮੋਟੀ ਗੱਲ ਹੋਊਗੀ, ਕਿਉਂਕਿ ਜਿਹੜੇ ਬੰਦੇ ਤੁਸੀਂ ਕਹਿੰਦੇ ਨਾ ਕਿ 2-4 ਹੈਗੇ ਨੇ ਜਾਂ 10-20-40 ਕਹਿੰਦੇ ਹੋ ਤੁਸੀਂ, ਐਤਕੀ ਕੋਵਿਡ ਦੇ ਕਰਕੇ ਘਰਾਂ ਦੇ ਵਿੱਚ ਉਹ ਵੀ ਬੜੇ ਆ, ਐਤਕੀ ਉਹਨਾਂ ਦੀ ਵੀ ਕਿਸੇ ਰਿਸ਼ਤੇਦਾਰੀ ਨੂੰ ਨੁਕਸਾਨ ਹੋਇਆ ਹੋਣਾ, ਉਹਨਾਂ ਦੇ ਵੀ ਕੋਈ ਰਿਸ਼ਤੇਦਾਰ ਆਲੇ ਦੁਆਲੇ ਸੱਜਣ ਮਿੱਤਰ ਜਿਹੜੇ ਆ ਨਾ, ਉਹਨਾਂ ਦੇ ਵਿੱਚੋਂ ਵੀ ਕੋਈ ਕਣਕ ਬੀਜਦਾ ਹੋਣਾ, ਕੋਈ ਝੋਨਾ ਬੀਜਦਾ ਹੋਣਾ, ਉਹਨਾਂ ਦੇ ਵਿੱਚੋਂ ਵੀ ਕੋਈ ਖੇਤੀ ਵਾਲੇ ਅੰਦੋਲਨ ਦੇ ਵਿੱਚ ਗਿਆ ਹੋਣਾ। ਐਤਕੀ 5 ਸਾਲ ਪਹਿਲਾਂ ਵਾਲਾ ਮਸਲਾ ਨਹੀਂ ਹੈ, ਐਤਕੀ ਮਸਲਾ ਕਿਸੇ ਹੋਰ ਤਰੀਕੇ ਦਾ। ਪਹਿਲਾਂ ਤੁਸੀਂ ਸਾਨੂੰ ਇਕੱਠੇ ਨਹੀਂ ਸੀ ਬਹਿਣ ਦਿੱਤਾ, ਐਤਕੀ ਭਾਵੇਂ ਉਹ ਟੋਲ ਪਲਾਜ਼ੇ ਵਾਲਾ ਧਰਨਾ ਹੈ, ਭਾਵੇਂ ਕਿਸੇ ਬਹੁਤ ਵੱਡੇ ਮਾਲ ਦੇ ਸਾਹਮਣੇ ਲੱਗਾ ਧਰਨਾ ਹੈ, ਭਾਵੇਂ ਦਿੱਲੀ ਵਾਲਾ ਹੈ, ਭਾਵੇਂ ਸ਼ੰਭੂ ਵਾਲਾ, ਸਾਰੀ ਜਗ੍ਹਾ ਦੇ ਉੱਤੇ ਦਰੀ ਇੱਕੋ ਹੀ ਸੀ, ਬੰਦੇ ਇਕੱਠੇ ਸੀ, ਡਿਸਕਸ਼ਨ ਆਪਸ ਦੇ ਵਿੱਚ ਹੋਈ ਹੈ, ਗੱਲ ਪਹਿਲਾਂ ਵਾਲੀ ਨਹੀਂ ਹੈ, ਮੰਨ ਲਓ, ਨਹੀਂ ਤਾਂ ਔਖੇ ਹੋਣਗੇ। ਚਲੋ ਪ੍ਰਧਾਨ ਮੰਤਰੀ ਸਾਹਿਬ ਵੱਲ ਜਾਣਾ, ਕੋਈ ਗੱਲ ਨਹੀਂ, ਪ੍ਰਧਾਨ ਮੰਤਰੀ ਸਾਹਿਬ ਵੱਲ ਜਾਣ ਤੋਂ ਪਹਿਲਾਂ ਟੋਲ ਪਲਾਜ਼ੇ ਵਾਲੀ ਗੱਲ ਆਪਾਂ ਕਰ ਲਈ ਕਿ ਨਹੀਂ ਕੀਤੀ? ਮੇਰਾ ਖਿਆਲ ਆਪਾਂ ਕੀਤੀ ਨਹੀਂ ਨਾ। ਜਿਹੜੇ ਟੋਲ ਪਲਾਜ਼ਿਆਂ ਦਾ ਪਿੱਛੋਂ ਜਿਹੜਾ ਵੀ ਕੰਪਨੀ ਨਾਲ ਠੇਕਾ ਸੀ ਉਹ ਇੱਕ ਤਰ੍ਹਾਂ ਨਾਲ ਰੱਦ ਕਰ ਦਿੱਤਾ ਗਿਆ, ਕਹਿੰਦੇ ਆ। ਰੌਲਾ ਉਹਦਾ ਵਾਹਵਾ ਪਿਆ, ਕਹਿੰਦੇ 17-18 ਹਜ਼ਾਰ ਮੁਲਾਜ਼ਮ ਜਿਹੜਾ ਕਿ ਉੱਥੇ ਸੀਗਾ, ਉਹਨਾਂ ਨੇ ਵੀ ਆਪਣੇ ਵੱਲੋਂ ਇਸ ਚੀਜ਼ ਦਾ ਵਿਰੋਧ ਪ੍ਰਗਟ ਕੀਤਾ ਕਿ ਵੀ ਇਸ ਤਰ੍ਹਾਂ ਤੁਸੀਂ ਕਿਵੇਂ ਕਰ ਸਕਦੇ ਹੋ, ਕਿਉਂਕਿ ਜਿਹੜੀ ਪਿਛਲੀ ਕੰਪਨੀ ਉਹਨੇ ਵਾਹਵਾ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ, ਤੇ ਹੁਣ ਤੁਸੀਂ ਕਹਿੰਦੇ ਹੋ ਵੀ ਕੰਪਨੀ ਉਡਾਰ ਹੋ ਗਈ, ਵੀ ਸਾਡਾ ਕੋਈ ਲੈਣਾ ਦੇਣਾ ਨਹੀਂ, ਤੇ ਸਾਡੀਆਂ ਤਨਖਾਹਾਂ ਕਿਹਨੇ ਦੇਣੀਆਂ? ਸੰਧਾਲੀਆ ਸਾਹਿਬ, ਇਹ ਵਿਸਥਾਰ ਆਪਾਂ ਨੂੰ ਅਜੇ ਉਡੀਕਣਾ ਪਊਗਾ, ਪਰ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਜੇ ਇਦਾਂ ਹੋਇਆ, ਕਿਉਂਕਿ ਡਿਟੇਲ ਅਜੇ ਉਡੀਕਣੀ ਪਊਗੀ ਕਿ ਅੱਧ ਵਿਚਾਲੇ ਛੱਡ ਜਾਓ ਤੁਸੀਂ, ਤਨਖਾਹਾਂ ਬਿਨਾਂ ਦਿਓ, ਇੱਦਾਂ ਹੀ ਭੱਜ ਭੁੱਜ ਜਾਓ, ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜੀਆਂ ਕੰਪਨੀਆਂ ਨੂੰ ਤੇ ਚੈੱਕ ਕੀ ਹੈ, ਕੰਟਰੋਲ ਕੀ ਹੈ, ਚਾਹੇ ਅਦਾਲਤਾਂ ਦਾ ਹੋਵੇ, ਚਾਹੇ ਸਰਕਾਰ ਦਾ ਹੋਵੇ, ਚਾਹੇ ਕਾਨੂੰਨਾਂ ਦਾ ਹੋਵੇ, ਇਹਦਾ ਤਾਂ ਕੋਈ ਵੀ ਕਿਸੇ ਵੀ ਵੇਲੇ ਭੱਜ ਜੂ, ਭਾਵੇਂ ਇੰਡਸਟਰੀ ਨਾਲ ਸੰਬੰਧਿਤ ਹੈ, ਐਗਰੀਕਲਚਰ ਨਾਲ ਸੰਬੰਧਿਤ ਹੈ, ਜਾਂ ਕਿਸੇ ਪਾਸੇ ਵੀ ਹੈ। ਇੱਕ ਸੰਕੇਤ ਹੀ ਹੈ ਕਿ ਗੱਲ ਕਿੱਧਰ ਨੂੰ ਜਾਂਦੀ ਹੈ। ਨਹੀਂ ਗੱਲ ਜਾਂਦੀ ਹੈ, ਪਰ ਇਹ ਨਾ ਸਾਰਾ ਕੁਝ ਪਹਿਲਾਂ ਤੋਂ ਸੈੱਟ ਹੁੰਦਾ। ਆਪਾਂ ਕੋਈ ਮਾਮੂਲੀ ਇੰਸ਼ੋਰੈਂਸ ਕਰਾਉਣ ਬਹਿ ਜਾਈਏ ਨਾ ਕਿਸੇ ਕੋਲੇ, ਜਿਹੜਾ ਬੰਦਾ ਆਪਣਾ ਪੱਕਾ ਜਾਣ ਹੁੰਦਾ ਵੀ ਯਾਰ ਤੂੰ ਵੀਰ ਕਰਦੀ, ਉਹਨੇ ਵੀ ਆਪਣੇ ਕੋਲੇ 5-7 ਥਾਵਾਂ ਦੇ ਉੱਪਰ ਦਸਤਖਤ ਕਰਾਉਣੇ ਹੁੰਦੇ, ਤੇ ਜਿਹੜੇ ਮਗਰਲੇ 4-5 ਪੇਜ ਹੁੰਦੇ ਆ ਨਾ, ਉਹਨਾਂ ਨੂੰ ਜੇ ਤੁਸੀਂ ਮੋਟੇ ਵਾਲੇ ਸ਼ੀਸ਼ੇ ਨਾਲ ਦੇਖੋ ਨਾ, ਤੇ ਤਾਂ ਵੀ ਅੱਖਰ ਨਹੀਂ ਉਹ ਪੜ੍ਹੇ ਜਾਂਦੇ ਜਿਹਦੇ 'ਚ ਸ਼ਰਤਾਂ ਲਿਖੀਆਂ ਹੁੰਦੀਆਂ।
ਹੁਣ ਇਹ ਜਿੰਨੀਆਂ ਵੀ ਕੰਪਨੀਆਂ ਨੇ, ਇਹਨਾਂ ਸਾਰੀਆਂ ਕੰਪਨੀਆਂ ਨੇ ਜਦੋਂ ਐਗਰੀਮੈਂਟ ਕੀਤੇ ਹੁੰਦੇ ਸਰਕਾਰਾਂ ਦੇ ਨਾਲ, ਉਹਦੇ ਵਿੱਚ ਉਹ ਸਾਰੀਆਂ ਸ਼ਰਤਾਂ ਲਿਖਾ ਕੇ ਵਕੀਲ ਸਾਹਿਬ ਕੋਲੋਂ ਵੀ ਓਕੇ ਜੇ ਸੱਜੇ ਪਾਸੇ ਨੂੰ ਜਾਵੇ ਫੇਕ ਹੀ ਕਰਨਾ, ਜੇ ਖੱਬੇ ਨੂੰ ਖਿਸਕਣ ਲੱਗੇ ਫੇਕ ਕਿੱਦਾਂ ਜੱਫੀ ਪਾਉਣੀ ਆ, ਉਹ ਜਿਹੜਾ ਸਾਰਾ ਪ੍ਰਬੰਧ ਉਹਨਾਂ ਨੇ ਕੀਤਾ ਹੁੰਦਾ, ਮੈਨੂੰ ਲੱਗਦਾ ਵੀ ਉਹਦਾ ਕਿਤੇ ਨਾ ਕਿਤੇ ਉਹ ਫਾਇਦਾ ਲੈਂਦੀਆਂ। ਹੁਣ ਇਸ ਕੇਸ ਦੇ ਵਿੱਚ ਵੀ ਜੋ ਮੈਨੂੰ ਆਸ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਤਾਂ ਕਲੀਅਰ ਸੀ ਵੀ ਕੰਪਨੀਆਂ ਨੇ ਕਹਿ ਦਿੱਤਾ ਵੀ ਸਾਡੇ ਪੈਸੇ ਨਹੀਂ ਪੂਰੇ ਹੁੰਦੇ, ਅਦਾਲਤ ਗਏ ਜੀ ਸਾਨੂੰ ਪੈਸੇ ਦਿਵਾਓ। ਹੋ ਸਕਦਾ ਵੀ ਕੋਈ ਇਹੋ ਜਿਹੀ ਸ਼ਰਤ ਹੋਵੇ ਵੀ ਜੇ ਕੱਲ੍ਹ ਨੂੰ ਸਾਨੂੰ ਘਾਟਾ ਪੈਂਦਾ, ਲੋਕ ਨਹੀਂ ਦਿੰਦੇ ਟੈਕਸ, ਤੇ ਫਿਰ ਕੰਪਨੀ ਜਿਹੜਾ ਉਸ ਕੰਮ ਨੂੰ ਛੱਡ ਕੇ ਭੱਜ ਨਹੀਂ ਹੋ ਸਕਦਾ। ਤੁਸੀਂ ਗੱਲ ਸੁਣੋ, ਜੇ ਇੱਦਾਂ ਦੇ ਕਦੇ ਵੀ ਸਮਝੌਤੇ ਨਹੀਂ ਹੋਏ, ਇੱਦਾਂ ਦੀ ਕਦੇ ਵੀ ਕੋਈ ਗੱਲ ਨਹੀਂ ਹੋਈ। ਤੁਸੀਂ ਇਹ ਦੇਖੋ ਕਿ ਆ ਪਿਛਲੇ ਸਮੇਂ ਦੇ ਵਿੱਚ ਬਿਜਲੀ ਦਾ ਰੌਲਾ ਪੈਂਦਾ ਸੀ ਨਾ ਕਿ ਬਿਜਲੀ ਕੰਪਨੀਆਂ ਦੇ ਸਮਝੌਤੇ ਕਿਤੇ ਆਉਂਦੇ ਹੀ ਰੱਦ ਹੋਏ ਕਿ ਨਹੀਂ ਹੋਏ। ਪਹਿਲੀ ਗੱਲ ਹੈ ਕਿ ਕਿਸੇ ਨੇ ਇਦਾਂ ਦੇ ਸਮਝੌਤੇ ਕੀਤੇ ਨਹੀਂ ਕਿ ਮਹਿੰਗੀ ਬਿਜਲੀ ਖਰੀਦਣੀ ਪਊ। ਦੂਸਰੀ ਗੱਲ ਹੈ ਜੇ ਕਿਸੇ ਤੋਂ ਕਰ ਵੀ ਹੋਗਾ ਤਾਂ ਇਦਾਂ ਦੀ ਸ਼ਰਤ ਨਹੀਂ ਵਿੱਚ ਲਿਖ ਹੋਈ ਕਿ ਸਮਝੌਤੇ ਰੱਦ ਨਹੀਂ ਹੋਣਗੇ। ਬਿਲਕੁਲ ਨਹੀਂ। ਸੰਧਾਲੀਆ ਸਾਹਿਬ ਹੋਰ ਸੁਣੋ, ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਆ ਪਿਛਲੇ ਸਮੇਂ 'ਚ ਘਰੇ ਰੌਲਾ ਪੈਂਦਾ ਸੀ ਕਿ ਭਾਈ ਇਹ ਕਿੱਦਾਂ ਰੂਟ ਲੈ ਸਕਦੀਆਂ, ਇੰਨਾ ਹੀ ਰੂਟ ਵਧਾਇਆ ਜਾ ਸਕਦਾ, ਇਹ ਜੇ ਰੂਟ ਵੱਧ ਵਧਾਇਆ ਤੇ ਨਿਯਮਾਂ ਤੋਂ ਅੱਗੇ ਪਿੱਛੇ ਹੋਈ ਹੈ। ਬੰਦ ਹੋ ਗਈਆਂ ਕਿ ਨਹੀਂ ਸਾਰੀਆਂ? ਇੱਕ ਪਰਮਿਟ ਤੇ ਜੇ 2-3 ਚੱਲਣ ਦੀਆਂ ਪਿਛਲੇ 20 ਸਾਲਾਂ ਦੇ ਵਿੱਚੋਂ ਰੌਲਾ ਰੱਪਾ ਪੈਂਦਾ। ਅੱਜ ਚੱਲਦੀ ਕੋਈ ਸਰਦਾਰ ਜੀ, ਸਭ ਨਿਯਮ ਜਿਹੜੇ ਇਦਾਂ ਕੁਝ ਨਹੀਂ ਹੁੰਦਾ, ਸਾਰਾ ਕੁਝ ਠੀਕ ਚੱਲਦਾ। ਮਤਲਬ ਬੇਬੇ ਉੱਠ ਕੇ ਬਹਿ ਗਈ ਆ, ਬੇਬੇ ਉੱਠ ਕੇ ਬਹਿ ਗਈ ਹੈ। ਉਹ ਕਹਿੰਦੇ ਕਰੋ ਕੰਮ ਆਪੋ ਆਪਣਾ, ਕੀ ਤੁਸੀਂ ਇੱਥੇ ਖੜੇ ਹੋ? ਮੈਂ ਚੰਗੇ ਲਿਆ ਨਹੀਂ ਉਰੇ ਮੇਰੀਆਂ ਵਾਲੀਆਂ ਦੇ ਮੂੰਹ ਤੁਰ ਪਈਆਂ, ਲਿਆ ਗੰਡੇ ਲਿਆ ਥਾਲੀ 'ਚ ਰੱਖ ਕੇ ਥੋੜਾ ਜਿਹਾ ਪਾਣੀ ਦੇ, ਮੈਂ ਕੱਟਾਂ, ਤੁਸੀਂ ਇਧਰਲੇ ਪਾਸੇ ਪਤੀਲਾ ਧੋ ਦਾਲ ਬਣਾਈਏ। ਇਹ ਦੇਖੋ, ਕਾਸ਼ ਸਾਡੇ ਬਾਠ ਸਾਹਿਬ ਦੇ ਸੁਪਨੇ ਪੂਰੇ ਹੋ ਜਾਣ। ਅੱਛਾ, ਸਿੱਧੂ ਸਾਹਿਬ ਨੇ ਫੇਰ ਟਵੀਟ ਕਰਤਾ ਯਾਰ, ਉਹ ਬੰਦੇ, ਉਹ ਮੈਂ ਪੱਕਾ ਹਿਸਾਬ ਲਾਇਆ ਉਹਨਾਂ ਨੇ। ਮੈਂ ਤੁਹਾਨੂੰ ਅੱਗੇ ਵੀ ਦਿਨ ਕਿਹਾ ਸੀ ਵੀ ਪਹਿਲਾਂ ਹੁੰਦਾ ਸੀ ਵੀ ਜਦੋਂ ਬੰਦੇ ਕੋਲੇ ਇੱਕ ਰਿਵਾਲਵਰ ਹੋਵੇ ਨਾ, ਇੱਕ ਪਿਸਤੌਲ ਹੋਵੇ, ਉਹ ਠਾਹ ਕਰਕੇ ਮੁੜ ਕੇ ਬਹਿ ਜਾਂਦਾ ਦੜ ਕੇ ਵੀ ਯਾਰ ਇੱਕ ਮਿੰਟ ਹੁਣ ਵੇਖੀ ਭਲਾ ਅਗਲੀ ਗੋਲੀ ਕਿਧਰੋਂ ਚੱਲਦੀ ਆ। ਉਹਨਾਂ ਨੇ ਮੈਨੂੰ ਲੱਗਦਾ ਵੀ ਪੱਕੀ ਫਿੱਟ ਕਰ ਲਈ ਆ ਤੇ ਮਗਰ ਪਟਾ ਚਾੜ ਲਿਆ। ਉਹ ਕਹਿੰਦੇ ਰੋਜ਼ ਦੀ ਤੜ ਕੱਢੀ ਜਾਣੀ ਅੱਗੋਂ ਜੋ ਮਰਜ਼ੀ ਹੋਈ ਆ। ਪੁਰਾਣੇ ਸਮੇਂ ਜਦੋਂ ਰਾਜੇ ਲੜਦੇ ਹੁੰਦੇ ਸੀ ਨਾ, ਉਹ ਕਿਲੇ ਦੇ ਉੱਪਰ ਜਾਣੀ ਇੱਕ ਨੇ ਹਮਲਾ ਕਰਨਾ, ਬਾਕੀ ਕਿਲੇ ਦੇ ਅੰਦਰ ਹੁੰਦੇ ਸੀ ਉੱਪਰਲੇ ਪਾਸੇ ਖੜੇ। ਉਹਦੇ ਵਿੱਚ ਇਦਾਂ ਹੁੰਦਾ ਸੀ ਕਿ ਜੇ ਇੱਕ ਬੰਦਾ ਇੱਥੋਂ ਤੀਰ ਕੱਢੇ, ਐ ਕਰੇ, ਫੇਰ ਮਾਰੇ, ਫੇਰ ਕੱਢੇ, ਉਹ 3-4 ਸਕਿੰਟ ਲੱਗਦੇ ਆ ਨਾ। ਉਹਨਾਂ ਕੋਲ ਇੱਕ ਤਰੀਕਾ ਹੁੰਦਾ ਸੀ, ਉਹਨਾਂ ਨੇ ਪਹਿਲਾਂ ਪ੍ਰਬੰਧ ਕੀਤੇ ਸੀ, ਤਿਆਰੀ ਕੀਤੀ ਹੁੰਦੀ ਸੀ ਪੂਰੀ ਕਿ ਭਾਈ ਆਹ ਬੰਦਿਆਂ ਨੇ ਜਿਹੜੇ ਪਹਿਲੀ ਕਤਾਰ ਵਾਲੇ ਨੇ ਤੀਰ ਮਾਰੇ, ਉਹਨਾਂ ਨੇ ਥੱਲੇ ਬਹਿ ਜਾਣਾ, ਜਦ ਤੱਕ ਪਿਛਲੀ ਕਤਾਰ ਵਾਲੇ ਨੇ ਖੜੇ ਹੋਣਾ ਉਹਨਾਂ ਨੇ ਭਰ ਲਿਆ ਹੁੰਦਾ ਸੀ ਤੀਰ। ਉਹਨਾਂ ਨੇ ਜਦੋਂ ਤੱਕ ਉਹਨਾਂ ਨੇ ਜਾਣੀ ਥੱਲੇ ਬਹਿਣਾ ਤਾਂ ਮੋਹਰਲਿਆਂ ਨੇ ਫੇਰ ਤੀਰ ਭਰ ਲਿਆ ਹੁੰਦਾ ਸੀ। ਉਹਨਾਂ ਨੇ ਲਗਾਤਾਰ ਕੰਮ ਚੱਲਦਾ ਸੀ। ਮੈਨੂੰ ਲੱਗਦਾ ਕਿ ਜਿਹੜਾ 1.5 ਸਾਲ ਚੁੱਪ ਰਹੇ ਨਾ ਸਿੱਧੂ ਸਾਹਿਬ, ਉਹਨਾਂ ਨੇ ਇਹ ਦੇਖਿਆ ਹੋਣਾ ਕਿ ਭਾਈ 300 ਦਿਨ ਪਹਿਲਾਂ ਕੰਮ ਸ਼ੁਰੂ ਕਰਨਾ ਹੈ, 300 ਟਵੀਟਾਂ ਦੀ ਤਾਂ ਤਿਆਰੀ ਕੀਤੀ ਹੋਣੀ ਕਿ ਆ ਵੀ ਮੁੱਦਾ, ਇਸ ਮੁੱਦੇ ਤੇ ਆ ਮੇਰਾ ਰੁਖ ਹੋਣਾ, ਆ ਹੋਣਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਵਿਧਾਨ ਸਭਾ ਤੱਕ ਉਹਨਾਂ ਨੇ ਚੁੱਪ ਰਹਿਣਾ। ਸਰਗਰਮੀ ਰੋਜ਼ ਆਊਗੀ। ਪਰ ਦੂਸਰੇ ਪਾਸੇ ਸੰਧਾਲੀਆ ਸਾਹਿਬ, ਪਤਾ ਲੱਗਾ ਕਿ ਪ੍ਰਗਟ ਸਿੰਘ ਹੋਰਾਂ ਦੀਆਂ ਵੀ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ। ਇਹ ਵੀ ਪਤਾ ਲੱਗਾ ਕਿ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਭੁੱਲਰ ਮਾਝੇ ਤੋਂ ਨੇ, ਉਹਨਾਂ ਦੇ ਘਰੇ ਵੀ ਕਈ ਵਿਧਾਇਕਾਂ ਦੀਆਂ ਮੀਟਿੰਗਾਂ ਜਿਹੜੀਆਂ ਚੱਲੀਆਂ। ਚੰਨੀ ਸਾਹਿਬ ਵੀ ਲਗਾਤਾਰ ਸਰਗਰਮ ਨੇ। ਪਤਾ ਤੇ ਇਹ ਵੀ ਲੱਗਾ ਕਿ ਕਪਤਾਨ ਸਾਹਿਬ ਨੇ ਵੀ ਟੈਲੀਫੋਨ ਦੇ ਉੱਤੇ ਕਈ MLAs ਦੇ ਨਾਲ ਗੱਲਬਾਤ ਕੀਤੀ ਆ ਕਿ ਭਾਈ ਕੋਈ ਗੱਲ ਨਹੀਂ, ਆਪਾਂ ਇਕੱਠੇ ਹੋ ਕੇ ਤੁਰਦੇ ਹਾਂ, ਦੇਖਦੇ ਹਾਂ ਗੱਲ ਕਿੱਧਰ ਨੂੰ ਹੈ। ਬਹੁਤ ਕੁਝ ਹੋ ਰਿਹਾ ਤੇ ਪਤਾ ਇਹ ਵੀ ਲੱਗਿਆ ਕਿ ਸ਼ਾਇਦ ਰਾਹੁਲ ਗਾਂਧੀ ਦੋਨਾਂ ਧਿਰਾਂ ਨੂੰ ਸੱਦ ਲੈਣ ਕਿ ਭਾਈ ਦੱਸੋ ਗੱਲ ਕੀ ਹੈ। ਤੇ ਉਹਦੇ ਨਾਲ ਕੀ ਫਰਕ ਪੈਣਾ? ਗੱਲਬਾਤ ਹੋਏਗੀ। ਤੇ ਗੱਲਬਾਤ ਕਾਹਦੀ ਹੋਏਗੀ? ਚਾਹ ਦੀ ਕੱਪੀ? ਨਹੀਂ ਇਦਾਂ ਨਹੀਂ। ਰਾਹੁਲ ਗਾਂਧੀ ਸਾਹਿਬ ਨੇ ਕਿਤੇ ਛੁੱਟੀਆਂ ਮਨਾਉਣ ਜਾਣਾ, ਉਧਰੋਂ ਕਰੋਨੇ ਨੇ ਘੇਰ ਰੱਖਿਆ ਯਾਰ, ਉਹ ਕਿਤੇ ਵਿਹਲੇ ਦੱਸ ਤੁਸੀਂ ਕਮਾਲ ਕਰਦੇ ਹੋ, ਰਾਹੁਲ ਗਾਂਧੀ ਦਾ ਫੈਸਲਾ ਕਰਾ ਦੇ ਦੱਸ, ਕਮਾਲ ਕਰੀ ਇਹਨਾਂ ਨੇ WhatsApp। ਅੱਛਾ, ਇੱਕ ਗੱਲ ਹੋਰ ਆ, ਇਹ ਜਿਹੜੀਆਂ ਮੀਟਿੰਗਾਂ ਕੋਈ 5-7 ਬੰਦੇ ਉੱਥੇ ਬਹਿ ਜਾਂਦੇ ਆ, 5-7 ਉੱਥੇ ਬਹਿ ਜਾਂਦੇ, 2-4 ਉੱਧਰ ਬਹਿ ਜਾਂਦੇ ਆ, ਇਹ ਅਜੇ ਇਦਾਂ ਹੀ ਆ ਵੀ ਜਿਵੇਂ ਸਾਰੇ ਦੇ ਸਾਰੇ ਜਿਵੇਂ ਕੈਪਟਨ ਸਾਹਿਬ ਦੇ ਖਿਲਾਫ ਹੀ ਆ। ਇਹ ਉਲਟਾ ਵੀ ਤੇ ਹੋ ਸਕਦਾ ਨਾ ਵੀ ਮਤਲਬ ਕੈਪਟਨ ਸਾਹਿਬ ਨੇ ਆਪਣੇ ਨੂੰ ਬੰਦੇ ਕਿਹਾ ਵੀ ਮਿੱਤਰਾ ਗੱਲ ਹੈ ਵੀ ਤੂੰ 5 ਬੰਦੇ ਇਕੱਠੇ ਕਰਕੇ ਉਧਰਲੇ ਸੈੱਟ ਕਰ, ਕਿਉਂਕਿ ਮੈਨੂੰ ਲੱਗਦੀ ਹੈ ਉਧਰਲੇ ਪਾਸੋਂ ਗੱਲ ਵੀ ਜਿੱਦਣ ਇਹ ਸਾਰੀਆਂ ਮੀਟਿੰਗਾਂ ਦਾ ਮਤਲਬ ਖੁਲਾਸਾ ਹੋਵੇ ਉਦੋਂ ਸਿੱਧੂ ਸਾਹਿਬ ਇਕੱਲੇ ਹੀ ਰਹਿ ਜਾਣਗੇ ਤੇ ਉਹ ਆਖਣ ਵੀ ਯਾਰ ਮੇਰੇ ਵਾਲੇ ਭੱਥਾ ਕੌਣ ਚੱਕ ਕੇ ਲੈ ਗਿਆ ਤੀਰਾਂ ਵਾਲਾ। ਨਹੀਂ, ਇੱਦਾਂ ਵੀ ਹੋ ਸਕਦਾ, ਪਰ ਐਤਕੀ ਆਸ ਘੱਟ ਆ। ਐਤਕੀ ਕਿਸੇ ਵੀ MLA ਨੂੰ ਇਸ ਗੱਲ ਦੇ ਨਾਲ ਰੌਲਾ ਨਹੀਂ ਕਿ ਮੈਂ ਕੈਪਟਨ ਸਾਹਿਬ ਦੇ ਨਾਲ ਰਹਿਣਾ, ਮੈਂ ਸਿੱਧੂ ਨਾਲ ਰਹਿਣਾ, ਮੈਂ ਬਿੱਟੂ ਨਾਲ ਰਹਿਣਾ। ਨਾ, ਉਹਨਾਂ ਨੂੰ ਰੌਲਾ ਕਿ ਮੈਂ ਕਿਹਦੇ ਨਾਲ ਰਹਿਣਾ ਜਿਹਦੇ ਨਾਲ ਮੈਂ ਵਿਧਾਨ ਸਭਾ 'ਚ ਰਹਿ ਜਾਵਾਂ। ਜਾਣੀ ਬਾਕੀ ਸਾਰੀਆਂ ਗੱਲਾਂ ਅੱਗੇ ਪਿੱਛੇ ਹੋ ਗਈਆਂ। ਉਹ ਦੇਖੋ, ਉਹ ਤੇ ਇੱਕੋ ਹੀ ਜਗ੍ਹਾ ਵੀ ਲੋਕਾਂ ਦੇ ਨਾਲ ਰਹਿੰਦੇ ਤੇ ਫੇਰ ਵਿਧਾਨ ਸਭਾ 'ਚ ਰਹਿ ਸਕਦੇ। ਇੱਕ ਮਿੰਟ, ਹੁਣ ਅੱਗੇ ਨਹੀਂ ਬੋਲਣਾ, ਆਪੇ ਹੀ ਮੰਨ ਗਏ ਹੋ ਨਾ। ਇੱਕ ਮਿੰਟ ਸਟੇਟਮੈਂਟ ਇੱਥੇ ਹੀ ਰੱਖਿਓ ਕਿ ਭਾਈ ਨਾ ਸਿੱਧੂ ਸਾਹਿਬ ਨਾਲ, ਨਾ ਬਿੱਟੂ ਸਾਹਿਬ ਨਾਲ, ਨਾ ਕੈਪਟਨ ਸਾਹਿਬ ਨਾਲ, ਕਿ ਜੇ ਲੋਕਾਂ ਦੇ ਵਿੱਚ ਰਹਿੰਦੇ ਤਾਂ ਆਪੇ ਹੀ ਜਿੱਤ ਜਾਣਾ ਸੀ। ਇਹਦਾ ਮਤਲਬ ਤੁਸੀਂ ਲੋਕਾਂ ਦੀ ਤਾਕਤ ਨੂੰ ਮਾਨਤਾ ਤਾਂ ਦਿੰਦੇ ਆ, ਉਹ ਲੀਡਰ ਤੁਹਾਡੇ ਅੰਦਰੋਂ ਜਾਂਦਾ ਨਹੀਂ। ਨਹੀਂ, ਗੱਲ ਹਾਂ ਜਾਂ ਨਾ ਕਰੋ। ਦੇਖੋ, ਮਾਨਤਾ ਮੈਂ ਦਿੰਦਾ, ਅਸੀਂ ਤੇ ਲੋਕਾਂ ਦੇ ਸੇਵਕ ਆ। ਅਸੀਂ ਤੇ ਸਾਡਾ ਹੈ ਹੀ ਕੁਝ ਨਹੀਂ, ਸਭ ਕੁਝ ਲੋਕਾਂ ਦਾ। ਦੇਖੋ, ਜ਼ਿੰਦਗੀ ਖੁੱਲੀ ਕਿਤਾਬ ਹੈ। ਮੈਂ ਤੇ ਦੇਖੋ ਗੇਟ ਤੇ ਸੰਤਰੀ ਸਾਰਾ ਕੁਝ ਲਾਲ ਅੱਖਰਾਂ ਨੇ ਲਿਖਿਆ ਹੈ ਤੇ ਜਿੱਦਾਂ ਗੇਟ ਤੇ ਸੰਤਰੀ ਖੜਾ ਕੀਤਾ, ਉਹਨੂੰ ਆਖਿਆ ਵੀ ਜਿਹੜਾ ਆਵੇ ਉਹਨੂੰ ਬਿਠਾਉਣਾ, ਉਹਨੂੰ ਚਾਹ ਪਾਣੀ ਪਿਆਉਣਾ, ਜਿਹਦਾ ਜੋ ਕੰਮ ਹੈ ਆਪਾਂ ਕਰਨਾ। ਮੈਂ ਤੇ ਦੇਖੋ ਪੂਰਾ ਪਰਿਵਾਰ ਅਸੀਂ
ਅਸੀਂ ਲੋਕਾਂ ਦੀ ਸੇਵਾ 'ਚ ਰਹਿੰਦੇ ਹਾਂ। ਟੈਲੀਫੋਨ 24 ਘੰਟੇ ਖੁੱਲ੍ਹਾ, 24 ਘੰਟੇ ਮੇਰਾ ਇਲੈਕਸ਼ਨ ਖੁੱਲ੍ਹਾ। ਤੋਂ ਬਾਅਦ ਇਹ ਨੰਬਰ ਕੱਢ ਕੇ ਸਿੱਟ ਦੇਣਾ ਸਿਮ। ਉਹ ਯਾਰ ਠੀਕ ਆ, ਹੁਣ ਤੁਸੀਂ 2 ਮਿੰਟ ਬਿਆਨ ਵੀ ਨਹੀਂ ਦੇ ਦਿੰਦੇ ਯਾਰ, ਕਮਾਲ ਕਰ। ਸੰਧਾਲੀਆ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਵੱਲ ਉਹ ਪ੍ਰਧਾਨ ਮੰਤਰੀ ਕਰ ਲਓ ਯਾਰ, ਤੁਸੀਂ ਅੱਜ ਪ੍ਰਧਾਨ ਮੰਤਰੀ ਸਾਹਿਬ ਮੈਂ ਦੱਸਣ ਲੱਗਿਆ ਨਾ, ਭਾਈ ਕੋਈ ਗੱਲ ਕਿਉਂਕਿ ਹੈਗੀ। ਤੁਹਾਡੇ ਵੈਂਟੀਲੇਟਰ ਵਾਲਾ ਮਸਲਾ ਉੱਥੇ ਉੱਠਿਆ ਹੀ। ਕੀ ਕਹਿੰਦੇ ਹੁਣ ਦੱਸਣ ਲੱਗਿਆ, ਪਹਿਲਾਂ ਪੰਜਾਬ ਸਰਕਾਰ ਵਾਲੇ ਕਹਿੰਦੇ ਸੀ ਕਿ ਖਰਾਬ ਭੇਜੇ, ਉਹਨਾਂ ਨੇ ਕਿਹਾ ਕਿ ਬਿਲਕੁਲ ਠੀਕ ਭੇਜੇ, ਇਹਨਾਂ ਦੇ ਕੋਲੇ ਸਿਸਟਮ ਹੀ ਨਹੀਂ ਹੈਗਾ ਜਿਹਦੇ ਨਾਲ ਚੱਲੇ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ, ਮੋਦੀ ਸਾਹਿਬ ਨੇ ਕੋਵਿਡ ਦੇ ਮਸਲੇ ਦੇ ਉੱਤੇ ਬਹੁਤ ਇੱਕ ਹੰਗਾਮੀ ਮੀਟਿੰਗ ਕੀਤੀ, ਇੰਪੋਰਟੈਂਟ ਮੀਟਿੰਗ ਕੀਤੀ, ਵੱਡੇ ਵੱਡੇ ਅਧਿਕਾਰੀ ਉਹਦੇ ਵਿੱਚ। ਉਹ ਕਹਿੰਦੇ ਕਿ ਆ ਵੱਖ-ਵੱਖ ਸੂਬਿਆਂ ਤੋਂ ਬੜੀ ਚਰਚਾ ਚੱਲਦੀ ਹੈ ਕਿ ਜਿਹੜੇ PM ਕੇਅਰ ਫੰਡ ਦੇ ਨਾਲ ਵੈਂਟੀਲੇਟਰ ਖਰੀਦੇ ਆ, ਕਿ ਕਈ ਸੂਬਿਆਂ ਦੇ ਵਿੱਚੋਂ ਰਿਪੋਰਟਾਂ ਆ ਰਹੀਆਂ ਕਿ ਉਹਨਾਂ ਨੇ ਚਲਾਏ ਨਹੀਂ ਜਾਂ ਚੱਲੇ ਨਹੀਂ, ਤੁਰੰਤ ਆਡਿਟ ਕਰੋ। ਹੁਣ ਆਡਿਟ ਕੀ ਹੋਊਗਾ ਕਿ ਭਾਈ ਕਿੰਨੇ ਪੈਸਿਆਂ ਦਾ ਖਰੀਦਿਆ, ਕਿੱਥੋਂ ਖਰੀਦਿਆ, ਕਿਹੜੀ ਕਮੇਟੀ ਨੇ ਖਰੀਦਿਆ, ਕਿੱਥੇ ਗਿਆ, ਤੇ ਉਹ ਚੱਲਣਯੋਗ ਹੈ ਕਿ ਨਹੀਂ। ਹੁਣ ਸਾਰੀਆਂ ਗੱਲਾਂ ਜੇ ਪ੍ਰਧਾਨ ਮੰਤਰੀ ਸਾਹਿਬ ਦੇ ਹੁਕਮਾਂ ਦੇ ਉੱਤੇ ਫੁੱਲ ਚੜਾਏ ਜਾਣਗੇ ਆਡਿਟ ਦੇ, ਤਾਂ ਮੈਂ ਕਹਿੰਦਾ ਕਿ 15 ਦਿਨਾਂ ਦੇ ਵਿੱਚ ਚੜਾਏ ਜਾਣ, ਕੋਈ ਵੱਡੀ ਗੱਲ ਤਾਂ ਹੈ ਨਹੀਂ। ਇੱਕ ਚੀਜ਼ ਹੈ, ਖਰੀਦੀ ਹੈ, ਇੱਕ ਥਾਂ ਦੇ ਉੱਤੇ ਪਈ ਹੈ, ਕਿਹਨੇ ਖਰੀਦੀ ਹੈ, ਸਾਰਾ ਕੁਝ ਪਤਾ ਹੈ, ਤੇ ਜੇ ਵੇਲੇ ਸਿਰ ਸਾਰਾ ਕੁਝ ਕਰ ਦਿੱਤਾ ਜਾਵੇ ਤਾਂ ਫਿਰ ਆਪਣੇ ਆਪ ਪਤਾ ਲੱਗ ਜਾਵੇ ਖਰੀਦ ਦੇ ਵਿੱਚ ਕੋਈ ਗਲਤੀ ਹੋਈ ਹੈ, ਜਾਂ ਫਿਰ ਸੱਚੀ ਮੁੱਚੀ ਜਿਹੜੇ ਸੂਬਿਆਂ ਦੇ ਵਿੱਚੋਂ ਰੌਲਾ ਪੈਂਦਾ ਕਿ ਭਾਈ ਵੈਂਟੀਲੇਟਰ ਨਹੀਂ ਚੱਲਦੇ, ਕਿ ਉਹਨਾਂ ਸੂਬਿਆਂ ਨੇ ਸੱਚੀ ਮੁੱਚੀ ਸਿਹਤ ਢਾਂਚਾ ਹੀ ਨਾ ਨਕਸ ਬਣਾ ਦਿੱਤਾ। ਇਹ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਜੇ ਆਖੀ ਹੈ, ਹੁਣ ਇੱਕ ਜਾਂਚ ਉਧਰੋਂ ਚੱਲੂ, ਇੱਕ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਨੇ ਚਲਾਈ ਹੈ, ਰਿਪੋਰਟਾਂ ਇੱਕੋ ਜਿਹੀਆਂ ਕਿ ਵੱਖੋ ਵੱਖਰੀਆਂ, ਦੇਖਣਾ ਪਊਗਾ। ਕੋਈ ਗੱਲ ਨਹੀਂ, ਰਿਪੋਰਟਾਂ ਭਾਵੇਂ 2 ਦੇ ਵਿੱਚ 4 ਮੰਗਾ ਲਿਓ, ਕੋਈ ਫਰਕ ਨਹੀਂ ਪੈਣਾ ਉਹਦੇ ਨਾਲ। ਵਾਹ ਜੀ ਵਾਹ। ਦੇਖੋ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਕਿਹਾ ਬਾਟ ਸਾਹਿਬ, ਇਹ ਮਾਮੂਲੀ ਗੱਲਾਂ ਨੇ ਯਾਰ ਸਾਡੇ ਲਈ। ਇਧਰੋਂ ਕਿੰਨੇ ਖਰੀਦੇ ਕਿੰਨੇ ਨਹੀਂ, ਮੈਂ ਤੁਹਾਨੂੰ ਹੁਣੇ ਦੱਸ ਰਿਹਾ ਕੇਸ ਕੀ ਬਣਾ ਲੈਣਾ ਸੀ। ਆ ਜਾਓ। ਮੰਨ ਲਓ ਵੀ ਤੁਸੀਂ ਪੈਸੇ ਦਿੱਤੇ, ਆਪਾਂ ਵੈਂਟੀਲੇਟਰ ਖਰੀਦਣੇ ਸੀ। ਮੰਨ ਲਓ ਮੈਂ ਇੱਕ ਅਧਿਕਾਰੀ ਹਾਂ, ਮੈਂ ਆਕੜਿਆ ਯਾ ਲਓ ਇਹ ਟੈਂਡਰ ਜੀ ਫਲਾਨੀ ਕੰਪਨੀ ਵੈਂਟੀਲੇਟਰ ਦੇਵੇ ਜੀ, ਕੰਪਨੀ ਵਾਲਾ ਵੈਂਟੀਲੇਟਰ ਦਿੱਤੇ, ਫਿਰ ਆਡਿਟ ਕਰਨ ਵਾਲੇ ਆਖਣੇ ਹਾਂਜੀ ਤੁਸੀਂ ਦਿੱਤੇ, ਹਾਂਜੀ ਅਸੀਂ ਦਿੱਤੇ ਜੀ। ਫਿਰ ਤੁਸੀਂ ਕੀ ਦਿੱਤਾ ਜੀ? ਫਿਰ ਉਹੀ ਵਕੀਲਾਂ ਵਾਲੀਆਂ ਸ਼ਰਤਾਂ। ਦੇਖੋ ਜੀ ਅਸੀਂ ਉੱਥੇ ਕਿਹਾ ਸੀ ਕਿ ਜਿਹੜੀ ਇਸ ਵੈਂਟੀਲੇਟਰ ਨੂੰ ਅਸੀਂ ਨਵੀਂ ਪਾਈਪ ਲਾਈ ਆ, ਇਹ ਇੰਨੇ MM ਦੀ ਹੈ, ਤੇ ਇਹ ਨਵੀਂ ਤਕਨੀਕ ਦੇ ਹਿਸਾਬ ਨਾਲ, ਲੇਟੈਸਟ ਤਕਨੀਕ ਦੇ ਹਿਸਾਬ ਨਾਲ ਇੰਨੇ MM ਵਾਲੀ ਪਾਈਪ ਜੇ ਇਹਨੂੰ ਚਾੜੀ ਜਾਵੇ ਤੇ ਫਿਰ ਇਹ ਬਹੁਤ ਵਧੀਆ ਚੱਲੂਗਾ ਜੀ। ਓਕੇ ਠੀਕ ਹੈ ਜੀ। ਹੁਣ ਤੁਸੀਂ ਪਤਾ ਕਰੋ ਜਿਹੜੇ ਹਸਪਤਾਲ ਤੁਸੀਂ ਲਾਇਆ, ਉਹ ਮੋਇਆਂ ਦੇ ਵੇਲੇ ਦਾ ਹਸਪਤਾਲ ਆ, ਜਿਹੜੇ ਜਿੱਥੇ ਉਹਦੇ ਪਾਈਪ ਲੱਗੀ ਸੀ MM, ਜਦੋਂ ਉਸ MM ਦੇ ਨਾਲ ਇਹ ਵਾਲਾ MM ਫਿੱਟ ਨਹੀਂ ਬੈਠਦਾ, ਤੇ ਫਿਰ ਕਸੂਰ ਤੇ ਭਾਈ ਸਾਹਿਬ ਸਰਕਾਰੀ ਹਸਪਤਾਲ ਵਾਲਿਆਂ ਦਾ, ਜਿਨ੍ਹਾਂ ਨੇ ਉਹ ਪਾਈਪ ਨਹੀਂ ਸੈੱਟ ਕੀਤੀ। ਜੇ ਮੰਨ ਲਓ ਉੱਥੇ ਅਗਲਾ ਆਖੇ ਵੀ ਨਹੀਂ ਜੀ ਜਿੱਦਾਂ ਤੁਸੀਂ ਕਿਹਾ ਸੀ ਅਸੀਂ ਉਸ ਹਿਸਾਬ ਨਾਲ ਲਾਇਆ ਵੈਂਟੀਲੇਟਰ, ਫਿਰ ਨਹੀਂ ਚੱਲਿਆ, ਫਿਰ ਅਗਲੀ ਗੱਲ ਆ ਜਾਣੀ ਅਸੀਂ ਕਿਹਾ ਸੀ ਜੀ ਇਹਦੇ ਲਈ ਫਲਾਨਾ ਟੈਕਨੀਸ਼ੀਅਨ ਚਾਹੀਦਾ, ਤੁਸੀਂ ਉਹ ਭਰਤੀ ਕੀਤਾ ਨਹੀਂ ਜੀ, ਉਹ ਤਾਂ ਰੁਜ਼ਗਾਰ ਮਹਿਕਮੇ ਵਾਲੇ ਨੇ ਜੀ, ਉਹ ਤਾਂ ਫਲਾਣੇ ਨੇ ਕਰਨਾ। ਫਿਰ ਤੁਸੀਂ ਉਹਨਾਂ ਨੂੰ ਪੁੱਛੋ ਸਾਡੇ ਵੈਂਟੀਲੇਟਰ 'ਚ ਕੀ, ਜਦੋਂ 5-7 ਚੀਜ਼ਾਂ ਇਹਦੇ ਨਾਲ ਇੰਗੜੀ ਪੜਿੰਗੜੀ ਰਲ ਗਈਆਂ ਨਾ, ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਐਂ ਕਹਿਣਾ ਯਾਰ ਮੈਨੂੰ ਇੱਦਾਂ ਕਰੋ, ਪਾਣੀ ਦਾ ਗਲਾਸ ਲਿਆ ਕੇ ਨਾ ਇੱਕ ਸਿਰ ਪੀੜ ਦੀ ਗੋਲੀ ਲਿਆ ਕੇ ਦਿਓ, ਆਪਾਂ ਬਾਅਦ 'ਚ ਗੱਲ ਕਰ ਦਿੰਦੇ ਆ। ਅੱਛਾ, ਜਾਨੀ ਕਿ ਠੀਕ ਹੈ ਉਧਰਲੇ ਪਾਸੇ, ਜਾਨੀ ਕਿ ਪੰਜਾਬ ਸਰਕਾਰ ਨੇ ਮੰਨਣਾ ਨਹੀਂ, ਕਿਸੇ ਨੇ ਵੀ ਨਹੀਂ ਮੰਨਣਾ। ਪੰਜਾਬ ਸਰਕਾਰ ਕਦੇ ਇਕੱਲੀ ਹੈ, ਬਾਕੀ ਕੀ ਗੱਲ ਦੁੱਧ ਦੇ ਧੋਤੇ। ਤੁਸੀਂ ਹੁਣੇ ਤਾਂ ਦੱਸ ਗਏ ਵੀ ਜੋ ਬਿਹਾਰ 'ਚ ਚੱਲੀ ਜਾਂਦਾ ਉਹ ਪੰਜਾਬ 'ਚ ਚੱਲੀ ਜਾਂਦਾ। ਇਹ ਤੁਹਾਨੂੰ ਕੀ ਲੱਗਦਾ ਜੇ ਮੰਨ ਲਓ ਆਪਾਂ ਪੱਤਰਕਾਰ ਭਾਈਚਾਰਾ, ਬੇਬੇ ਪਾ ਦਈਏ ਲੰਮੀ ਮੰਜੇ ਦੇ ਉੱਤੇ, ਫਿਰ ਬੇਬੇ ਦੇ ਕੱਪੜਾ ਦਿਓ ਮੂੰਹ ਤੇ ਚਾਹੇ ਮਹਿੰਗਾ ਹੀ ਆਵੇ, ਮਹਿੰਗਾ ਆਵੇ, ਉੱਤੋਂ ਦੀ ਸ਼ਾਲ ਪਾਓ, ਸ਼ਾਲ ਹੋਰ ਸੁਣੋ ਕਈ ਵਾਰੀ ਇਦਾਂ ਹੁੰਦਾ ਬੇਬੇ ਦੇ ਮੂੰਹ ਤੇ ਕੱਪੜਾ ਪਾ ਕੇ ਰੋਟੀਆਂ ਪਕਾਓ, ਦੋ ਜੇ ਸਾਰੇ ਜਣੇ ਆ ਗਏ ਫਿਰ ਸਾਰੀ ਦਿਹਾੜੀ ਖਾਣਾ ਕੀ ਹੈ, ਪਹਿਲਾਂ ਦੋ ਰੋਟੀਆਂ ਖਾ ਕੇ ਗੁਆਂਢੀਆਂ ਨੂੰ ਬੇਦ ਦੱਸਦੇ ਆ, ਕਹਿ ਹੁੰਦਾ ਨਾ ਇਦਾਂ। ਸੰਧਾਲੀਆ ਸਾਹਿਬ ਹੋਰ ਸੁਣੋ, ਗੱਲ ਸੁਣੋ। ਲਓ ਜੀ, ਬੇਬੇ ਅਸੀਂ ਭਾਰਤ ਦੇਸ਼ ਨੂੰ ਕਹਿੰਦੇ ਆ ਜੀ, ਤੇ ਨੌਹਾਂ ਜਿਹੜੀਆਂ ਉਹਦੀਆਂ ਉਹ ਲੀਡਰ ਨੇ, ਇਹ ਪਰਿਵਾਰਾਂ ਦੀ ਗੱਲ ਨਹੀਂ। ਸੰਧਾਲੀਆ ਸਾਹਿਬ ਇੱਕ ਪ੍ਰਧਾਨ ਮੰਤਰੀ ਸਾਹਿਬ ਦੀ ਮੀਟਿੰਗ 'ਚ ਗੱਲ ਹੋਰ ਚੱਲੀ ਹੈ, ਕਰ ਲਓ ਯਾਰ, ਉਹ ਵੀ ਕਰ ਲਓ। ਪਿਛਲੇ ਦਿਨੀ ਚਰਚਾ ਚੱਲਦੀ ਸੀ ਨਾ ਵੱਡੀਆਂ ਰਿਪੋਰਟਾਂ ਦੇ ਵਿੱਚ ਕਿ ਸ਼ਾਇਦ ਅੰਕੜਾ ਕੋਈ ਹੋਰ ਹੈ ਤੇ ਦੱਸਿਆ ਕੋਈ ਹੋਰ ਜਾ ਰਿਹਾ, ਕਿ ਮੌਤਾਂ ਦੀ ਗਿਣਤੀ ਇੰਨੀ ਹੈ ਤੇ ਕਰੋਨਾ ਦੇ ਨਾਲ ਗਿਣਤੀ ਥੋੜੀ ਦੱਸੀ ਜਾ ਰਹੀ, ਚਰਚਾ ਚੱਲਦੀ ਸੀ। ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਮੀਟਿੰਗ ਦੇ ਵਿੱਚ ਸੂਬਿਆਂ ਨੂੰ ਕਿਹਾ ਕਿ ਡਰੋ ਨਾ, ਸਪਸ਼ਟ ਅੰਕੜੇ ਦਿਓ, ਸਹੀ ਅੰਕੜੇ ਦਿਓ, ਸਾਡੇ ਕੋਲੇ ਸਹੀ ਅੰਕੜੇ ਹੋਣਗੇ ਤਾਂ ਆਪਾਂ ਅਸਲੀ ਚੀਜ਼ ਨੂੰ ਜਿਹੜਾ ਉਹ ਮੰਨ ਸਕਦੇ ਹਾਂ। ਇਹਦਾ ਮਤਲਬ ਕੀ ਹੈ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਭਾਈ ਸੂਬੇ ਬੇਡਰ ਹੋ ਕੇ ਸਪਸ਼ਟ ਅੰਕੜੇ ਦੇਣ, ਇਹਦਾ ਮਤਲਬ ਹੈ ਕਿ ਗੱਲ ਉਹਨਾਂ ਤੱਕ ਵੀ ਪਹੁੰਚੀ ਹੈ ਕਿ ਸ਼ਾਇਦ ਅੰਕੜੇ ਜਿਹੜੇ ਆ ਉਹ ਪੂਰੇ ਪਤਾ ਨਹੀਂ ਕੀਤੇ ਜਾ ਰਹੇ, ਜਾਂ ਪਤਾ ਹੋਣ ਦੇ ਬਾਵਜੂਦ ਵੀ ਦੱਬੇ ਘੁੱਟੇ ਜਾ ਰਹੇ ਆ। ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਪਈ ਹੈ ਤੇ ਇਹਦਾ ਮਤਲਬ ਹੈ ਕਿ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਬਹੁਤੀਆਂ ਬਿਨਾਂ ਆਧਾਰ ਤੋਂ ਤਾਂ ਹੋਣੀਆਂ ਨਹੀਂ। ਦੇਖੋ ਕੰਮ ਪਤਾ ਕੀ ਹੈ ਵਾਟ ਸਾਹਿਬ, ਇਹ ਜਿਹੜੀ ਰਿਪੋਰਟ ਹੈ ਜਦੋਂ ਆਪਾਂ ਨੂੰ ਗਰਾਊਂਡ ਲੈਵਲ ਤੇ ਦੇਖਦੇ ਹਾਂ, ਗਰਾਊਂਡ ਲੈਵਲ ਤੇ ਇਸ ਵਕਤ ਜਿਹੜਾ ਆਮ ਬੰਦਾ ਜਿਹਦੇ ਘਰ 'ਚ ਇਹੋ ਜਿਹੀ ਕੋਈ ਅਲਾਮਤ ਆ ਜਾਂਦੀ, ਉਹ ਕਹਿੰਦਾ ਯਾਰ ਜੇ ਇਹਨੂੰ 10 ਬੈਠੇ ਉਹਨਾਂ ਨੇ ਜਾਂ ਤਾਂ ਇਹਨੂੰ ਚੱਕ ਕੇ ਲੈ ਜਾਣਾ, ਉਦੋਂ ਬਾਅਦ ਸਾਨੂੰ ਘਰੋਂ ਘਰੀ ਬੰਦ ਕਰ ਦੇਣਾ, ਅਸੀਂ ਜਾਵਾਂਗੇ ਕਿੱਥੇ, ਕੋਈ ਗੱਲ ਨਹੀਂ, ਇਹਦਾ ਤੇ ਹਾਲ ਮਾੜਾ ਹੀ ਆ, ਬਾਕੀਆਂ ਨੂੰ ਤਾਪ ਤੂਪ ਚੜਿਆ, ਸ਼ਾਇਦ ਬਚ ਜਾਈਏ ਜੀ। ਜੇ ਉਹਦੇ 'ਚ ਕੋਈ ਗੱਲਬਾਤ ਉਹੋ ਜਿਹੀ ਹੋ ਵੀ ਜਾਂਦੀ ਤੇ ਉਹ ਕਹਿੰਦੇ ਵੀ ਇਹਨਾਂ ਦੇ ਬਾਅਦ ਸਾਨੂੰ ਮੂੰਹ ਨਹੀਂ ਵੇਖਣ ਦੇਣਾ, ਲਿਫਾਫੇ 'ਚ ਪੈਕ ਕਰਕੇ ਕੀ ਪਤਾ ਕਿੱਧਰ ਦੀ ਕਿੱਧਰ ਲੈ ਜਾਣੇ, ਇਸ ਕਰਕੇ ਆਪਾਂ ਹਸਪਤਾਲ ਹੀ ਨਹੀਂ ਜਾਣਾ। ਹੁਣ ਜਦੋਂ ਜਿਹੜਾ ਲੋਕਾਂ 'ਚ ਡਰ ਆ ਗਿਆ, ਜਿਹੜਾ ਇੱਕ ਬੇਵਿਸ਼ਵਾਸੀ ਹੋ ਗਈ ਵੀ ਯਾਰ ਜੇ ਅਸੀਂ ਕਿਸੇ ਨੂੰ 10 ਬੈਠੇ ਤੇ ਸਿਆਪਾ ਸਾਡੇ ਗੱਲ ਹੋਰ ਪੈ ਜਾਣਾ, ਜਿਹੜਾ ਪਹਿਲਾਂ ਪਿਆ ਉਹ ਤਾਂ ਚਲੋ ਪਿਆ ਹੀ ਪਿਆ,
ਉਹ ਵੀ ਇੱਕ ਕਾਰਨ ਹੈਗਾ ਜਿਹਦਾ ਕਰਕੇ ਖੁਦ ਅੰਕੜੇ ਕੋਈ ਦੇਣੇ ਨਹੀਂ ਚਾਹੁੰਦਾ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਇੱਕ ਗੱਲ ਇੱਥੇ ਜ਼ਰੂਰ ਦੱਸਦੇ ਹਾਂ ਕਿ ਅੱਜ ਆਪਾਂ YouTube ਦੇ ਉੱਤੇ, ਪ੍ਰਾਈਮ ਏਸ਼ੀਆ YouTube ਦੇ ਉੱਤੇ ਇੱਕ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਪਾਇਆ, ਜਿਹੜਾ ਹੈਗਾ ਕਿ ਭਾਰਤ ਦੇ ਮੈਂਬਰ ਪਾਰਲੀਮੈਂਟ ਲੋਕਾਂ ਨੂੰ ਮਹਿੰਗੇ ਕਿੱਦਾਂ ਪੈ ਰਹੇ ਆ। ਉਦੋਂ ਪ੍ਰੋਗਰਾਮ ਨੂੰ ਦੇਖਣ ਦੀ ਖੇਚਲ ਸਾਰੇ ਜ਼ਰੂਰ ਕਰਨ, ਜਿਹਦੇ ਤੋਂ ਪਤਾ ਲੱਗ ਜਾਊਗਾ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਕੀ ਸਾਡੇ ਲੀਡਰਾਂ ਨੂੰ ਜਿੰਨੀਆਂ ਸਹੂਲਤਾਂ, ਜਿੰਨੀਆਂ ਤਨਖਾਹਾਂ ਮਿਲਦੀਆਂ, ਕੀ ਉਹਦੇ ਮੁਤਾਬਕ ਕੰਮ ਕਰ ਰਹੇ ਆ, ਜਾਂ ਤਨਖਾਹ ਕਿਤੇ ਹੋਰ ਲੈ ਕੇ ਲੋਕਾਂ ਦੇ ਖਾਤੇ 'ਚ ਕੰਮ ਹੋਰ। ਤੁਸੀਂ ਹੈਰਾਨ ਹੋਵੋਗੇ ਕਿ ਕੈਨੇਡਾ ਦੇ ਵਿੱਚ ਇੱਥੇ ਜੇ ਕੋਈ ਬੰਦਾ ਸੰਸਦ ਮੈਂਬਰ ਬਣਦਾ, MP ਬਣਦਾ, ਮੈਂਬਰ ਪਾਰਲੀਮੈਂਟ ਬਣਦਾ, ਉਹਨੂੰ ਕਾਰ ਨਹੀਂ ਮਿਲਦੀ, ਉਹਨੂੰ ਡਰਾਈਵਰ ਨਹੀਂ ਮਿਲਦਾ, ਉਹਨੂੰ ਘਰ ਵੀ ਨਹੀਂ ਮਿਲਦਾ। ਯਾਨੀ ਕੋਈ ਸਰਕਾਰੀ ਘਰ ਨਹੀਂ, ਕੋਈ ਕਾਰ ਨਹੀਂ, ਕੋਈ ਡਰਾਈਵਰ ਨਹੀਂ, ਕੋਈ ਸਿਕਿਉਰਿਟੀ ਨਹੀਂ। ਉਹ ਬੰਦੇ ਨੇ ਆਪੇ ਆਪਣੀ ਕਾਰ ਚਲਾਉਣੀ ਹੈ। ਜੇ ਕਿਤੋਂ ਤੇਲ ਪਵਾਉਂਦਾ ਤਾਂ ਉਹਦਾ ਸਰਕਾਰੀ ਕੰਮ ਤੇ ਜਾਂਦਾ, ਤੇਲ ਪਵਾਉਂਦਾ ਤਾਂ ਉਹਦੀ ਪਰਚੀ ਪੰਪ ਤੋਂ ਲੈ ਕੇ ਤਾਂ ਉਹ ਜਮ੍ਹਾਂ ਕਰਾ ਕੇ ਉਹਨੂੰ ਪੈਸੇ ਫਿਰ ਮਿਲਣੇ ਆ। ਉਹਨੂੰ ਦੇਖਣਾ ਪੈਣਾ ਕਿ ਮੈਂ ਇੱਥੋਂ ਇੱਥੇ ਤੱਕ ਸਰਕਾਰੀ ਕੰਮ ਤੇ ਗਿਆ ਸੀ ਤਾਂ ਮੈਨੂੰ ਇਹਦੇ ਪੈਸੇ ਮਿਲੇ ਨੇ। ਤੇ ਹੋਰ ਸੁਣੋ, ਜੇ ਕੋਈ ਬੰਦਾ ਇੱਕ ਵਾਰੀ MP ਬਣ ਗਿਆ, ਮਿਆਦ ਪੂਰੀ ਕਰ ਗਿਆ, ਪੈਨਸ਼ਨ ਨਹੀਂ ਲੱਗਦੀ। ਉਹਨੂੰ ਕੰਮ ਕਰਨਾ ਪੈਂਦਾ ਰੋਟੀ ਖਾਣ ਦੇ ਲਈ, ਕਦੇ ਪੈਨਸ਼ਨ ਨਹੀਂ ਲੱਗਦੀ। ਜੇ ਉਹ ਦੂਸਰੀ ਵਾਰੀ ਵੀ MP ਬਣਦਾ, ਜੇ ਘੱਟੋ ਘੱਟ 6 ਸਾਲ MP ਰਹਿੰਦਾ, ਫਿਰ ਪੈਨਸ਼ਨ ਲੱਗਦੀ ਹੈ। ਤੇ ਉਹ ਵੀ ਉਦੋਂ ਲੱਗਦੀ ਹੈ ਜਦੋਂ 55 ਸਾਲ ਦਾ ਹੋ ਜਾਂਦਾ। ਮੰਨ ਲਓ ਕਿ 45 ਸਾਲਾਂ ਦੀ ਉਮਰ ਤੱਕ ਕੋਈ ਬੰਦਾ MP ਰਹਿ ਗਿਆ ਤੇ ਮੁੜ ਕੇ 45 ਤੋਂ 55 ਤੱਕ ਉਹਨੂੰ ਕੰਮ ਕਰਨਾ ਪਊਗਾ, ਚਾਹੇ ਉਹ ਮਜ਼ਦੂਰੀ ਕਰੇ, ਚਾਹੇ ਕਲਰਕ ਬਣੇ, ਚਾਹੇ ਕਿਸੇ ਸਟੋਰ ਤੇ ਲੱਗੇ। ਉਹਨੂੰ ਰੋਟੀ ਸਰਕਾਰ ਨੇ ਨਹੀਂ ਦੇਣੀ। 55 ਸਾਲ ਦਾ ਬਜ਼ੁਰਗ ਜਦੋਂ ਹੋ ਗਿਆ, ਰਿਟਾਇਰ ਹੋ ਗਿਆ, ਉਦੋਂ ਮਿਲਣੀ ਹੈ। ਤੇ ਆਪਣੇ ਵਾਲੇ ਪਾਸੇ ਇੱਕ ਵਾਰੀ ਬੰਦਾ ਪਾਰਲੀਮੈਂਟ ਦੇ ਵਿੱਚ ਪੈਰ ਰੱਖ ਲਵੇ, ਸਹੀ ਚੱਲ ਜਹਾਜ਼ ਦੀਆਂ ਟਿਕਟਾਂ, ਚੱਲ ਉਹਦੀਆਂ ਟਿਕਟਾਂ, ਸੇਵਾ ਮੁਕਤੀ ਤੋਂ ਬਾਅਦ ਵੀ ਚੱਲ ਅਮਰੀਕਾ 'ਚੋਂ ਇਲਾਜ, ਇੱਧਰੋਂ ਇਲਾਜ, ਉਸੇ ਵੇਲੇ ਪੈਨਸ਼ਨ ਦੁੱਗਣੀ ਤਿੱਗਣੀ ਚੌਗਣੀ ਪੈਨਸ਼ਨ। ਤੇ ਇਸ ਵੇਲੇ ਸੰਧਾਲੀਆ ਸਾਹਿਬ, ਜੇ ਇਸ ਮੁਲਕ ਦੇ ਕੋਲ ਜਿਹਦੇ ਕੋਲ 4 ਛਿੱਲੜ ਹੈਗੇ ਵੀ ਹੈ, ਉਹ ਵੀ ਕਹਿੰਦਾ ਕਿ ਭਾਈ ਕੰਮ ਕਰੋ, ਇੰਨੀਆਂ ਕੁ ਸਹੂਲਤਾਂ ਬਹੁਤ ਨੇ, ਜਿੰਨੀਆਂ ਕਿ ਲੋਕਾਂ ਨੂੰ ਮਿਲਦੀਆਂ ਉਨੀਆਂ ਕੀ ਦੇਣੀਆਂ। ਤੇ ਆਪਣੇ ਉੱਥੇ ਲੋਕਾਂ ਨੂੰ 250 ਰੁਪਈਆ ਪੈਨਸ਼ਨ, 500 ਰੁਪਈਆ ਪੈਨਸ਼ਨ, ਤੇ ਲੀਡਰ ਕਹਿੰਦਾ ਕਿ ਭਾਈ ਆਹ ਕੁਛ ਹੋ ਜੂ। ਕੋਈ ਤਾਂ ਸੋਚਣਾ ਚਾਹੀਦਾ। ਤੇ ਸੋਚੀ ਜਾਓ ਬੈਠੇ। ਇੱਦਾਂ ਕਰੋ, ਸਵੇਰੇ ਤੜਕੇ ਰੋਟੀ ਖਾ ਕੇ ਪੇਪਰ ਥੱਲੇ ਬਹਿ ਜਾਣਾ, ਸੋਚਣਾ ਸੀਪ ਖੇਡ ਲਈ। ਉਦੋਂ ਬਾਅਦ ਫੇਰ ਆਵਾਜ਼ ਮਾਰ ਲੈਣੀ ਵੀ ਬਾਪੂ ਆ ਜਾ ਰੋਟੀ ਖਾ ਲਿਆ ਕਰਨਾ। ਫਿਰ ਚੌਲ ਬਣੇ ਆ ਗਰਮੀਆਂ ਨੂੰ, ਆਹੋ ਮਿੱਠੇ ਚੌਲ ਖਾ ਕੇ ਫਿਰ ਉੱਤੇ ਬਹਿਣਾ, ਫਿਰ ਸੋਚੋ। ਕਿਉਂਕਿ ਸੋਚਣ ਤੋਂ ਸਿਵਾਏ ਹੋਰ ਕਰ ਨਹੀਂ ਨਾ ਕੁਛ ਸਕਦੇ। ਹੁਣ ਦੇਖੋ, ਮੰਨ ਲਓ ਜਦੋਂ ਅਸੀਂ ਤਨਖਾਹ ਵਧਾਉਣੀ ਹੁੰਦੀ, ਆਪੇ ਵਧਾ ਲੈਂਦੇ ਹਾਂ। ਸਾਨੂੰ ਗੱਡੀ ਜਿਹਦੀ ਅਸੀਂ ਗੱਡੀ ਨਵੀਂ ਲੈ ਲੈਂਦੇ ਹਾਂ। ਗੱਡੀ ਫਿਰ ਉਹ ਲਈਦੀ ਕਰਾਂ ਬਾਂਹ ਕਰਦੀ ਜਾਵੇ ਸੜਕ ਦੇ ਉੱਪਰ। ਮਤਲਬ ਜਿਹੜਾ ਕੋਈ ਵੇਖੇ ਬਾਂਹ ਦੇ, ਖੈਰ ਉਹਦੀ ਹੋਣੀ ਉੱਤੀ ਰਾਹ ਆਪਾਂ ਲਓ ਜੀ, ਆਹ ਕਿਹੜਾ ਗਾਡਿਆ ਹੋਏ, ਹੈ ਨਾ। ਤੇ ਇਸ ਕਰਕੇ ਜਦੋਂ ਤੁਸੀਂ ਇਹ ਕਹੋ ਨਾ ਵੀ ਹਾਂਜੀ ਚੀਕਾਂ ਮਾਰਿਆ, ਰੌਲਾ ਪਾਇਆ, ਕੈਨੇਡਾ ਜਾਈਦਾ ਹੁੰਦਾ, ਅਮਰੀਕਾ ਵਾਲਾ ਓਬਾਮਾ ਇੰਨਾ ਚਿਰ ਰਾਸ਼ਟਰਪਤੀ ਰਹਿ ਕੇ ਹੁਣ ਪਤਾ ਨਹੀਂ ਵਿਚਾਰਾ ਕੀ ਕਰਦਾ ਫਿਰ। ਯਾਰ ਸਾਨੂੰ ਕੀ ਲੈਣਾ ਦੇਣਾ, ਇਹ ਹੁਣ ਓਬਾਮੇ ਦੀ ਗਲਤੀ ਵੀ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਉਹਨੂੰ ਚਾਹੀਦਾ ਸੀ ਵੀ ਹੋਰ ਕੁਝ ਨਹੀਂ, ਭਾਰਤ ਦੇਸ਼ 'ਚ ਆ ਕੇ ਮਹਾਨ ਕਿਸੇ ਦੇਸ਼ ਦੇ ਵਿੱਚ, ਕਿਸੇ ਮਹੱਲੇ ਦੇ ਵਿੱਚ ਕੋਈ ਲੀਡਰ ਬਣ ਜਾਂਦਾ। ਹੁਣ ਨੂੰ 5-4 ਚੀਜ਼ਾਂ ਐਸੀਆਂ ਸੈਟਲ ਹੋ ਜਾਣੀਆਂ ਵੀ ਆਪ ਤੇ ਚਿੱਟਾ ਕੁੜਤਾ ਪਜਾਮਾ ਪਾਉਣਾ ਹੈ, ਗਾਂ ਮੁੰਡਿਆਂ ਨੇ ਵੀ ਪਾਇਆ ਕਰਨੇ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਬੁਲਟ ਲੈਣਾ ਨਵਾਂ, ਬੁਲਟ ਨਵਾਂ। ਪਰ ਮਸਲਾ ਇਹ ਆ ਨਾ ਕਿ ਉਹ ਪ੍ਰੋਗਰਾਮ ਆਪਾਂ ਸਿਰਫ ਇਸ ਲਈ ਕੀਤਾ ਸੀ ਕਿ ਪਤਾ ਲੱਗੇ ਕਿ ਭਾਈ ਸਵਾਲ ਕਿੱਦਾਂ ਕਰਨੇ ਆ ਤੇ ਤੁਸੀਂ ਆਹ ਸਾਰਾ ਕੁਝ ਕਿਉਂ ਕਰੀ ਜਾਂਦੇ ਆ। ਜਦੋਂ ਲੋਕ ਭੁੱਖੇ ਮਰ ਰਹੇ ਨੇ, ਜਦੋਂ ਲੋਕ ਇਲਾਜ ਖੁਣੋਂ ਮਰ ਰਹੇ ਆ, ਆਕਸੀਜਨ ਦੀ ਘਾਟ ਦੇ ਕਰਕੇ, ਵੈਂਟੀਲੇਟਰ ਦੀ ਘਾਟ ਦੇ ਕਰਕੇ ਮਰ ਰਹੇ ਆ। ਜੇ ਲੋਕਾਂ ਨੂੰ ਰੁਪਈਆ 500 ਤੁਸੀਂ ਪੈਨਸ਼ਨ ਦਾ ਦੇਣਾ ਹੈ, ਜਾਂ 2000 ਰੁਪਈਆ 3-4 ਮਹੀਨਿਆਂ ਦਾ ਕਿਸਾਨ ਨੂੰ ਦੇਣਾ ਹੈ, ਤਾਂ ਤੁਹਾਨੂੰ ਇੰਨੇ ਪੈਸੇ ਕਾਹਦੇ, ਭਾਵੇਂ ਸੂਬੇ ਵਾਲੇ ਤੇ ਭਾਵੇਂ ਕੇਂਦਰ ਵਾਲੇ, ਪਤਾ ਤਾਂ ਕਰਨਾ ਚਾਹੀਦਾ ਨਾ। ਯਾਰ ਕੋਈ ਸਾਡੀ ਵੀ ਤਾਰੀਫ ਕਰ ਦੋ। ਹੁਣ ਅਸੀਂ ਕਰਨਾਟਕ ਦੇ ਵਿੱਚ ਅਸੀਂ 1 ਸਾਲ ਦੀ ਤਨਖਾਹ ਦਿੱਤੀ ਨਹੀਂ ਕਰੋਨੇ ਵਾਲੇ, ਦਿੱਤੀ ਮਹਾਰਾਜ, ਤੇ ਫਿਰ ਤਾਰੀਫ ਨਹੀਂ ਕਰਦੇ ਸਾਡੀ। ਮਹਾਰਾਜ ਮੱਧ ਪ੍ਰਦੇਸ਼ ਵਾਲਿਆਂ ਦੀ ਰੋਜ਼ ਕਰੀਦੀ ਆ, ਦਿੱਲੀ ਵਾਲਿਆਂ ਦੀ ਰੋਜ਼ ਕਰੀਦੀ ਆ। ਵਧੀਆ ਗੱਲ ਹੈ, ਅੱਛੀ ਗੱਲ ਹੈ, ਥੋੜਾ ਖਿਆਲ ਰੱਖਿਆ ਕਰੋ। ਚੱਲੀਏ ਹੁਣ ਫਿਰ। ਬਹੁਤ ਸ਼ੁਕਰੀਆ, ਚੜ੍ਹਦੀ ਕਲਾ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਹ ਝੱਲਵੱਲੀਆਂ ਜੀਆਂ ਜੋ ਵੀ ਅਸੀਂ ਮਾਰ ਜਾਂਦੇ ਆ, ਸਾਨੂੰ ਨਹੀਂ ਪਤਾ ਵੀ ਤੁਸੀਂ ਇਹਨੂੰ ਸਮਝਦੇ ਹੋ ਨਹੀਂ ਸਮਝਦੇ ਹੋ, ਪਰ ਜੋ ਵੀ ਹੈ ਜਿੱਦਾਂ ਵੀ ਹੈ ਜੀ, ਸਾਡੇ ਵੱਲੋਂ ਆਪਣੀ ਕੋਸ਼ਿਸ਼ ਅਸੀਂ ਕਰੀ ਜਾਈਦੀ ਹੈ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।